उस लिखत नूं जे कोई आदमी आपदे हथ नाल लिखना चाहे, हथ नाल नकल करना चाहे, तो वो 19 सालों पूरी नहीं कर सकता। ਜਦੋਂ ਸਾਰਾ ਪੈਰਿਸ ਰਾਤ ਨੂੰ ਸੁੱਤਾ ਹੁੰਦਾ ਸੀ ਤਾਂ ਉਹ ਜਾਗਦਾ ਹੁੰਦਾ ਸੀ। ਜਿਹਨੂੰ ਟੋਲਸਟਾਏ ਨੂੰ ਅਸੀਂ ਗ੍ਰੇਟੈਸਟ ਨੋਵਲਿਸਟ ਆਫ ਦਾ ਵਰਲਡ ਗਿਣਦੇ ਹਾਂ, ਉਹ ਆਪਣੇ ਤੋਂ ਵੱਡਾ ਜਿਹੜਾ ਹੈਗਾ ਉਹ ਗ੍ਰੇਟਰ ਨੋਵਲਿਸਟ ਬਾਲਜ਼ਾਕ ਨੂੰ ਕਹਿੰਦਾ। वेद व्यास जी लिखते हैं कि जो इस ग्रंथ में है वो अन्यत्र भी मिल सकता है, वो कहीं और भी मिल सकता है, पर जो यहाँ नहीं है वो कहीं नहीं है। ਇਹਦਾ ਮਤਲਬ ਜਿੰਨੀਆਂ ਕਹਾਣੀਆਂ ਜਾਂ ਜੋ ਕੁਝ ਵੀ ਕਿਹਾ ਜਾ ਸਕਦਾ, ਜੋ ਕੁਝ ਵੀ ਸੰਭਵ ਹੈ, ਉਹ ਸਾਰਾ ਕੁਝ ਉਹ ਮਹਾਭਾਰਤ ਦੇ ਵਿੱਚ ਪਹਿਲੇ ਕਿਹਾ ਜਾ ਚੁੱਕਿਆ। ਕਿੰਨੀ ਵੱਡੀ ਗੱਲ ਕਹਿੰਦੇ ਉਹ ਕਿ ਬੰਦਿਆਂ ਤੇਰੀਆਂ 10 ਦਈਆਂ, ਇੱਕੋ ਗਈ ਵਿਆਹ, 9 ਕਿੱਧਰ ਗਈਆਂ। ਟੋਲਸਟਾਏ ਘਰੋਂ ਭੱਜ ਕੇ ਚਲੇ ਗਏ ਅਤੇ ਇੱਕ ਛੋਟੇ ਜਿਹੇ ਸਟੇਸ਼ਨ ਦੇ ਉੱਤੇ ਉਹਨੂੰ ਨਮੂਨੀਆ ਹੋ ਗਿਆ ਅਤੇ ਹਾਂ ਉੱਥੇ ਮਰ ਗਏ। ਅਤੇ ਉਹਨਾਂ ਦੇ ਸਰਾਣੇ ਥੱਲਿਓਂ ਦਾਸਤੋਵਸਕੀ ਦਾ ਨਾਵਲ ਮਿਲਿਆ। ਕਹਿੰਦੇ ਵੀ ਟੋਲਸਟਾਏ ਨੇ ਉਹਦਾ ਖਰੜਾ ਪਤਾ ਨਹੀਂ, ਮੈਨੂੰ ਗਿਣਤੀ ਭੁੱਲ ਗਈ ਵੀ ਕਿੰਨੀ ਵਾਰ ਨਾ ਸੋਧਿਆ। 7 ਵਾਰੀ। 7 ਵਾਰੀ। ਆਪਾਂ 1800 ਦਾ ਨਾਂ ਪੜ੍ਹਨ ਵਾਸਤੇ ਪਗਨੇ ਵੀ ਨਹੀਂ ਯਾਰ ਮੈਂ ਔਖਾ ਹੈ। ਅਤੇ ਅਮਰੋਜ਼ ਅਤੇ ਅੰਮ੍ਰਿਤਾ ਦੇ ਰਿਸ਼ਤੇ ਦੀ ਗੱਲ ਕੀਤੀ ਹੈ। ਅਤੇ ਟੈਗੋਰ ਆਪਣੀਆਂ ਕਵਿਤਾਵਾਂ ਆਪਣੀ ਭਰਜਾਈ ਦੇ ਪੈਰਾਂ 'ਚ ਬੈਠ ਕੇ ਕਹਿੰਦਾ ਵੀ ਤੇਰੇ ਹੀ ਸਾਰਾ ਕੁਛ। ਉਹ ਕਹਿੰਦੇ ਨੇ ਉਹ ਪਿਆਰ ਕੋ ਪਿਆਰ ਹੀ ਰਹਿਣੇ ਤੋਂ ਇਸੇ ਕੋਈ ਨਾਮ ਨਾ ਦੋ। ਹਰ ਘਰ ਦੇ ਵਿੱਚ ਕਿਤਾਬਾਂ ਹੋਣੀਆਂ ਲਾਜ਼ਮੀ ਹੈ। ਛੋਟਾ ਜਿਹਾ ਕਾਰਨਰ ਚਾਹੀਦਾ ਕਿਤਾਬਾਂ ਦਾ। ਔਰ ਜਿਹੜੇ ਘਰ ਦੇ ਵਿੱਚ ਕਿਤਾਬਾਂ ਨਹੀਂ, ਉਹ ਸਮਝ ਲਓ ਵੀ ਉਸ ਘਰ ਦੇ ਵਿੱਚ ਬੂਹੇ ਬਾਰੀਆਂ ਹੀ ਹੈ ਨਹੀਂ। ਪਿੱਛੇ ਜੇ ਪੰਜਾਬੀ ਯੂਨੀਵਰਸਿਟੀ 'ਚ ਤੁਸੀਂ ਵੀ ਪੜ੍ਹਿਆ ਹੋਣਾ, ਜਿਹੜਾ ਪੁਸਤਕ ਮੇਲਾ ਲੱਗਿਆ, ਉਸ 'ਚ ਕਹਿੰਦੇ ਕਰੋੜ ਰੁਪਏ ਦੀਆਂ ਕਿਤਾਬਾਂ ਵਿਕੀਆਂ। ਤਾਂ ਮੈਂ IAS SDM ਵੀ ਰਾਤ ਨੂੰ ਵੀ ਪੈਂਟ ਪਾ ਕੇ ਸੋ ਜਾਂਦੇ ਰਹੇ, ਵੀ ਕਹਿੰਦੇ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਦਿਨ ਕੱਪੜੇ ਕਿਹੜੇ ਆ, ਰਾਤ ਕੇ ਕਿਹੜੇ। ਲੈ ਵੀ ਦੇਸ਼ ਬਾਹਰ ਦੇਖ ਰਹੇ ਥਮੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਥਰੀ ਗੈਲ ਆਪਣਾ ਥਾਰਾ ਆਪਣਾ ਰਾਜਪੁਰੇ ਵਾਲਾ ਮਨਜੀਤ। ਬੜੇ ਦਿਨ ਹੋ ਗਏ ਮੈਂ ਇਹ ਸ਼ਬਦ ਨਹੀਂ ਵਰਤੇ ਤੇ ਮੈਨੂੰ ਅੱਜ ਚੰਡੀਗੜ੍ਹ ਮੈਂ ਬੈਠਿਆ ਅਤੇ ਚੰਡੀਗੜ੍ਹ ਦੇ 38 ਸੈਕਟਰ ਦੇ ਵਿੱਚ ਮੈਨੂੰ ਯਾਦ ਆਇਆ ਵੀ ਇਹ ਸ਼ਬਦ ਮੈਂ ਭੁੱਲ ਗਿਆ ਅਤੇ ਅੱਜ ਬੋਲਾਂ। ਸੋ ਦੋਸਤੋ ਬਾਤ ਨਹੀਂ ਹੈ ਵੀ ਆਪਾਂ ਅੱਜ ਬਾਤਾਂ ਕਰਾਂਗੇ ਸਾਹਿਤ ਦੀਆਂ ਕਿਤਾਬਾਂ ਕੀਆਂ, ਰੂਹ ਕੀਆਂ। ਸਾਹਿਤ ਕਿਹਾ ਜਾ ਵੀ ਬਹੁਤ ਬੜਾ ਸਮੁੰਦਰ ਹੈ ਅਤੇ ਕਈ ਮੇਰੇ ਵਰਗੇ ਇਸ ਸਮੁੰਦਰ ਦੇ ਉੱਪਰਲੇ ਪਾਣੀ ਦੇ ਵਿੱਚ ਤੈਰਦੇ ਰਹਾਂ ਅਤੇ ਉਸੇ 'ਤੇ ਉਹਨਾਂ ਨੂੰ ਲਗਾ ਵੀ ਮੈਂ ਪਤਾ ਨਹੀਂ ਕਿਆ ਕੁਛ ਜਾਣ ਗਏ ਹਾਂ। ਪਰ ਵਿਰਲੇ ਬੰਦੇ ਹੋਣ ਜਿਹੜੇ ਸਮੁੰਦਰ ਦੇ ਵਿੱਚ ਗੋਤੇ ਲਾਵਾਂ ਔਰ ਮੋਤੀ ਫੜ ਕੇ ਲਿਆਵਾਂ। ਸੋ ਇਹੋ ਜਿਹੇ ਮੋਤੀ ਫੜੇ ਹੋਏ। ਇੱਕ ਮੇਰੇ ਪਾਸ किताब है, इसके 4 हिस्से हैं वैसे। विश्व ਸਾਹਿਤ ਦੇ ਸ਼ਾਹਕਾਰ ਨਾਵਲ। ਸੰਸਾਰ का ਜਿਹੜਾ ਸਾਹਿਤ ਹੈ ਉਸਕੇ ਵਿੱਚ ਜਿਹੜਾ ਹੈਗਾ ਬਹੁਤ ਡੂੰਘੀਆਂ ਜਿਹੜਾ ਹੈਗਾ ਪੈੜਾਂ ਪਾਈਆਂ ਆਪਾਂ ਕਹਿ ਸਕਾਂ ਜਾਂ ਗੋਤੇ ਲਾਏ, ਕੁਛ ਵੀ ਕਹਿ ਦਿਓ ਆਪਾਂ। ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਕਿਤਾਬ ਮੇਰੇ ਹੱਥ में, इसके 4 हिस्से हैं। ਅਤੇ ਇਹ ਲਿਖੀ ਹੈ ਜੰਗ ਬਹਾਦਰ ਗੋਇਲ ਜੀ, ਜਿਹੜੇ ਪਹਿਲਾਂ IAS ਰਹੇ ਅਤੇ ਸਾਹਿਤ ਗੱਲ ਉਹਨਾਂ ਕੋਲ ਬਹੁਤ ਡੂੰਘਾ ਰਿਸ਼ਤਾ ਜੁੜੇ ਰਿਹਾ ਸਾਰੀ ਉਮਰ। ਅਤੇ ਸਭ ਤੋਂ ਬੜਾ ਕਮਾਲ ਉਹਨਾਂ ਦੇ ਬਾਰੇ ਮੈਂ ਸਵਾਲ ਕਰਾਂਗਾ ਉਹਨਾਂ ਨੂੰ ਬਾਅਦ ਮਾ। ਅਤੇ ਉਹ ਕਹਿੰਦੇ ਵੀ ਮੈਂ ਕਦੇ ਵੀ ਰਾਤ ਨੂੰ ਵੀ ਦਿਨ ਮਾ ਜਿਹੜੇ ਕੱਪੜੇ ਪਾਏ ਹੋਏ ਰਾਤ ਨੂੰ ਵੀ ਉਹੀ ਪੈਂਟ ਕਮੀਜ਼ ਦੇ ਵਿੱਚ ਸੌਂਦਾ ਰਿਹਾ। SDM ਰਹੇ, IAS ਰਹੇ। क्या बात है। सो मेहरबानी जी, बहुत शुक्रिया थोड़ा हमें बहुत बहुत मनजीत जी शुक्रिया। सो आप मेरे ख्याल तो शुरू करें शाहकार शब्द वरत्या विश्व ਸਾਹਿਤ ਦੇ ਸ਼ਾਹਕਾਰ ਨਾਵਲ। ਸ਼ਾਹਕਾਰ 'ਤੇ ਆਪਾਂ ਮਤਲਬ ਕਿ ਕਿਆ ਭਾਵ ਲੈਂਦੇ ਹਾਂ, ਕਿਹੜਾ ਸ਼ਾਹਕਾਰ ਹੋ ਸਕਦਾ ਹੈ? ਖੁੱਲ੍ਹੀਆਂ ਗੱਲਾਂ ਸੁਣਾਓ। ਹਾਂ ਮਨਜੀਤ ਜੀ, ਗੱਲ ਇੱਦਾਂ ਹੈ ਕਿ ਦੁਨੀਆ ਦੇ ਵਿੱਚ ਸੈਂਕੜੇ ਹਜ਼ਾਰਾਂ ਲੱਖਾਂ ਨਾਵਲ ਲਿਖੇ ਗਏ ਹੈ। ਉਹਨਾਂ ਦਾ ਕੋਈ ਨਾਮ ਆਪਾਂ ਨੂੰ ਯਾਦ ਚੇਤੇ ਹੈ ਨਹੀਂ। ਉਹਨਾਂ 'ਚੋਂ ਕੁਝ ਨਾਵਲ ਹੀ ਐਸੇ ਹੈਗੇ ਹੈ ਜਾਂ ਕੁਝ ਰਚਨਾਵਾਂ ਹੀ ਐਸੀਆਂ ਹੈਗੀਆਂ ਜਿਹੜੀਆਂ ਲੋਕ ਚੇਤੇ ਦਾ, ਸਦੀਵੀ ਲੋਕ ਚੇਤੇ ਦਾ ਹਿੱਸਾ ਬਣ ਚੁੱਕੀਆਂ। ਬਾਰ-ਬਾਰ ਤੁਸੀਂ ਲੋਕਾਂ ਨੂੰ ਗੱਲ ਕਰਦੇ ਸੁਣੋਗੇ, ਉਹ ਟੋਲਸਟਾਏ ਦੇ ਵਾਰ ਐਂਡ ਪੀਸ ਦਾ ਨਾਮ ਲੈਣਗੇ, ਮੁਨਸ਼ੀ ਪ੍ਰੇਮਚੰਦ ਜੀ ਦੇ ਗੋਦਾਨ ਦਾ ਨਾਮ ਲੈਣਗੇ, ਸ਼ਰਤ ਚੰਦਰ ਦੀ ਦੇਵਦਾਸ ਦਾ ਨਾਮ ਲੈਣਗੇ, ਜੇਨ ਆਸਟਨ ਦੇ ਨਾਵਲ ਪ੍ਰਾਈਡ ਐਂਡ ਪ੍ਰੈਜੁਡਿਸ ਦਾ ਨਾਮ ਲੈਣਗੇ, ਹਾਰਡੀ ਦੇ ਟੈਸਟ ਦਾ ਨਾਮ ਲੈਣਗੇ। ਤਾਂ ਐਸੀਆਂ ਰਚਨਾਵਾਂ ਜਿਹੜੀਆਂ ਸਦੀਵੀ ਰੂਪ ਧਾਰ ਲੈਂਦੀਆਂ ਅਤੇ ਜਿਹੜੀਆਂ ਹਰ ਯੁੱਗ ਦੇ ਵਿੱਚ ਪ੍ਰਸੰਗਕ ਜਾਪਦੀਆਂ ਅਤੇ ਹਰ ਯੁੱਗ ਦੇ ਵਿੱਚ ਹੀ ਐਂ ਲੱਗਦਾ ਹੈ ਕਿ ਉਹ
ਸਾਡੇ ਹੀ ਜ਼ਿੰਦਗੀ ਦੀ ਕਹਾਣੀ ਬਿਆਨ ਕਰ ਰਹੀਆਂ। ਉਹਨਾਂ ਦੇ ਵਿੱਚੋਂ ਅਸੀਂ ਇੱਕ ਨਵੇਂ ਅਰਥ ਲੱਭਦੇ ਹਾਂ ਅਤੇ ਕਦੇ ਵੀ ਪੁਰਾਣੀਆਂ ਨਹੀਂ ਹੁੰਦੀਆਂ। ਅਜਿਹੀਆਂ ਰਚਨਾਵਾਂ ਜਿਹੜੀਆਂ ਸਰਵ ਵਿਆਪੀ ਹੁੰਦੀਆਂ, ਸਰਵਕਾਲਿਕ ਹੁੰਦੀਆਂ, ਅਜਿਹੀਆਂ ਰਚਨਾਵਾਂ ਨੂੰ ਅਸੀਂ ਕਲਾਸਿਕ ਰਚਨਾਵਾਂ ਜਾਂ ਸ਼ਾਹਕਾਰ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਕਹਿੰਦੇ ਹਾਂ। ਤਾਂ ਇਹ ਜਿਹੜੀਆਂ 4 ਕਿਤਾਬਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ, ਇਹਦੇ ਵਿੱਚ ਮੈਂ ਅਜਿਹੀਆਂ ਹੀ ਸ਼ਾਹਕਾਰ ਰਚਨਾਵਾਂ, ਸ਼ਾਹਕਾਰ ਨਾਵਲਾਂ ਦਾ ਜਿਹੜਾ ਹੈਗਾ ਉਹਨਾਂ ਦਾ ਪੁਨਰ ਕਥਨ ਉਹਨਾਂ ਨੂੰ ਵਾਚਿਆ ਹੈ। ਮੈਂ ਨਾ ਪੜ੍ਹ ਰਿਹਾ ਸੀ, ਬੜਾ ਹੈਰਾਨ ਹੋਇਆ। ਉਹ ਮੈਨੂੰ ਫਿਰ ਨਾਂ ਭੁੱਲ ਜਾਂਦੇ ਨੇ ਕਿਉਂਕਿ ਨਾਂ ਆਪਣੇ ਨਹੀਂ ਹੈਗੇ। ਉਹ ਕਿਹਦਾ ਨਾਵਲ ਹੈ ਜਿਹਦੇ 'ਚ 2000 ਪਾਤਰ ਹੈ? ਅੱਛਾ, ਉਹ ਬਾਲਜ਼ਾਕ ਦਾ ਹਿਊਮਨ ਕਮੇਡੀ। 2000 ਪਾਤਰਾਂ ਨੂੰ ਮਤਲਬ ਕਿ ਬੰਨ੍ਹ ਕੇ ਰੱਖਣਾ। ਬਾਲਜ਼ਾਕ ਮਨਜੀਤ ਜੀ ਵਿਸ਼ਵ ਸਾਹਿਤ ਦਾ ਇੱਕ ਅਜੂਬਾ ਹੀ ਸੀ। ਉਹਨਾਂ ਨੇ 200 ਤੋਂ ਵੱਧ ਜਿਹੜੇ ਨਾਵਲ ਲਿਖੇ, ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ 57 ਸਾਲ ਦੀ ਉਹਨਾਂ ਨੇ ਉਮਰ ਹੰਢਾਈ। ਅਤੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਿੰਨਾ ਬਾਲਜ਼ਾਕ ਨੇ ਆਪਦੇ ਜੀਵਨ ਕਾਲ 'ਚ ਲਿਖਿਆ, ਉਸ ਲਿਖਤ ਨੂੰ ਜੇ ਕੋਈ ਆਦਮੀ ਆਪਦੇ ਹੱਥ ਨਾਲ ਲਿਖਣਾ ਚਾਹੇ, ਹੱਥ ਨਾਲ ਨਕਲ ਕਰਨਾ ਚਾਹੇ, ਤਾਂ ਉਹ 19 ਸਾਲਾਂ 'ਚ ਪੂਰੀ ਨਹੀਂ ਕਰ ਸਕਦਾ। ਇੰਨਾ ਉਹ ਸ਼ਖਸ 18 ਘੰਟੇ ਲਿਖਦਾ ਸੀ। ਲਿਖਣਾ ਤੇ ਲਿਖਣਾ ਉਹਦਾ ਜਨੂਨ ਸੀ। ਜਦੋਂ ਸਾਰਾ ਪੈਰਿਸ ਰਾਤ ਨੂੰ ਸੁੱਤਾ ਹੁੰਦਾ ਸੀ ਤਾਂ ਉਹ ਜਾਗਦਾ ਹੁੰਦਾ ਸੀ। ਜਦੋਂ ਸਾਰਾ ਪੈਰਿਸ ਜਾਗਦਾ ਹੁੰਦਾ ਸੀ ਤਾਂ ਉਹ ਸੁੱਤਾ ਹੁੰਦਾ ਸੀ। ਤਾਂ ਉਹ ਇੱਕ ਐਸਾ ਜਨੂਨ ਸੀ ਉਹਦੇ ਵਿੱਚ ਲਿਖਣ ਦਾ। ਔਰ 200 ਤੋਂ ਵੱਧ ਉਹਨਾਂ ਨੇ ਨਾਵਲ ਲਿਖੇ। ਅਤੇ ਜਦੋਂ ਦਾਂਤੇ ਦੀ ਉਹਨਾਂ ਨੇ ਡਿਵਾਈਨ ਕਮੇਡੀ ਪੜ੍ਹੀ ਤਾਂ ਫਿਰ ਉਹਨਾਂ ਨੇ ਸੋਚਿਆ ਵੀ ਇਹ ਹਿਊਮਨ ਕਮੇਡੀ ਮੈਂ ਲਿਖਾਂ। ਤਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਨਾਵਲ ਜਿਹੜੇ ਹੈਗੇ ਹੈ ਉਹਨਾਂ ਨੂੰ ਇੱਕ ਸੀਰੀਜ਼ ਦੇ ਵਿੱਚ ਬੰਨ੍ਹਿਆ ਅਤੇ ਉਸ ਦੇ ਵਿੱਚ ਘੱਟੋ ਘੱਟ 2000 ਜਿਹੜੇ ਹੈਗੇ ਆ ਉਹ ਪਾਤਰ ਹੈ। ਔਰ ਇੱਕ ਆਲੋਚਕ ਨੇ ਤਾਂ ਇਹ ਗੱਲ ਕਹੀ ਹੈ ਕਿ ਜੇ ਬਾਲਜ਼ਾਕ ਦੇ ਨਾਵਲਾਂ ਨੂੰ ਫਰਾਂਸ ਦਾ ਓਫੀਸ਼ੀਅਲ ਗੈਜ਼ਟੀਅਰ ਕਿਹਾ ਜਾਵੇ ਤਾਂ ਇਹਦੇ ਵਿੱਚ ਇਹ ਕੋਈ ਅਤਕਥਨੀ ਨਹੀਂ ਹੋਏਗੀ। ਮਤਲਬ ਉਸ ਵੇਲੇ ਦੇ ਫੈਸ਼ਨ, ਉਸ ਵੇਲੇ ਦੀਆਂ ਸੋਸ਼ਲ ਮਿਡਲ ਕਲਾਸ ਦਾ ਉਥਾਨ, ਮਿਡਲ ਕਲਾਸ ਦਾ ਮੱਧ ਵਰਗੀ ਸੋਚ, ਉਸ ਵੇਲੇ ਦੀ ਮਤਲਬ ਇੰਨੀ ਮਨਿਊਟੈਸ ਡਿਟੇਲਸ ਹੈ ਉਸ ਦੇ ਵਿੱਚ ਫਰਾਂਸ ਦੀ, ਜਿਹੜੀ ਹੈਰਾਨ ਕੁਨ ਹੈ। ਮੈਂ ਪੜ੍ਹਿਆ ਤੁਸੀਂ ਲਿਖਿਆ ਵੀ ਉਹ ਮਹਿਲਾਂ ਤੱਕ ਵੀ ਉਹਦੀ ਰਸਾਈ ਸੀ ਅਤੇ ਥੱਲੇ ਤੋਂ ਥੱਲੇ ਬੰਦਾ ਉਹਦੇ ਨਾਲ ਵੀ ਉਹਦਾ ਹਾਂ ਇਸ ਕਰਕੇ ਉਹਨੇ ਕੋਈ ਚੀਜ਼ ਛੱਡੀ ਨਹੀਂ ਜਿਹੜੀ ਕਹਿੰਦਾ ਉਹਦੇ ਵਿੱਚ ਆਈ ਨਹੀਂ। ਨੋ ਮਤਲਬ ਮੈਂ ਉਹਦੇ ਵਿੱਚ ਇੱਕ ਸ਼ਬਦ ਯੂਜ਼ ਕੀਤਾ ਕਿ ਅਮੀਰ ਤੋਂ ਅਮੀਰ ਅਤੇ 44 ਸਿਰੇ ਨੰਗ ਵੀ ਉਹਦੇ ਸਿਰੇ ਵਾਲੇ ਉਹ ਵੀ ਉਹਦੇ ਯਾਰ ਸੀ। 44 ਸਿਰੇ ਨੰਗ ਵੀ ਉਹਦੇ ਯਾਰ ਸੀ। ਅਤੇ ਕੋਈ ਐਸਾ ਬੰਦਾ ਨਹੀਂ ਸੀਗਾ। ਮਤਲਬ ਸਵਾਲ ਉਹਦੇ ਜਿਹੜਾ ਰਾਈਟਰ ਹੈ ਨਾ ਜੀ, ਉਹਦੀ ਨਜ਼ਰ ਹੈ ਨਾ ਜਿਹੜੀ, ਉਹ ਲੈ ਦੇ ਕੇ ਫਕਤ ਇੱਕ ਨਜ਼ਰ ਹੀ ਤੋਂ ਹੈ। ਤਾਂ ਨਜ਼ਰ ਸੀ ਜਿਹੜੀ ਉਸ ਦੀ ਉਹ ਬੜੀ ਤਿੱਖੀ ਸੀਗੀ। ਅਤੇ ਇਸੇ ਕਰਕੇ ਬਾਲਜ਼ਾਕ ਦੇਖੋ, ਟਾਲਸਟਾਏ ਨੇ ਇੱਕ ਵਾਰੀ ਗੋਰਕੀ ਤੋਂ ਪੁੱਛਿਆ ਵੀ ਅੱਜ ਕੱਲ੍ਹ ਕੀ ਪੜ੍ਹ ਰਹੇ ਆ। ਟਾਲਸਟਾਏ ਨੇ ਗੋਰਕੀ ਤੋਂ ਪੁੱਛਿਆ ਵੀ ਕੀ ਪੜ੍ਹ ਰਹੇ ਆ ਅੱਜ ਕੱਲ੍ਹ। ਉਹ ਕਹਿੰਦਾ ਬਾਪੂ ਜੀ ਮੈਂ ਤਾਂ ਬਾਲਜ਼ਾਕ ਦਾ ਇੱਕ ਨਾਵਲ ਹੈ ਉਹ ਪੜ੍ਹ ਰਿਹਾ। ਉਹ ਕਹਿੰਦਾ ਇੱਕ ਨਹੀਂ, ਬਾਲਜ਼ਾਕ ਦਾ ਕੰਪਲੀਟ ਵਰਕਸ ਪੜ੍ਹ, ਸਾਰੇ ਜਿੰਨੇ ਨਾਵਲ ਲਿਖੇ ਸਾਰੇ ਪੜ੍ਹਨੇ। ਅਸੀਂ ਸਾਰਿਆਂ ਨੇ ਬਾਲਜ਼ਾਕ ਤੋਂ ਲਿਖਣਾ ਸਿੱਖਿਆ। ਕੀ ਬਾਤ ਹੈ। ਦੇਖੋ ਟਾਲਸਟਾਏ ਕਹਿ ਰਿਹਾ ਜਿਹਨੂੰ ਟਾਲਸਟਾਏ ਨੂੰ ਅਸੀਂ ਗ੍ਰੇਟੈਸਟ ਨਾਵਲਿਸਟ ਆਫ ਦਾ ਵਰਲਡ ਗਿਣਦੇ ਹਾਂ, ਉਹ ਆਪਣੇ ਤੋਂ ਵੱਡਾ ਜਿਹੜਾ ਹੈਗਾ ਉਹ ਗ੍ਰੇਟਰ ਨਾਵਲਿਸਟ ਬਾਲਜ਼ਾਕ ਨੂੰ ਕਹਿੰਦਾ। ਤਾਂ ਇਸ ਨੂੰ ਗੋਰਕੀ ਨੇ ਬਾਲਜ਼ਾਕ ਵਾਸਤੇ ਲਿਖਿਆ ਕਿ ਮੇਰੇ ਜ਼ਿੰਦਗੀ ਦੇ ਸਭ ਤੋਂ ਭੈੜੇ ਦਿਨਾਂ ਦੇ ਵਿੱਚ
ਬਾਲਜ਼ਾਕ ਦੀਆਂ ਲਿਖਤਾਂ ਨੇ ਮੈਨੂੰ ਮਾਂ ਵਰਗੀ ਲੋਰੀ ਦਿੱਤੀ ਹੈ ਅਤੇ ਉਹਦੀ ਬੁੱਕਲ 'ਚ ਬਹਿ ਕੇ ਮੈਂ ਆਪਦੀ ਜ਼ਿੰਦਗੀ ਦੇ ਕਠਿਨ ਦਿਨ ਕੱਟੇ ਅਤੇ ਮਾਰਕਸ ਨੇ ਲਿਖਿਆ ਤੇ ਕਾਰਲ ਮਾਰਕਸ ਨੇ ਇਹ ਕਬੂਲ ਵੀ ਕੀਤਾ। ਕਾਰਲ ਮਾਰਕਸ ਨੇ ਤੁਸੀਂ ਹਾਂਜੀ quote ਕਬੂਲ ਕੀਤਾ। ਮੈਂ ਲਿਖਿਆ ਕਬੂਲ ਕੀਤਾ ਕਿ ਇੰਨਾ ਕੁਝ ਮੈਂ ਜਿਹੜਾ ਹੈਗਾ ਉਹ ਇਕਨੋਮਿਕਸ ਦੀਆਂ ਉਹ ਕਹਿੰਦਾ ਅੰਕੜੇ ਫਿਲਾਸਫੀ ਸਾਰਾ ਕੁਝ ਕਹਿੰਦਾ ਮੈਂ ਕਹਿੰਦਾ ਇਹ ਐਦਾਂ ਕਹਿੰਦਾ ਇਹਦੇ ਚੋਂ ਆਇਆ ਕਹਿੰਦਾ ਬਾਲਜ਼ਾਕ ਤੋਂ। ਇਹਦਾ ਮਤਲਬ ਬਾਲਜ਼ਾਕ ਆਪ ਕੀ ਕਿੰਨੀ ਵੱਡਾ ਉਸ ਉੱਤੇ ਤਾਂ ਵਿਕਟਰ ਹਿਊਗੋ ਨੇ ਉਹਦੀ ਡੈਥ ਦੇ ਉੱਤੇ ਇਹ ਗੱਲ ਕਹੀ ਸੀ ਕਿ ਬਾਲਜ਼ਾਕ ਨੂੰ ਖੁਦ ਨਹੀਂ ਪਤਾ ਸੀ ਵੀ ਉਹ ਲਿਖ ਕੀ ਰਿਹਾ। ਹਾਂ ਵੀ ਉਹਦੇ ਵਿੱਚ ਤਾਂ ਇੱਕ ਹਨੇਰੀ ਸੀਗੀ, ਕ੍ਰਾਂਤੀ ਦੀ ਹਨੇਰੀ ਸੀਗੀ, ਉਹਨੂੰ ਆਪ ਨਹੀਂ ਪਤਾ ਸੀਗਾ ਵੀ ਉਹ ਇਹੀ ਖੂਬਸੂਰਤੀ ਹੈ ਵੀ ਜਦੋਂ ਦੇਖੋ ਜਦੋਂ ਗੁਲਾਬ ਦਾ ਫੁੱਲ ਖਿੜਦਾ ਉਹਨੂੰ ਪਤਾ ਥੋੜ੍ਹਾ ਵੀ ਮੈਂ ਇਹ ਸੁੰਦਰਤਾ ਫੈਲਾ ਰਿਹਾ। ਇਹ ਆਪਣੇ ਗੁਲ ਸਾਹਿਬ ਜੀ ਬਾਲਜ਼ਾਕ ਪੰਜਾਬੀ 'ਚ ਤਾਂ ਨਹੀਂ ਹੈ ਕਿਤੇ ਪੜ੍ਹਨਾ ਹੋਵੇ ਕਿਸੇ ਨੇ? ਬਾਲਜ਼ਾਕ ਸ਼ਾਇਦ ਕਿਸਾਨ ਨਾਵਲ ਹੈਗਾ ਉਸ ਦਾ, ਉਹ ਪੰਜਾਬੀ 'ਚ ਹੋਇਆ। ਮੈਨੂੰ ਇਹਦੇ ਵਾਸਤੇ ਓਲਡ ਗੋਰੀਓ ਵੀ ਸ਼ਾਇਦ ਇੱਕ ਵਾਰੀ ਭਾਸ਼ਾ ਵਿਭਾਗ ਨੇ ਉਸ ਦਾ ਟਰਾਂਸਲੇਸ਼ਨ ਪੰਜਾਬੀ 'ਚ ਕਰਵਾਇਆ ਸੀਗਾ ਓਲਡ ਗੋਰੀਓ ਦਾ। ਅਤੇ ਕੁਛ ਸ਼ਾਂਤ ਸਾਹਿਬ ਦਾ ਵੀ ਟਰਾਂਸਲੇਸ਼ਨ ਹੈਗੇ ਇੱਕ ਦੋ ਨਾਵਲਾਂ ਦੇ, ਪਰ ਉਹ ਮੈਨੂੰ ਨਹੀਂ ਪਤਾ ਵੀ ਹੁਣ ਉਪਲਬਧ ਹੈਗੇ ਆ ਕਿ ਨਹੀਂ ਹੈਗੇ। ਇੱਕ ਤੁਸੀਂ ਇਹਦੇ ਜ਼ਿਕਰ ਕੀਤਾ ਹੈ ਕਿਉਂਕਿ ਉਹ ਨਾਮ ਵਾਲਾ ਬੜਾ ਚੱਕਰ ਰਹਿੰਦਾ ਹੈ ਉਹਦਾ, ਅਸੀਂ ਡਾਨ ਕਵੀਗਜ਼ੋਟ ਡੌਨ ਕਿਗਜ਼ੋਟ ਉਹਦੇ ਇੱਕ ਨਾਵਲ ਦੀ ਜਿਹੜਾ ਹੈਗਾ 400ਵੀਂ ਵਰ੍ਹੇਗੰਢ ਮਨਾਈ ਗਈ ਸਪੈਨਿਸ਼ ਦੇ ਵਿੱਚ। ਹਾਂਜੀ 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 ਕਮਾਲ। ਉਹਦਾ ਨਾਂ ਸੀ ਡਾਨ ਕੁਇਜ਼ਟ ਨਾਵਲ ਨਾਮ ਹਾਂ 1605 ਦੇ ਵਿੱਚ ਸਰਵਾਂਤਿਸ ਦਾ 1605 ਚ ਛਪ ਚੁੱਕਿਆ ਸੀ। ਇਹ ਸ਼ੇਕਸਪੀਅਰ ਦਾ ਕੰਟੈਂਪਰੇਰੀ ਸੀ, ਸਮਕਾਲੀ ਸੀ। ਔਰ ਕਿਹਾ ਜਾਂਦਾ ਹੈ ਕਿ ਸਰਵਾਂਤਿਸ ਦੇ ਸ਼ੇਕਸਪੀਅਰ ਦੀ ਡੈਥ ਵੀ ਇੱਕੋ ਦਿਨ ਹੋਈ ਸੀ। ਔਰ ਸਰਵਾਂਤਿਸ ਦਾ ਇਹ ਦੇਖੋ ਜਿਹੜਾ ਇਹ ਡੌਨ ਕਿਗਜ਼ੋਟ ਨਾਵਲ ਹੈ ਨਾ ਜੀ, ਇਹਦੇ ਵਿੱਚ ਨਾਵਲ ਦੇ ਇਹ ਮੈਨੀਫੈਸਟੋ ਹੈ ਨਾਵਲ ਦਾ, ਫਿਊਚਰ ਦਾ ਨਾਵਲ। ਹੁਣ ਤੱਕ ਵੀ ਜਿਹੜੇ ਨਾਵਲਿਸਟ ਨੇ ਉਹ ਇਸ ਤੋਂ ਅੱਗੇ ਨਹੀਂ ਵੱਧ ਸਕੇ। ਹਾਂ ਜੀ, ਡੌਨ ਕਿਗਜ਼ੋਟ ਤੋਂ ਅੱਗੇ ਨਹੀਂ ਵੱਧ ਸਕੇ। ਔਰ ਇਹਦੇ ਵਾਸਤੇ ਜਿਹੜੇ ਹੈਗੇ ਹੈ ਪੈਮੂਕ ਨੇ, ਨੋਬਲ ਪ੍ਰਾਈਜ਼ ਵਿਨਰ ਜਿਹੜੇ ਪੈਮੂਕ ਹੈਗੇ ਹੈ ਤੁਰਕੀ ਦੇ ਲੇਖਕ, ਔਰ ਮਿਲਾਨ ਕੁੰਦੇਰਾ, ਉਹਨਾਂ ਸਾਰਿਆਂ ਨੇ ਇਹ ਕਬੂਲ ਕੀਤਾ ਹੈ ਕਿ ਸਰਵਾਂਤਿਸ ਨੂੰ ਹਜੇ ਵੀ ਕੋਈ ਨਾਵਲਿਸਟ ਸਰਪਾਸ ਨਹੀਂ ਕਰ ਸਕੇ। ਕੀ ਬਾਤ ਹੈ। ਅੱਛਾ, ਨਾਵਲ ਕਿਵੇਂ ਕਦੋਂ ਮਤਲਬ ਸ਼ੁਰੂ ਹੋਇਆ? ਤੁਸੀਂ ਇਹਦੇ ਵੀ ਜ਼ਿਕਰ ਵੀ ਕੀਤਾ ਵੀ ਨਾਵਲ ਤਾਂ ਬਹੁਤ ਪਹਿਲਾਂ ਆਪਣੇ ਹਿੰਦੁਸਤਾਨ ਤੋਂ ਬਹੁਤ ਪਹਿਲਾਂ ਬਾਹਰ ਲਿਖਿਆ ਗਿਆ, ਆਪਣੇ ਬਾਅਦ 'ਚ ਆਇਆ ਨਾਵਲ। ਜੇ ਦੇਖੋ ਕਹਾਣੀ ਕਹਿਣ ਦੀ ਪਰੰਪਰਾ ਤਾਂ ਬੜੀ ਪੁਰਾਣੀ ਹੈ। ਉਹ ਤਾਂ ਗਾਥਾਵਾਂ ਆਪਾਂ ਕਥਾ ਤਾਂ ਦੇਖੋ ਉਹ ਮਹਾਕਾਵ ਦੇ ਵਿੱਚ ਵੀ ਕਥਾ ਹੈ ਜੀ। ਔਰ ਮਹਾਭਾਰਤ ਦੇ ਵਿੱਚ ਵੇਦ ਵਿਆਸ ਨੇ ਆਰੰਭ ਦੇ ਵਿੱਚ ਲਿਖਿਆ, ਕਮਾਲ ਦਾ ਸ਼ਲੋਕ ਹੈ। ਔਰ ਮੈਂ ਸਮਝਦਾ ਕਿ ਐਡਾ ਵੱਡਾ ਚੈਲੰਜ ਉਹ ਕੀ ਲਿਖਦੇ ਆ, ਮੈਨੂੰ ਹੁਣ ਉਹਦਾ ਮੈਂ ਭਾਵਅਰਥ ਦੱਸ ਦੇਣਾ। वेद व्यास जी लिखते हैं कि जो इस ग्रंथ में है वो अन्यत्र भी मिल सकता है, वो कहीं और भी मिल सकता है, पर जो यहाँ नहीं है वो कहीं नहीं है। ਇਹਦਾ ਮਤਲਬ ਜਿੰਨੀਆਂ ਕਹਾਣੀਆਂ ਜਾਂ ਜੋ ਕੁਝ ਵੀ ਕਿਹਾ ਜਾ ਸਕਦਾ, ਜੋ ਕੁਝ ਵੀ ਸੰਭਵ ਹੈ, ਉਹ ਸਾਰਾ ਕੁਝ ਉਹ ਮਹਾਭਾਰਤ ਦੇ ਵਿੱਚ ਪਹਿਲੇ ਕਿਹਾ ਜਾ ਚੁੱਕਿਆ। ਤਾਂ ਕਹਾਣੀਆਂ ਤਾਂ ਜਿਹੜੀਆਂ ਹੈਗੀਆਂ ਉਹ ਬਹੁਤ ਨਾਟਕਾਂ 'ਚ ਵੀ ਕਹੀਆਂ ਗਈਆਂ, ਮਹਾਕਾਵਿ 'ਚ ਵੀ ਕਹੀਆਂ ਗਈਆਂ, ਪਰ ਉਹਨਾਂ ਦੇ ਜਿਹੜੇ ਨਾਇਕ ਸੀਗੇ ਉਹ ਵੱਡੇ ਆਮ ਆਦਮੀ ਤੋਂ ਉਹ ਅਸਾਧਾਰਨ ਬੰਦੇ ਸੀਗੇ। ਨਾਵਲ ਜਿਹੜਾ ਹੈਗਾ ਇਹ ਸਧਾਰਨ ਬੰਦਿਆਂ ਦੀ ਗੱਲ ਕਰਦਾ ਹੈ ਔਰ ਸਧਾਰਨ ਭਾਸ਼ਾ 'ਚ ਗੱਲ ਕਰਦਾ ਹੈ। ਇਸੇ ਕਰਕੇ ਇਸ ਨੂੰ ਨਾਵਲ ਨੂੰ ਨਵੇਲਾ ਕਹਿੰਦੇ ਨਾ, ਨਵੀਂ ਵਿਧਾ ਸੀਗੀ ਇਹ ਜਿਹੜੀ ਸਰਵਾਂਤਿਸ ਨੇ ਚਲਾਈ। ਪਰ ਉਸ ਤੋਂ ਪਹਿਲਾਂ ਇੱਕ ਜਾਪਾਨ ਦੇ ਵਿੱਚ ਨਾਵਲ ਲਿਖਿਆ ਗਿਆ ਗੇਂਜੀ ਦੀ ਕਹਾਣੀ, ਮੋਰਾਸਕੀ ਨੇ ਲਿਖਿਆ, ਲੇਡੀ ਸੀਗੀ। 1600 ਤੋਂ ਵੀ ਪਹਿਲਾਂ ਉਹ ਤੋਂ ਜੀ 800 ਸਾਲ ਪੁਰਾਣਾ। ਅੱਛਾ। 8ਵੀਂ ਸਦੀ ਦਾ ਉਹ ਹੈਗਾ, 10ਵੀਂ ਸਦੀ ਦਾ ਨਾਵਲ ਹੈਗਾ। 1000 ਸਾਲ ਜਾਂ 1200 ਸਾਲ ਹੋ ਗਏ ਉਸ ਨਾਵਲ ਲਿਖੇ ਨੂੰ।
ਪਰ ਉਹ ਨਾਵਲ ਜਿਹੜਾ ਹੈਗਾ ਮੈਂ ਕੀਤਾ ਜੀ ਸੈਕੰਡ ਵੋਲੀਅਮ ਦੇ ਵਿੱਚ ਮੈਂ ਉਸ ਨੂੰ ਕਵਰ ਕੀਤਾ ਗਿੰਜੀ ਦੀ ਕਹਾਣੀ ਨੂੰ। ਪਰ ਜੇ ਤੁਸੀਂ ਉਸ ਨਾਵਲ ਨੂੰ ਪੜ੍ਹੋ ਤਾਂ ਤੁਹਾਨੂੰ ਐਂ ਲੱਗਦਾ ਵੀ ਇਹ ਆਧੁਨਿਕ ਸਮੇਂ ਦੀਆਂ ਗੱਲਾਂ ਕਰ ਰਿਹਾ। ਇੰਨਾ ਮਤਲਬ ਹਾਂ ਇੰਨਾ ਕੰਟੈਂਪਰੇਰੀ ਨਾਵਲ ਲੱਗਦਾ। ਔਰ ਇਸੇ ਕਰਕੇ ਇਹੋ ਜਿਹੇ ਨਾਵਲ ਜਿਹੜੇ ਹੈਗੇ ਤੁਸੀਂ ਡੌਨ ਕਿਕਜ਼ੌਟ ਪੜ੍ਹੋ 400 ਸਾਲ ਪਹਿਲਾਂ ਲਿਖਿਆ। ਗੇਂਜੀ ਦੀ ਕਹਾਣੀ ਜਿਹੜੀ ਹੈਗੀ ਦੀ ਟੇਲ ਆਫ ਗੇਂਜੀ, ਇਹਦਾ ਜਿਹੜਾ ਟਰਾਂਸਲੇਸ਼ਨ ਹੈਗਾ ਇਹ ਜਗਜੀਤ ਸਿੰਘ ਆਨੰਦ ਨੇ ਕੀਤਾ ਸੀ ਪੰਜਾਬੀ 'ਚ, ਔਰ ਇਹ ਨੈਸ਼ਨਲ ਬੁੱਕ ਟਰਸਟ ਨੇ ਛਾਪਿਆ। ਅਤੇ ਉਹ ਨਾਵਲ ਪੜ੍ਹ ਕੇ ਤੁਹਾਨੂੰ ਪਤਾ ਲੱਗਦਾ ਕਿ ਇਹ ਵਾਕਈ ਜਿਹੜੇ ਹੈਗੇ ਆ ਸ਼ਾਹਕਾਰ ਨਾਵਲ ਹੈਗੇ ਆ, ਕਿਉਂਕਿ ਹੁਣ ਵੀ ਉਹ ਉਨੇ ਪ੍ਰਸੰਗਿਕ ਹੈਗੇ ਆ, ਉਨੇ ਅਰਥਵਾਨ ਹੈਗੇ ਆ ਜਿੰਨੇ ਉਹ ਕਿਸੇ ਵੇਲੇ ਲਿਖੇ ਗਏ ਸੀਗੇ। ਜਿਵੇਂ ਆਪਣਾ ਇਹਦਾ ਕੀ ਨਾਂ ਹੈ ਰੋਬਿਨਸਨ ਕਰੂਸੋ, ਡੇਨੀਅਲ ਡੈਫੋ ਦਾ, ਇਹਦੇ 'ਚ ਵੀ ਤੁਸੀਂ ਬਹੁਤ ਸਾਰਾ ਜ਼ਿਕਰ ਕੀਤਾ ਵੀ ਆਪਣੇ ਆਪ 'ਚ ਉਹ ਇੱਕ। ਹਾਂ ਡੇਨੀਅਲ ਡੈਫੋ ਦੇਖੋ ਇਹਦੇ ਵਿੱਚ ਇੱਕ ਕਮਾਲ ਦੀ ਗੱਲ ਇਹ ਹੈ ਕਿ ਉਹ ਬੰਦਾ ਕਿੰਨੇ ਸਾਲ 20 ਸਾਲ ਇੱਕ ਅਣਜਾਣ ਟਾਪੂ ਦੇ ਉੱਤੇ ਇਕੱਲਾ ਕੱਟ ਰਿਹਾ, ਠੀਕ ਹੈ। ਕਿੰਨੀ ਉਸ ਦੇ ਵਿੱਚ ਇੱਕ ਐਂਡਿਓਰੈਂਸ ਹੈਗੀ ਆ ਆਦਮੀ ਦੇ ਵਿੱਚ, ਕਿੰਨੀ ਕੈਪੈਸਿਟੀ ਹੈਗੀ ਐਂਡਿਓਰੈਂਸ ਦੀ। ਰੂਸੋ ਨੇ ਇਹ ਨਾਵਲ ਪੜ੍ਹ ਕੇ ਕਿਹਾ ਕਿ ਇਹ ਨਾਵਲ ਪੜ੍ਹ ਕੇ ਐਂ ਲੱਗਦਾ ਕਹਿੰਦਾ ਕਿ ਜੇ ਕਿਸੇ ਵੇਲੇ ਪਰਲੋ ਆ ਜਾਏ, ਅੰਤ ਹੋ ਜਾਏ ਧਰਤੀ ਦਾ, ਕਿਸੇ ਜਗ੍ਹਾ 'ਤੇ ਕੋਈ ਰੋਬਿਨਸਨ ਕਰੂਸੋ ਵਰਗਾ ਇੱਕ ਬੰਦਾ ਬਚ ਜਾਏ ਤਾਂ ਸਮਝ ਲਓ ਵੀ ਮਾਨਵ ਜਾਤੀ ਸੇਫ ਹੈ। ਐਡੀ ਉਹ ਗੱਲ ਹੈ ਉਹਦੇ 'ਚ, ਕਿੱਡੀ ਵੱਡੀ ਗੱਲ ਹੈ। ਮਤਲਬ ਇੱਕ ਸਰਵਾਈਵਲ ਜਿਹੜੀ ਹੈਗੀ ਹੈ ਇੱਕ ਬੰਦੇ ਦੀ, ਤੁਸੀਂ ਅਨਇਮੈਜਿਨ ਤੁਸੀਂ ਇੱਕ ਕਲਪਨਾ ਕੀਤੀ ਹੈ ਉਸਨੇ ਕਿ ਉਹ ਇਕੱਲਾ ਆਦਮੀ ਹੈ, ਉਹ ਇੱਕ ਪੂਰੀਆਂ ਕੁਦਰਤ ਹੈਗੀ ਹੈ, ਔਰ ਕੁਦਰਤ ਦੇ ਵਿੱਚ ਕਿੰਨੀ ਹਿੰਸਕ ਪਸ਼ੂ ਵੀ ਹੈਗੇ ਹੈ। ਰਾਤ ਆਉਂਦੀ ਹੈ ਤਾਂ ਡਰ ਲੱਗਦਾ, ਤੂਫਾਨ ਆਉਂਦੇ ਆ, ਵਾਹ ਵਰੋਲੇ ਚੱਲਦੇ ਆ, ਅਤੇ ਉਹ ਬੰਦਾ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਉਹ ਉੱਥੇ ਖੜ੍ਹਾ ਹੈ। ਅਤੇ ਕਈਆਂ ਨੇ ਇਹਦੇ ਵਿੱਚ ਇਹ ਦੇਖਿਆ ਕਿ ਅਰਥ ਲੱਭੇ ਵੀ ਇਹ ਜਿਹੜੀ ਇੰਪੀਰੀਅਲਿਜ਼ਮ, ਇੰਗਲੈਂਡ ਦੀ ਇੰਪੀਰੀਅਲਿਜ਼ਮ ਹੈਗੀ ਹੈ ਕਿ ਹਰ ਜਗ੍ਹਾ 'ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਦੇ ਝੰਡੇ ਗੱਡੇ ਆ ਅਤੇ ਚਲੇ ਜਾਓ ਅਤੇ ਹਾਂ ਆਪਦਾ ਸਾਮਰਾਜ ਕਰ ਲਓ, ਜਿੱਦਾਂ ਰੋਬਿਨਸਨ ਕਰੂਸੋ ਨੇ ਆਪਦਾ ਸਾਮਰਾਜ ਸਥਾਪਿਤ ਕਰ ਲਿਆ। ਅਤੇ ਕਿੰਨੇ ਮਤਲਬ ਹਰ ਯੁੱਗ ਦੇ ਵਿੱਚ ਇਸ 'ਚੋਂ ਇੱਕ ਨਵੇਂ ਅਰਥ ਕੱਢੇ ਗਏ। ਸਾਨੂੰ ਜਦੋਂ ਬਚਪਨ 'ਚ ਪੜ੍ਹਿਆ ਤਾਂ ਮੇਰੇ ਵੱਡੇ ਭਰਾ ਮੈਨੂੰ ਕਿਹਾ ਕਰਦੇ ਸੀ ਜਦੋਂ ਕਹਾਣੀ ਪੂਰਾ ਨਾਵਲ ਪੜ੍ਹਿਆ ਤੁਸੀਂ? ਮੈਂ ਬਚਪਨ 'ਚ ਇਹਦੇ ਕਈ ਵਰਸ਼ਨ ਆਉਂਦੇ ਨੇ ਜੀ ਰੋਬਿਨਸਨ ਕਰੂਸੋ ਦੇ, ਬੱਚਿਆਂ ਦੇ ਐਡੀਸ਼ਨ ਵੀ ਆਉਂਦੇ ਆ ਜੀ ਚਿਲਡਰਨ ਬੁੱਕਸ ਦੇ ਵਿੱਚ। ਤਾਂ ਬਚਪਨ 'ਚ ਮੈਂ 5ਵੀਂ 7ਵੀਂ ਕਲਾਸ 'ਚ ਇਹ ਨਾਵਲ ਪੜ੍ਹਿਆ। ਸਭ ਤੋਂ ਵੱਡੇ ਭਰਾ ਤੋਂ ਮੈਂ ਇਹਦੀ ਕਹਾਣੀ ਸੁਣੀ ਤਾਂ ਉਹਨਾਂ ਨੇ ਹਮੇਸ਼ਾ ਇਸ ਦੇ ਵਿੱਚੋਂ ਇਹ ਸਿੱਖਿਆ ਦਿੱਤੀ ਵੀ ਤੁਸੀਂ ਅਭਿਆਸ ਦੇ ਨਾਲ ਜੇ ਕਰਦੇ ਹੋ ਤਾਂ ਕੁਝ ਸਿੱਖਦੇ ਹੋ, ਕਰੋ ਔਰ ਸਿੱਖੋ, ਆਪਦੇ ਹੱਥ ਨਾਲ ਕੰਮ ਕਰੋ ਅਤੇ ਫਿਰ ਉਸ ਤੋਂ ਜਿਹੜੀ ਹੈਗੀ ਹੈ ਕੋਈ ਸਿੱਖਿਆ ਪ੍ਰਾਪਤ ਕਰੋ। ਉਹ ਇਕੱਲਾ ਬੰਦਾ ਜਿਹੜਾ ਹੈਗਾ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਉਹ ਆਪਦੀਆਂ ਪੂਰੀਆਂ ਕਰ ਰਿਹਾ ਨਿਸ਼ਚਿਤ। ਅਤੇ ਇਸ ਕਰਕੇ ਇਸ ਦੇ ਬੜੇ ਮੁੱਲਵਾਨ ਅਰਥ ਹੈਗੇ ਇਸ ਨਾਵਲ ਦੇ। ਅੱਛਾ ਤੁਸੀਂ ਨਾ ਆਪਣੇ 4 ਤੁਹਾਡੇ ਉਹ ਕਿਤਾਬਾਂ ਨੇ ਵੱਖ-ਵੱਖ, ਜਿਹਦੇ ਸ਼ਾਹਕਾਰ ਦਾ ਤੁਸੀਂ ਜ਼ਿਕਰ ਹੈ, 100 ਨਾਵਲ ਹੈ ਮੇਰੇ ਖਿਆਲ ਸੰਸਾਰ ਭਰ ਦੇ। ਮੈਂ ਇਹਦੇ ਵਿੱਚ 56 ਨਾਵਲ ਹੈ ਜੀ, ਅਤੇ 5ਵੀਂ ਐਡੀਸ਼ਨ 5ਵਾਂ ਛਪ ਰਿਹਾ ਭਾਗ 10 ਉਸ ਦੇ ਵਿੱਚ ਹੈ, ਅਤੇ ਇਸ ਤਰੀਕੇ ਨਾਲ 66 ਹੋ ਜਾਣਗੇ ਅਤੇ 5 ਵੋਲੀਅਮਸ ਹੋ ਜਾਣਗੀਆਂ। ਅਤੇ ਮੇਰੇ ਪ੍ਰਕਾਸ਼ਕ ਦਾ ਇਹ ਸਿੰਘ ਬ੍ਰਦਰਜ਼ ਹੈਗੇ ਹੈ, ਗੁਰਸਾਗਰ ਸਿੰਘ ਜੀ ਦਾ ਵਿਚਾਰ ਇਹ ਹੈ ਕਿ 66 ਨਾਵਲਾਂ ਨੂੰ ਇੱਕ ਜਿਲਦ ਦੇ ਵਿੱਚ ਛਾਪਿਆ ਜਾਵੇ ਤਾਂ ਕਿ ਇੱਕ ਜਿਹੜੇ 66 ਨਾਵਲ ਹੈਗੇ ਉਹ ਪਾਠਕ ਦੀ ਮੇਜ਼ ਦੇ ਉੱਤੇ ਉਹਦੇ ਸਿਰਹਾਣੇ ਜਿਹੜੇ ਹੈਗੇ ਆ, ਮਤਲਬ 66 ਨਾਵਲਾਂ ਦਾ ਮਤਲਬ ਇੱਕ ਲਾਇਬ੍ਰੇਰੀ ਹੈਗੀ ਹੈ। ਉਹ ਤਾਂ ਵੱਡਾ ਹੋ ਜਾਏਗਾ, ਬਹੁਤ ਵੱਡਾ ਤੁਹਾਡੇ ਸਿਰਹਾਣੇ ਪਈ ਹੈ। 1200-1300 ਸਫ਼ੇ ਪਰ ਅੱਜ ਕੱਲ੍ਹ ਉਹ ਲਾਈਟ ਵੇਟ ਦੇ ਪੇਜਿਸ ਆਉਂਦੇ ਆ ਜੀ। ਤਾਂ ਕਲੈਕਟਰ ਦਾ ਇੱਕ 5 ਕਿਤਾਬਾਂ ਦੀ ਬਜਾਏ ਇੱਕ ਕਿਤਾਬ ਹੋ ਜਾਣੀ, ਮਤਲਬ ਆਪਦੀ ਚੋਇਸ ਹੈਗੀ ਹੈ, ਪਰ ਉਹ ਇਕੱਠੇ ਹੋ ਜਾਣਗੇ ਸਾਰੇ ਜੀ। 66 ਨਾਵਲ ਹੋ ਗਏ ਹੁਣ ਤੱਕ।
ਅੱਛਾ, ਤੁਸੀਂ ਇਹਦੇ 'ਚ ਗੋਦਾਨ ਦਾ ਜ਼ਿਕਰ ਹੈ, ਸ਼ਾਹਕਾਰ 'ਚ ਆਪਣੇ ਦੇਵਦਾਸ ਦਾ ਜ਼ਿਕਰ ਹੈ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਖੈਰ ਆਪਾਂ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਵੀ ਸੁਣਾਈਏ। ਪੰਜਾਬੀ ਦੇ ਤੁਹਾਨੂੰ ਲੱਗਦਾ ਵੀ ਕੋਈ ਇੱਦਾਂ ਦਾ ਸ਼ਾਹਕਾਰ ਨਾਵਲ ਜਾਂ ਇੱਦਾਂ ਦੀ ਕੋਈ ਲਿਖਤ ਹੈ ਜਿਹੜੀ ਆਪਾਂ ਇੱਦਾਂ ਰੱਖ ਸਕਦੇ ਹਾਂ ਵੀ ਆ? ਹਾਂ ਹਾਂ, ਸਾਡੇ ਪਰ ਆਏ ਇੱਕ ਹੋਰ ਸਵਾਲ ਵੀ ਆ, ਮੇਰੇ ਖਿਆਲ ਤੁਸੀਂ ਤਾਂ ਜ਼ਿਕਰ ਨਾ ਕਰਿਆ ਵੀ ਕੱਲ੍ਹ ਨੂੰ ਕੋਈ ਕਹੇਗਾ ਮੇਰਾ ਨਾਵਲ ਨਹੀਂ ਲਿਆ, ਤੂੰ ਮੇਰਾ ਲਿਆ, ਅਤੇ ਸਾਡੇ ਆਪਣੇ ਬਾਰੇ ਵਿਵਾਦ ਖੜਾ ਹੋ ਜੇ। ਨਹੀਂ, ਇਸ ਤਰ੍ਹਾਂ ਹੈਗਾ ਜੀ, ਹਰ ਭਾਸ਼ਾ ਦਾ, ਦੁਨੀਆ ਦੀਆਂ ਜਿੰਨੀਆਂ ਭਾਸ਼ਾਵਾਂ ਹੈਗੀਆਂ ਉਸ ਦੇ ਵਿੱਚ ਅਲੱਗ-ਅਲੱਗ ਭਾਸ਼ਾ ਦੇ ਵਿੱਚ ਉਹਨਾਂ ਦੇ ਸ਼ਾਹਕਾਰ ਨਾਵਲ ਹੈਗੇ ਹੈ। ਅਤੇ ਇਸੇ ਤਰੀਕੇ ਨਾਲ ਘੱਟੋ ਘੱਟ ਮੈਂ ਇੱਕੋ ਸਾਹ ਦੇ ਵਿੱਚ 5-10 ਨਾਵਲ ਐਸੇ ਪੰਜਾਬੀ ਦੇ ਗਿਣ ਸਕਦਾ ਜਿਹਦੇ ਉੱਤੇ ਮੈਂ ਸਮਝਦਾ ਕਿ ਲੋਕ ਮਤ, ਇੱਕ ਮਤ ਹੋਏਗਾ, ਜਿੱਦਾਂ ਚਿੱਟਾ ਲਹੂ ਹੈ, ਪਵਿੱਤਰ ਪਾਪੀ ਹੈ ਨਾਨਕ ਸਿੰਘ ਜੀ ਦਾ, ਜਸਵੰਤ ਸਿੰਘ ਕੰਵਲ ਦਾ ਪੂਰਨਮਾਸੀ ਹੈ, ਜਾਂ ਕੋਈ ਸਿਵਲ ਲਾਈਨ ਵੀ ਕਹਿ ਸਕਦਾ, ਕੋਈ ਹੋਰ ਕਹਿ ਸਕਦਾ। ਚਲੋ ਮੈਂ ਹੁਣ ਪੂਰਨਮਾਸੀ ਨੂੰ ਉਹ ਗਿਣਦਾ। ਗੁਰਦਿਆਲ ਸਿੰਘ ਹੋਰਾਂ ਦਾ ਅਣਹੋਏ ਹੈ ਜੀ, ਅਣਹੋਏ ਨੂੰ ਮੈਂ ਵਾਕਿਆ ਕਲਾਸਿਕ ਨਾਵਲ ਗਿਣਦਾ ਪੰਜਾਬੀ ਦਾ। ਮੜੀ ਦਾ ਦੀਵਾ ਵੀ ਬਹੁਤ ਬੜਾ, ਸਭ ਤੋਂ ਪਹਿਲਾਂ ਉਸ ਦੇ ਵਿੱਚ ਮੜੀ ਦਾ ਦੀਵਾ ਪੰਜਾਬੀ ਦੀ ਸਾਡੀ ਅਧਿਆਤਮਕ ਪਰੰਪਰਾ 'ਚੋਂ ਕਿੰਨੀ ਵੱਡੀ ਗੱਲ ਕਹਿੰਦੇ ਉਹ ਕਿ ਬੰਦਿਆਂ ਤਿਆਰੀਆਂ ਦੱਸ ਦਈਆਂ, ਇੱਕੋ ਗਈ ਵਿਆਹ 9 ਕਿੱਧਰ ਗਈਆਂ। ਤਾਂ ਇੱਕ ਉਹ ਫਿਲੋਸੋਫੀਕਲ ਨੇਚਰ ਦਾ ਨਾਵਲ ਹੈ। ਸੁਖਬੀਰ ਜੀ ਦਾ ਨਾਵਲ ਸੜਕਾਂ 'ਤੇ ਕਮਰੇ, ਇੱਕ ਪੂਰਾ ਬੰਬਈ ਸ਼ਹਿਰ ਹੈ, ਉਹ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਕਰੈਕਟਰ ਬਣ ਕੇ ਉਭਰਦਾ। ਦਲੀਪ ਕੌਰ ਟਿਵਾਣਾ ਦਾ ਨਾਵਲ ਇਹੋ ਹਮਾਰਾ ਜੀਵਣਾ ਹੈ। ਤਾਂ ਤੂਤਾਂ ਵਾਲਾ ਖੂਹ ਹੈ ਸੀਤਲ ਸਾਹਿਬ ਦਾ। ਤਾਂ ਐਸੇ ਰਾਮ ਸਰੂਪ ਅਣਖੀ ਜੀ ਦਾ ਜਿਹੜਾ ਹੈਗਾ ਕੋਠੇ ਖੜਕ ਸਿੰਘ, ਹਾਂ, ਇਹ ਕੁਛ 8-10 ਨਾਵਲ ਹੈਗੇ ਹੈ ਜਿਹੜੇ ਕਿ ਯਾਦਗਾਰੀ ਨਾਵਲ ਹੈਗੇ ਹੈ, ਸਾਡੀ ਜ਼ੁਬਾਨ ਦੇ ਜਿਹੜੇ ਹੈਗੇ ਹੈ, ਇਹ ਸ਼ਾਹਕਾਰ ਨਾਵਲ ਹੈਗੇ ਹੈ। ਅਤੇ ਇਹਨਾਂ ਦੇ ਉੱਤੇ ਵੀ ਕੰਮ ਜ਼ਰੂਰ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਸੰਸਾਰ ਸਾਹਿਤ ਹੈ ਜਿਹੜਾ ਉਹਨੂੰ ਪੜ੍ਹਨਾ ਜ਼ਰੂਰੀ ਹੈ, ਜਾਂ ਬਹੁਤ ਸਾਰੇ ਇਹ ਵੀ ਰੌਲਾ ਪੈਂਦਾ ਹੈ ਕਿ ਸਾਡੇ 'ਚ ਘਟੀਆਪਣਾ ਹੈ, ਅਸੀਂ ਬਾਹਰਿਆਂ ਵਾਲੀ ਸਿਫਤਾਂ ਕਰਦੇ ਹਾਂ ਅਤੇ ਆਪਣੇ ਨੂੰ ਅਸੀਂ ਕਹੀ ਨੇ ਤਾਂ ਪਤਾ ਐਵੇਂ ਨਹੀਂ ਲਿਖੀ ਜਾਂਦਾ? ਨਹੀਂ ਨਹੀਂ, ਇਹ ਨਹੀਂ ਹੈ। ਇੱਕ ਨੇ ਮੈਨੂੰ ਕਿਹਾ ਕਿ ਅਬੋਹਰ ਫਾਜ਼ਿਲਕਾ ਦੇ ਲਾਗੇ ਤੋਂ ਇੱਕ ਪ੍ਰਕਾਸ਼ ਸਿੰਘ ਨਾਮੀ ਬੰਦਾ ਮੈਨੂੰ ਮਿਲਣ ਆਇਆ, ਅਤੇ ਉਹਨਾਂ ਨੇ ਆ ਕੇ ਮੈਨੂੰ ਕਿਹਾ ਵੀ ਮੈਂ ਤਾਂ ਤੁਹਾਡੀ ਇਸ ਕਰਕੇ ਸਿਫਤ ਕਰਦਾ ਹੈ ਕਿ ਤੁਸੀਂ ਸਾਡਾ ਪਰਿਵਾਰ ਵੱਡਾ ਕਰਤਾ। ਮਤਲਬ ਉਸ ਵੇਲੇ ਪਾਰਟ 1 ਹੀ ਛਪਿਆ ਸੀ, 25 ਨਾਵਲ ਸੀ। ਹੁਣ 25 ਨਾਵਲਾਂ ਦੇ ਵਿੱਚ ਆਪਾਂ ਜਦੋਂ ਕਿੰਨੇ ਕਰੈਕਟਰ ਹੈਗੇ ਆ, ਉਹ ਸਾਰੇ ਕਰੈਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਜਾਣਨ ਲੱਗਦੇ ਹਾਂ, ਉਹਨਾਂ ਨਾਲ ਅਸੀਂ ਇੱਕਮਿਕ ਮਹਿਸੂਸ ਕਰਦੇ ਹਾਂ, ਤਾਂ ਉਹ ਸਾਡੇ ਪਰਿਵਾਰ ਦੇ ਮੈਂਬਰ ਬਣ ਜਾਂਦੇ। ਸਾਹਿਤ ਮਨਜੀਤ ਜੀ ਐਸਾ ਪੁੱਲ ਹੈ ਜਿਹੜੀ ਸਾਰੀ ਮਨੁੱਖ ਜਾਤੀ ਨੂੰ ਜੋੜਦਾ, ਜਿੱਥੇ ਨਾ ਕੋਈ ਜਾਤ ਪਾਤ ਦਾ ਤਲਕ ਹੈ, ਨਾ ਕੋਈ ਭੂਗੋਲਿਕ ਅਵਸਥਾ ਦਾ ਤਲਕ ਹੈ, ਨਾ ਕੋਈ ਦੇਸ਼ ਵੱਖਰਾ ਹੈ। ਕਿਉਂ? ਮਨੁੱਖ ਕਿਸੇ ਹਿੱਸੇ 'ਚ ਵੀ ਹੈ ਦੁਨੀਆ ਦੇ, ਉਹ ਇੱਕੋ ਤਰੀਕੇ ਨਾਲ ਹੱਸਦਾ, ਇੱਕੋ ਤਰੀਕੇ ਨਾਲ ਰੋਂਦਾ। ਜਿੱਦਾਂ ਟੋਲਸਟਾਏ ਨੇ ਐਨਾ ਕਾਰਨੀਨਾ ਨਾਵਲ ਦੇ ਸ਼ੁਰੂ ਦੇ ਵਿੱਚ ਹੀ ਲਿਖਿਆ ਹੈ ਕਿ ਆਲ ਫੈਮਿਲੀਜ਼ ਆਰ ਹੈਪੀ ਇਨ ਦਾ ਸੇਮ ਵੇ ਬਟ ਅਨਹੈਪੀ ਇਨ ਇਟਸ ਓਨ ਵੇ। ਦੁਨੀਆ ਦੇ ਸਾਰੇ ਪਰਿਵਾਰ ਇੱਕੋ ਤਰੀਕੇ ਨਾਲ, ਇੱਕੋ ਢੰਗ ਨਾਲ ਖੁਸ਼ ਹੁੰਦੇ ਆ, ਸੁਖੀ ਹੁੰਦੇ ਆ, ਅਤੇ ਆਪਣੇ ਆਪਣੇ ਢੰਗ ਨਾਲ ਦੁਖੀ ਹੁੰਦੇ ਆ। ਸਾਡੇ ਝੋਰੇ, ਸਾਡੇ ਦੁੱਖਾਂ ਦਾ, ਸਾਡੇ ਸੰਤਾਪਾਂ ਦਾ ਕਾਰਨ ਜਿਹੜਾ ਹੈਗਾ ਉਹ ਵੱਖਰਾ ਵੱਖਰਾ ਹੁੰਦਾ। ਖੁਸ਼ੀ ਦਾ ਹੈ ਕਿ ਵਿਆਹ ਹੋ ਗਿਆ, ਬੱਚਾ ਜੰਮ ਪਿਆ, ਨੌਕਰੀ ਮਿਲ ਗਈ, ਸਾਰੀ ਦੁਨੀਆ 'ਚ ਐਸੇ ਗੱਲ ਦੀ ਇੱਕੋ ਕਿਸਮ ਦੀ ਕਾਰਨਾਂ ਕਰਕੇ ਖੁਸ਼ੀ ਹੁੰਦੀ ਹੈ। ਅਤੇ ਡਿਫਰੈਂਟ ਕਾਰਨ ਹਰ ਇੱਕ ਆਦਮੀ ਦੇ ਦੁੱਖ ਦੇ। ਨਾਨਕ ਦੁਖੀਆ ਸਭ ਸੰਸਾਰ, ਪਰ ਉਹਦਾ ਦੁੱਖ ਦਾ ਕਾਰਨ ਵੱਖਰਾ ਵੱਖਰਾ ਹਰ ਇੱਕ ਆਦਮੀ ਦਾ ਹੈਗਾ। ਤਾਂ ਜਦੋਂ ਅਸੀਂ ਐਨਾ ਕਾਰਨੀਨਾ ਨੂੰ ਗੱਡੀ ਥੱਲੇ ਆਪਦਾ ਸਿਰ ਦੇ ਕੇ ਆਤਮ ਹੱਤਿਆ ਕਰਦੇ ਦੇਖਦੇ ਹਾਂ, ਤਾਂ ਸਾਨੂੰ ਉਸ ਵੇਲੇ ਮਹਿਸੂਸ ਹੁੰਦਾ ਵੀ ਜਿੱਦਾਂ ਆਪਦਾ ਧੜ ਜਿਹੜਾ ਹੈਗਾ ਉਹ ਵੱਖਰਾ ਹੋ ਰਿਹਾ। ਜਦੋਂ ਕਾਫਕਾ ਦੇ ਨਾਵਲ ਦੇ ਟਰਾਇਲ ਦੇ ਵਿੱਚ
ਜੋਸਫ ਕੇ ਦੇ ਢਿੱਡ 'ਚ ਛੁਰਾ ਵੱਜਦਾ ਹੈ ਤਾਂ ਉਦੋਂ ਤਰਾ ਨਿਕਲਦਾ ਵੀ ਮੇਰੇ ਆਪਦੇ ਢਿੱਡ 'ਚ ਛੁਰਾ ਵੱਜਿਆ। ਤਾਂ ਜਦੋਂ ਪੱਥਰ ਕੁੱਟਦਾ ਹੋਰੀ ਜਿਹੜਾ ਹੈਗਾ ਗੋਦਾਨ ਦੇ ਵਿੱਚ ਬੇਹੋਸ਼ ਹੋ ਕੇ ਡਿੱਗਦਾ ਤਾਂ ਉਦੋਂ ਲੱਗਦਾ ਹੈ ਵੀ ਸਾਡੇ ਗੁਆਂਢ 'ਚ ਰਹਿੰਦਾ ਜਿਹੜਾ ਬਿਸ਼ਨਾ ਉਹ ਪੱਥਰ ਕੁੱਟਦਾ ਡਿੱਗ ਪਿਆ। ਤਾਂ ਇਹ ਜਿਹੜੀ ਭਾਵਨਾਤਮਕ ਸਾਂਝ ਹੈ ਨਾ ਜੀ ਕਰੈਕਟਰਸ ਦੇ ਵਿੱਚ, ਉਸ ਵੇਲੇ ਲੱਗਦਾ ਵੀ ਕੋਈ ਵਿਤਕਰਾ ਹੀ ਕੋਈ ਨਹੀਂ ਹੈ, ਸਾਡਾ ਕੋਈ ਫਰਕ ਹੀ ਕੋਈ ਨਹੀਂ ਹੈ। ਜੀਓਗ੍ਰਾਫੀਕਲ ਅਸੀਂ ਇੱਕ ਵੱਖਰੇ ਭੂਗੋਲਿਕ ਖਿੱਤੇ 'ਚ ਪੈਦਾ ਹੋਏ ਹਾਂ, ਇੱਕ ਵੱਖਰੀ ਗੱਲ ਹੈ। ਵੱਖਰੀ ਜ਼ੁਬਾਨ ਬੋਲਦੇ ਹਾਂ, ਕੋਈ ਗੱਲ ਨਹੀਂ, ਕਿਉਂਕਿ ਉਸ ਖਿੱਤੇ 'ਚੋਂ ਸਿੱਖੀ ਹੈ। ਪਹਿਰਾਵਾ ਸਾਡਾ ਵੱਖਰਾ ਹੈਗਾ, ਸਾਡੇ ਕੋਈ ਆਚਾਰ ਵਿਹਾਰ ਵੱਖਰਾ ਹੈਗਾ, ਵੱਖਰੀ ਗੱਲ ਹੈ। ਪਰ ਮਨੁੱਖ ਦੇ ਤੌਰ 'ਤੇ ਜਿਹੜੇ ਸਾਡੀਆਂ ਹਾਸੇ ਹੈ, ਸਾਡੇ ਮੁਸਕਾਨ ਹੈ, ਉਹ ਸਾਰੇ ਠੀਕ ਹੈ। ਇਸ ਕਰਕੇ ਲਿਟਰੇਚਰ ਜਿਹੜਾ ਹੈਗਾ, ਸਾਹਿਤ ਜਿਹੜਾ ਹੈਗਾ, ਇਸ ਦੇ ਵਿੱਚ ਕਿਸੇ ਵੀ ਧਰਮ ਦਾ, ਕਿਸੇ ਵੀ ਉਸ ਦਾ ਰੌਲਾ ਨਹੀਂ ਹੈ। ਯੂਰਪ ਦਾ ਨਾਵਲ, ਰਸ਼ੀਆ ਦਾ ਨਾਵਲ, ਉਹ ਦੂਰ ਦਰਾਜ਼ ਜਿਹੜਾ ਹੈਗਾ ਉਹ ਇਸਮਾਈਲ ਕਾਦਰੇ ਬੈਠਾ ਲਿਖ ਰਿਹਾ ਹੈ, ਉਹ ਜਨਰਲ ਆਫ ਦਾ ਡੈਡ ਆਰਮੀ, ਜਾਂ ਜਰਮਨੀ 'ਚ ਬੈਠਾ ਗੁੰਟਰ ਗ੍ਰਾਸ ਟਿਨ ਡਰਮ ਲਿਖ ਰਿਹਾ। ਤਾਂ ਉਹ ਸਾਰੇ ਹੀ ਜਿਹੜੀਆਂ ਹੈਗੀਆਂ ਉਹ ਚੀਜ਼ਾਂ ਸਾਨੂੰ ਆਪਦੀਆਂ ਲੱਗਦੀਆਂ। ਤਾਂ ਸਾਰਵਭੌਮਿਕ ਜਿਹੜੀ ਯੂਨੀਵਰਸਲ ਬ੍ਰਦਰਹੁੱਡ ਔਰ ਯੂਨੀਵਰਸਲ ਜਿਹੜੀ ਏਕਤਾ, ਮੈਂ ਸਮਝਦਾ ਕਿ ਜਿਹੜੀ ਬਰੋਡ ਮਾਈਂਡਡਨੈਸ ਹੈ ਨਾ ਜੀ, ਜਿਹੜੀ ਵਿਸ਼ਾਲਤਾ ਹੈ ਆਪਦੀ ਸੋਚ ਦੇ ਵਿੱਚ, ਉਹ ਵਿਸ਼ਵ ਸਾਹਿਤ ਪੜ੍ਹ ਕੇ ਹੀ। ਅੱਛਾ, ਇੱਕ ਮਾੜਾ ਜਿਹਾ ਦੱਸ ਦਿਓ, ਜਿਹੜੇ 56 ਨਾਵਲ ਤੁਸੀਂ ਤੇ ਦਰਜ ਕੀਤੇ 4 ਹਿੱਸਿਆਂ 'ਚ, ਤੇ ਇਹ ਨਾਵਲ ਮਤਲਬ ਕਿ ਪੂਰੇ ਨਹੀਂ ਹੈਗੇ ਤੇ ਤੁਸੀਂ ਆਪਣੇ ਉਹਦੇ 'ਚ ਬਿਆਨ ਕੀਤੇ ਕਥਨ 'ਚ, ਉਹਦੇ ਬਾਰੇ ਮਾੜਾ ਜਿਹਾ ਦੱਸੋ ਕਿ ਬੰਦਾ ਪੁੱਛਣਾ ਚਾਹੇ ਸਵਾਲ ਵੀ ਕਿਤਾਬ 'ਚ ਸਾਰੇ ਨਾਵਲ, ਹਾਂ ਕਈ ਕਹਿੰਦੇ ਵੀ ਤੇ ਸਾਰੇ ਨਾਵਲ ਇਕੱਠੇ ਹੋ ਗਏ। ਇਹ ਬਹੁਤ ਤੁਸੀਂ ਇਹਨਾਂ ਜ਼ਿਆਦਾਤਰ ਇਹਨੂੰ ਕਹਿੰਦੇ ਵੀ ਇਹ ਅਨੁਵਾਦ ਹੈ, ਇਹ ਅਨੁਵਾਦ ਨਹੀਂ ਹੈ ਜੀ। ਤੁਸੀਂ ਇਹ ਨਾਵਲ ਅੰਗਰੇਜ਼ੀ 'ਚ ਪੜ੍ਹੇ? ਹਾਂ, ਮੈਂ ਤਾਂ ਇੰਗਲਿਸ਼ 'ਚ ਅੰਗਰੇਜ਼ੀ 'ਚ ਹੀ ਪੜ੍ਹੀ ਹੈ ਜੀ, ਕਿਉਂਕਿ ਕਿਸੇ ਵੀ ਭਾਸ਼ਾ, ਕਿਉਂਕਿ ਮੈਨੂੰ ਫਰੈਂਚ ਵੀ ਨਹੀਂ ਆਉਂਦੀ ਜੀ, ਸਪੈਨਿਸ਼ ਨਹੀਂ ਆਉਂਦੀ, ਤਾਂ ਅੰਗਰੇਜ਼ੀ ਦੇ ਵਿੱਚ ਸਾਰੀਆਂ ਭਾਸ਼ਾਵਾਂ ਦੇ ਜਿਹੜੇ ਉਮਦਾ ਨਾਵਲ ਹੈਗੇ ਉਹ ਟਰਾਂਸਲੇਟ ਹੋਏ ਹੈ, ਅਤੇ ਮੈਂ ਅੰਗਰੇਜ਼ੀ ਤੋਂ ਇਹ ਪੜ੍ਹ ਕੇ ਕੀਤੇ ਹੈ। ਇਹਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਬਾਤਾਂ ਪਾਉਂਦੇ ਹਾਂ ਨਾ ਜੀ, ਕੋਈ ਉਸ ਤਰੀਕੇ ਦੇ ਨਾਲ ਮੈਂ ਤਾਂ ਪੁਨਰ ਕਥਨ ਕੀਤਾ, ਰੀਟੈਲਿੰਗ ਕੀਤੀ ਹੈ। 3 ਹਿੱਸੇ ਹੈਗੇ ਆ ਇਸ ਦੇ। ਨਾਵਲਿਸਟ ਵਾਸਤੇ ਪਹਿਲਾਂ ਮੈਂ ਦੱਸ ਦਿਆਂ ਜੀ, ਨਾਵਲਕਾਰ ਵਾਸਤੇ, ਫਿਰ ਨਾਵਲਕਾਰ ਦੇ ਸਮਾਂ, ਉਸ ਵੇਲੇ ਦੇ ਟਾਈਮਸ ਕਿਹੋ ਜਿਹੇ ਸੀਗੇ, ਉਸ ਵੇਲੇ ਦੀਆਂ ਸਮਾਜਿਕ, ਆਰਥਿਕ, ਰਾਜਨੀਤਿਕ ਸਥਿਤੀਆਂ ਕਿਹੋ ਜਿਹੀਆਂ ਸੀਗੀਆਂ, ਉਹਨਾਂ ਵਾਸਤੇ ਲਿਖਦਾ। ਤਾਂ ਉਸ ਤੋਂ ਬਾਅਦ ਉਹਦੇ ਕੰਪਲੀਟ ਵਰਕਸ ਕਿੰਨੇ ਉਹਦੇ ਨਾਵਲ ਹੈਗੇ ਆ, ਕਿੱਦਾਂ ਦੇ ਹੈਗੇ ਆ, ਅਤੇ ਇਸ ਨੂੰ ਪਾਰਟੀਕੂਲਰ ਨਾਵਲ ਨੂੰ, ਵਿਸ਼ੇਸ਼ ਨਾਵਲ ਨੂੰ ਅਸੀਂ ਸ਼ਾਹਕਾਰ ਕਿਉਂ ਮੰਨਦੇ ਹਾਂ। ਫਿਰ ਉਸ ਤੋਂ ਬਾਅਦ ਉਸ ਨਾਵਲ ਦੀ ਜਿਹੜੀ ਕਹਾਣੀ ਹੈ ਉਹ ਮੈਂ ਆਪਦੇ ਸ਼ਬਦਾਂ ਦੇ ਵਿੱਚ ਬਿਆਨ ਕਰਦਾ, ਅਤੇ ਉਹ ਕਿਤੇ ਕਿਤੇ ਉਸ ਦੇ ਵਿੱਚ ਟਿੱਪਣੀਆਂ ਵੀ ਜਿਹੜੀਆਂ ਹੈਗੀਆਂ ਉਹ ਮੇਰੀਆਂ ਹੈਗੀਆਂ। ਤਾਂ ਜਦੋਂ ਅਸੀਂ ਕਿਸੇ ਵੀ ਗੱਲ ਨੂੰ ਅਸੀਂ ਰੀਟੈਲ ਕਰਨ ਲੱਗਦੇ ਹਾਂ ਨਾ ਜੀ, ਫਰਜ਼ ਕਰੋ ਅਸੀਂ ਇੱਕ ਜਲਸਾ ਅਟੈਂਡ ਕਰਕੇ ਆਏ, ਉਹ ਜਲਸਾ ਅਟੈਂਡ ਕਰਕੇ ਆਇਆ ਅਤੇ ਅਸੀਂ ਘਰੇ ਆ ਕੇ ਉਸ ਜਲਸੇ ਦਾ ਜਦੋਂ ਵਰਤਾਂਤ ਦੱਸਦੇ ਹਾਂ ਵੀ ਉਹਨੇ ਇਹ ਬੋਲਿਆ, ਉਹਨੇ ਇਹ ਬੋਲਿਆ, ਉਹਨੇ ਇਹ ਬੋਲਿਆ, ਤਾਂ ਉਹਦੇ ਵਿੱਚ ਕਈ ਕੁਛ ਸਾਡਾ ਆਪਦਾ ਰਲ ਜਾਂਦਾ। ਤਾਂ ਇਸ ਤਰੀਕੇ ਦੇ ਨਾਲ ਹੀ, ਪਰ ਇਹ ਬੜਾ ਜ਼ਿੰਮੇਵਾਰੀ ਵਾਲਾ ਕੰਮ ਹੈ, ਕਿਉਂਕਿ ਕਲਾਸਿਕ ਨਾਵਲ ਹੈਗੇ, ਕੋਈ ਇਕੱਲੇ ਨੇ ਮੈਂ ਤਾਂ ਪੜ੍ਹੀ ਨਹੀਂ ਜੀ, ਇਹ ਤਾਂ ਹਜ਼ਾਰਾਂ ਲੱਖਾਂ ਦੁਨੀਆ ਦੇ ਬੇਸ਼ੁਮਾਰ ਪਾਠਕਾਂ ਨੇ ਬੇਸ਼ੁਮਾਰ ਸਮਿਆਂ ਤੋਂ ਪੜ੍ਹਦੇ ਆ ਰਹੇ ਹੈਗੇ। ਤਾਂ ਇਸ ਕਰਕੇ ਵਫਾਦਾਰੀ, ਜਿਹੜੀ ਟੈਕਸਟ ਨਾਲ ਜਿਹੜੀ ਵਫਾਦਾਰੀ ਹੈਗੀ ਹੈ ਉਹ ਨਿਹਾਇਤ ਜ਼ਰੂਰੀ ਹੈ, ਔਰ ਨਾਵਲ ਦੀ ਆਤਮਾ ਤੱਕ ਪਹੁੰਚਣਾ ਔਰ ਉਸ ਨੂੰ ਪ੍ਰਗਟ ਕਰਨਾ ਪਾਠਕ ਤੱਕ, ਉਹ ਮੇਰਾ ਹੀਲਾ ਰਿਹਾ ਹੈ। ਪਰ ਮੈਨੂੰ ਇਸ ਗੱਲ ਦੀ ਮਨਜੀਤ ਜੀ ਬਹੁਤ ਬੜੀ ਸੰਤੁਸ਼ਟੀ ਹੈ, ਮੈਂ ਬੜੀ ਹਲੀਮੀ ਨਾਲ ਇਹ
ਕਹਿਣਾ ਚਾਹੁੰਦਾ ਕਿ ਇਸ ਕੰਮ ਦੇ ਨਾਲ ਹੀ ਮੈਨੂੰ ਪੰਜਾਬੀ ਜਗਤ ਦੇ ਵਿੱਚ ਮੈਨੂੰ ਸਥਾਨ ਮਿਲਿਆ, ਜਾਣਿਆ ਗਿਆ, ਮੇਰੀ ਪਛਾਣ ਬਣੀ ਹੈ। ਔਰ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਵੀ ਜਿੱਥੇ ਕਿਤੇ ਵੀ ਪੰਜਾਬੀ ਰਹਿੰਦੇ ਹੈ, ਉਹਨਾਂ ਨੇ ਇਹਨਾਂ ਨੂੰ ਪੜ੍ਹਿਆ ਹੀ ਨਹੀਂ, ਇਹਨਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਹੈ, ਮੇਰੀ ਹੌਸਲਾ ਅਫਜ਼ਾਈ ਵੀ ਕੀਤੀ ਹੈ। ਔਰ ਕਈਆਂ ਨੇ ਤਾਂ ਇੱਥੋਂ ਤੱਕ ਵੀ ਕਿਹਾ, ਜਿੱਦਾਂ ਹੁਣ ਮੈਂ ਨਾਮ ਹੀ ਲੈਣਾ, ਪ੍ਰੇਮ ਗੋਰਖੀ ਹੈਗੇ ਸਾਡੇ ਸ਼ਿਵਨਾਥ ਜੀ ਪੋਇਟ ਹੈਗੇ ਹੈ, ਅਤੇ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਸਕੂਲ ਦੀ ਜਾਂ ਕਾਲਜ ਦੀ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਪ੍ਰੇਮ ਗੋਰਖੀ ਨੇ ਮੈਨੂੰ ਜੀਵਨ ਦੇ ਇੱਕ ਵਾਰੀ ਕਿਹਾ ਸੀਗਾ ਕਿ ਯਾਰ ਤੂੰ ਤਾਂ ਸਾਨੂੰ ਅਨਪੜ੍ਹਾਂ ਨੂੰ ਇੰਨਾ ਵੱਡਾ ਵਿਦਵਾਨ ਬਣਾ ਤਾ। ਸ਼ਿਵਨਾਥ ਹੋਰਾਂ ਨੇ ਪਿੱਛੇ ਜੇ ਉਹਨਾਂ ਨੇ ਮੇਰੇ 'ਤੇ ਕਵਿਤਾ ਵੀ ਲਿਖੀ, ਤਾਂ ਉਹਨਾਂ ਨੇ ਵੀ, ਸ਼ਿਵਨਾਥ ਜੀ ਨੇ ਵੀ ਇਹੀ ਗੱਲ ਕਹੀ ਕਿ ਦੇਖੋ ਅਸੀਂ, ਸਾਡੀ ਕਿਸਮਤ 'ਚ ਕਿੱਥੇ ਸੀ ਇਹੋ ਜਿਹੇ ਬੜੇ ਬੜੇ ਨਾਵਲਾਂ ਦੀ ਬੜੀਆਂ ਬੜੀਆਂ ਰਚਨਾਵਾਂ ਦਾ ਅਸੀਂ ਨਾਂ ਹੀ ਨਹੀਂ ਸੁਣਿਆ ਸੀਗਾ। ਤਾਂ ਵਿਦਵਾਨ ਲੋਕ ਹੈਗੇ ਹੈ ਜਾਂ ਕੋਈ ਵੀ ਹੈ, ਮੈਂ ਸਮਝਦਾ ਕਿ ਇੰਨੇ ਨਾਵਲ ਪੜ੍ਹਨੇ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਵਾਸਤੇ ਕੋਈ ਸੰਭਵ ਨਹੀਂ ਹੁੰਦੇ। ਕਿਸੇ ਨੂੰ 10 ਪੜ੍ਹੇ, ਕੋਈ 20 ਪੜ੍ਹੇ, ਕੋਈ ਹੋਰ ਹੈ। ਤਾਂ ਫਿਰ ਗੁਰਦਿਆਲ ਸਿੰਘ ਹੋਰਾਂ ਨੇ ਵੀ ਇਹ ਲਿਖਿਆ ਕਿ ਇਹ ਨਵੀਂ ਵਿਧਾ ਹੈ ਜਿਹੜੀ ਇਹਨਾਂ ਨਾਵਲਾਂ 'ਚ ਮੈਨੂੰ ਕਹਿੰਦਾ ਦਿਖਾਈ ਦਿੱਤੀ ਹੈ ਕਿ ਜੰਗ ਬਹਾਦਰ ਨੇ ਇੱਕ ਨਵੀਂ ਵਿਧਾ ਦਾ ਸਿਰਜਣ ਕੀਤਾ ਹੈ। ਤਾਂ ਉਸੇ ਤਰੀਕੇ ਨਾਲ ਹੀ ਮੋਹਨਜੀਤ ਸਾਡੇ ਬਹੁਤ ਬੜੇ ਪੋਇਟ ਹੈਗੇ ਆ, ਉਹਨਾਂ ਨੇ ਪਿੱਛੇ ਜੇ ਇੱਕ ਲੇਖ ਲਿਖਿਆ ਜਿਹੜਾ ਸਮਕਾਲੀ ਸਾਹਿਤ 'ਚ ਛਪਿਆ, ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਵੀ ਨਾ ਤਾਂ ਇਹ ਅਨੁਵਾਦ ਹੈ, ਨਾ ਇਹ ਸੰਖੇਪ ਹੈ, ਇਹ ਤਾਂ ਦੋਨਾਂ ਤੋਂ ਕੋਈ ਪਾਰਲੀ ਚੀਜ਼ ਹੈਗੀ ਹੈ। ਇਹ ਇੱਕ, ਉਹ ਕਹਿੰਦਾ ਕਿ ਕੋਈ ਨਵੀਂ ਇਹ ਵਿਧਾ ਹੈਗੀ ਹੈ, ਅਤੇ ਨਵੀਂ ਵਿਧਾ ਵਾਸਤੇ ਇਹਨਾਂ ਨੇ ਨਵੀਂ ਭਾਸ਼ਾ ਸ਼ੈਲੀ ਵੀ ਕ੍ਰੀਏਟ ਕੀਤੀ ਹੈ, ਅਤੇ ਲੋਕਾਂ ਨੇ ਇਸ ਦੀ, ਦਰਅਸਲ ਭਾਸ਼ਾ ਦਾ ਮਾਧਿਅਮ ਹੈ ਨਾ ਜੀ, ਜੇ ਤੁਸੀਂ ਉਹ ਭਾਸ਼ਾ ਦੇ ਵਿੱਚ ਭਾਸ਼ਾ ਦਿਲਚਸਪ ਨਹੀਂ ਹੋਊਗੀ ਤਾਂ ਤੁਹਾਨੂੰ ਟੈਕਸਟ ਦਿਲਚਸਪ ਨਹੀਂ ਲੱਗੇਗਾ। ਤਾਂ ਮੈਨੂੰ ਪਾਠਕਾਂ ਦਾ ਬੜਾ ਭਰਵਾਂ ਹੁੰਗਾਰਾ ਮਿਲਿਆ, ਅਤੇ ਮੈਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਮੈਂ ਉਹਨਾਂ ਸਾਰੇ ਦੇਸ਼ ਵਿਦੇਸ਼ 'ਚ ਬੈਠੇ ਪਾਠਕਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ। ਆਪਣੇ ਨਾ ਅਕਸਰ ਪੰਜਾਬੀ ਆਮ ਹੀ ਕਹਿੰਦੇ ਆ ਵੀ ਲੇਖਕ ਤਾਂ ਨਾ ਭੁੱਖੇ ਮਰਦੇ ਆ ਜਾਂ ਮਰ ਰਹੇ ਆ ਜਾਂ ਉਹ ਸ਼ਰਾਬ ਪੀਂਦਾ, ਪਰ ਮੈਂ ਦੋਸਤ, ਇਹ ਤਾਂ ਨਾਂ ਦਾ ਚੱਕਰ ਹੈ ਦੋਸਤ ਤੋਂ, ਬਾਕੀ ਕੀ ਨਾਮ, ਦੋਸਤੋਵਸਕੀ। ਸ਼ਰਾਬ ਬੰਦਾ ਜੁਆਰੀ, ਸ਼ਰਾਬ ਉਹਨੂੰ ਕਰਜ਼ਾ ਅਤੇ ਮਿਰਗੀ ਦੇ ਦੌਰੇ ਪੈਂਦੇ ਹੈ, ਅਤੇ ਉਹਦੇ ਵਿੱਚ ਫਿਰ ਉਹ ਮੈਨੂੰ ਯਾਦ ਆਉਂਦਾ, ਉਹ ਕਹਿੰਦਾ ਪਬਲਿਸ਼ਰ ਕੋਲ ਜਾਂਦਾ, ਮੇਰਾ ਨਾਵਲ ਛਾਪ ਦੇ ਅਤੇ ਉਹ ਹੋ ਜਾਏਗਾ ਕੁਛ, ਉਹ ਕਹਿੰਦਾ ਤਾਂ ਛਾਪਾਂਗਾ, ਪਹਿਲਾਂ ਤੂੰ ਮੇਰੇ ਵਾਸਤੇ ਇੱਕ 100 ਰੁਪਏ ਦਾ 150 ਨਾਵਲ ਇੰਨੇ ਦਿਨਾਂ 'ਚ ਲਿਖ ਕੇ ਦੇ। ਅਤੇ ਬੜੀ ਮਿਹਨਤ ਸੰਤਾਪ 'ਚ ਬੰਦੇ ਨੇ ਐਡੀ ਕਮਾਲ ਦੀ ਰਚਨਾ ਲਿਖੀ। ਉਹ ਤਾਂ ਫਿਨੋਮੀਨਾ ਜੀ। ਦੋਸਤੋਵਸਕੀ, ਉਹ ਕਹਿੰਦੇ ਆ ਕਿ ਦੋਸਤੋਵਸਕੀ ਨੇ ਖੁਦ ਵੀ ਇੱਕ ਖੱਤ ਦੇ ਵਿੱਚ ਆਪਣੇ ਦੋਸਤ ਨੂੰ ਲਿਖਿਆ ਸੀ ਵੀ ਜਿੰਨੇ ਮੁਸ਼ਕਿਲ ਹਾਲਾਤ ਦੇ ਵਿੱਚ ਮੈਂ ਲਿਖਿਆ, ਉਨੇ ਮੁਸ਼ਕਿਲ ਹਾਲਾਤ ਦੇ ਵਿੱਚ ਦੁਨੀਆ ਦੇ ਕਿਸੇ ਲੇਖਕ ਨੇ ਲਿਖਿਆ। ਤੁਸੀਂ ਵਾਕਿਆ ਇਹ ਗੱਲਾਂ ਬਿਲਕੁਲ ਸਹੀ ਹੈ ਕਿ ਦੇਖੋ ਇੰਨੀ ਐਡਵਰਸਿਟੀ ਦੁਨੀਆ, ਜ਼ਿੰਦਗੀ ਦਾ ਕੋਈ ਸੁੱਖ ਹੀ ਉਸ ਬੰਦੇ ਨੂੰ ਨਹੀਂ ਪ੍ਰਾਪਤ ਹੋਇਆ 50 ਸਾਲ ਦੀ ਉਮਰ 'ਚ ਜਾ ਕੇ। ਅਤੇ ਔਰ ਕਿਆ ਉਹਨਾਂ ਨੇ ਬ੍ਰਦਰਸ ਕਾਰਮਾਜ਼ੋਵ, ਕ੍ਰਾਈਮ ਐਂਡ ਪਨਿਸ਼ਮੈਂਟ, ਈਡੀਅਟ, ਗੈਂਬਲਰ। ਕ੍ਰਾਈਮ ਐਂਡ ਪਨਿਸ਼ਮੈਂਟ ਉਹਦਾ ਸਭ ਤੋਂ ਬਹੁਤ ਖੂਬਸੂਰਤ ਨਾਵਲ। ਬ੍ਰਦਰਸ ਕਾਰਮਾਜ਼ੋਵ ਕਿੱਡਾ ਵੱਡਾ ਨਾਵਲ, ਈਡੀਅਟ ਬਹੁਤ ਖੂਬਸੂਰਤ ਨਾਵਲ ਜੀ। ਫਿਰ ਪੋਜ਼ੈਸਡ, ਗੈਂਬਲਰ, ਹਾਂਜੀ। ਉਦੋਂ ਮਤਲਬ ਦਾਸਤੋਵਸਕੀ ਦੁਨੀਆ ਦੇ ਉਹਨਾਂ ਨਾਵਲਕਾਰਾਂ 'ਚੋਂ ਹੈ ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਨਾਵਲਕਾਰਾਂ ਨੂੰ ਪ੍ਰਭਾਵਿਤ ਕੀਤਾ। ਔਰ ਆਪ ਖੁਦ ਉਹਨਾਂ ਨੇ ਸੰਤਾਪ 'ਚੋਂ ਲੰਘੇ, ਬਹੁਤ ਬੜੇ ਸੰਤਾਪ 'ਚੋਂ ਨਿਕਲੇ ਜੀ, ਬਹੁਤ ਬੜੇ ਸੰਤਾਪ 'ਚੋਂ ਨਿਕਲੇ। ਪਰ ਤੁਸੀਂ ਦੇਖੋ ਵੀ ਜੇਲ੍ਹ 'ਚ ਬੈਠਾ ਬੰਦਾ ਸਾਈਬੇਰੀਆ ਦੀ ਜੇਲ੍ਹ 'ਚ ਬੈਠਾ, ਬਾਲਜ਼ਾਕ ਦੇ ਨਾਵਲ ਟਰਾਂਸਲੇਟ ਕਰ ਰਹੇ। ਉੱਥੇ ਸਾਈਬੇਰੀਆ ਦੀ ਜੇਲ੍ਹ 'ਚ ਬੈਠੇ ਨੇ, ਬਾਲਜ਼ਾਕ ਨੂੰ ਦਾਸਤੋਵਸਕੀ ਨੂੰ ਵੀ ਮੌਤ ਦੀ ਸਜ਼ਾ ਹੋਈ ਸੀ ਨਾ। ਮੌਤ ਦੀ ਸਜ਼ਾ ਹੋਈ, ਮੌਤ ਦੀ ਸਜ਼ਾ ਹੋਈ। ਲਾਈਨ 'ਚ ਖੜ੍ਹੇ ਹੈ, ਉਸੇ ਵੇਲੇ ਜ਼ਾਰ ਦਾ ਹੁਕਮ ਆ ਗਿਆ
ਵੀ ਇਹਨਾਂ ਦੀ ਜਿਹੜੀ ਸਜ਼ਾ ਸਾਈਬੇਰੀਆ ਦੀ ਜੇਲ੍ਹ 'ਚ ਭੇਜ ਉਮਰ ਕੈਦ ਉੱਥੇ ਫਿਰ ਉਹਨੇ ਉਹ ਕਰਿਆ 5 ਸਾਲ ਦੀ ਉਧਰ ਜਾਓ ਸਾਈਬੇਰੀਆ 'ਚ। ਸਾਈਬੇਰੀਆ 'ਚ ਤਾਂ ਇੱਕ ਦਿਨ ਕੱਟਣਾ ਵੀ ਮੌਤ ਤੇ ਮੂੰਹ 'ਚ ਜਾਣ ਵਾਂਗੂ ਹੈ ਜੀ। ਉੱਥੇ ਲੱਥਾ ਕਰਦਾ ਰਿਹਾ ਬਾਲਜ਼ਾਕ ਨੂੰ। ਤੇ ਬਹੁਤ ਬੜਾ ਦਾਸਤੋਵਸਕੀ ਦੀ ਬੜੀ ਸਟਰਗਲਫੁਲ, ਬੜੀ ਸੰਘਰਸ਼ਮਈ ਜ਼ਿੰਦਗੀ ਰਹੀ। ਕੰਟੈਂਪਰੇਰੀ ਸੀਗੇ, ਸਮਕਾਲੀ ਸੀਗੇ ਇਹ ਟਾਲਸਟਾਏ ਦੇ। ਪਰ ਦੇਖੋ ਹੈਰਾਨੀ ਦੀ ਗੱਲ ਮਨਜੀਤ ਜੀ, ਟਾਲਸਟਾਏ ਤੇ ਦਾਸਤੋਵਸਕੀ ਜ਼ਿੰਦਗੀ 'ਚ ਕਦੇ ਨਹੀਂ ਮਿਲੀ। ਅੱਛਾ, ਦੋਸਤੋਵਸਕੀ ਕਿੱਥੇ ਦੇ ਸੀ? ਦਾਸਤੋਵਸਕੀ ਪੀਟਰਸਬਰਗ ਰਹਿੰਦੇ ਸੀ। ਅੱਛਾ, ਰੂਸ 'ਚ ਹੀ ਰਹਿੰਦੇ ਸੀ। ਪੀਟਰਸਬਰਗ, ਹਾਂ, ਟਾਲਸਟਾਏ ਰਹਿੰਦੇ ਸੀ ਇੱਧਰ ਮਾਸਕੋ ਦੇ ਨੇੜੇ ਸੀ। ਰੂਸ ਵੱਡਾ ਬਹੁਤ ਹੈ, ਹਾਂ, ਪਰ ਮੇਲ ਨਹੀਂ ਹੋਇਆ। ਪਰ ਨਹੀਂ ਮੇਲ ਹੋ ਜਾ। ਦੇਖੋ ਗੱਲ ਇਸ ਤਰ੍ਹਾਂ, ਟਾਲਸਟਾਏ ਤਾਂ ਕਿਸੇ ਤਰੀਕੇ ਨਾਲ ਬੜਾ ਸਰਮਾਏਦਾਰ ਆਦਮੀ ਸੀਗਾ ਜੀ, ਤੇ ਕਾਊਂਟ ਸੀ, ਲਾਰਡ ਜਿੱਦਾਂ ਕਹਿੰਦੇ ਸੀ ਨਾ ਉਹਦਾ। ਹਾਂ, ਉਹ ਤਾਂ ਹਜ਼ਾਰਾਂ ਏਕੜ ਜ਼ਮੀਨ ਦਾ ਮਾਲਕ ਸੀ। ਉਹਦੇ ਵਾਸਤੇ ਮਿਲਣਾ ਤਾਂ ਕੋਈ ਔਖਾ ਨਹੀਂ ਸੀ, ਪਰ ਚਲੋ ਨਹੀਂ ਮਿਲ ਸਕੇ। ਪਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਟਾਲਸਟਾਏ ਘਰੋਂ ਭੱਜ ਗਏ, ਚਲੇ ਗਏ, ਤੇ ਇੱਕ ਛੋਟੇ ਜਿਹੇ ਸਟੇਸ਼ਨ ਦੇ ਉੱਤੇ ਉਹਨੂੰ ਨਮੂਨੀਆ ਹੋ ਗਿਆ ਤੇ ਹਾਂ ਉੱਥੇ ਮਰ ਗਏ। ਤੇ ਉਹਨਾਂ ਦੇ ਸਰਾਣੇ ਥੱਲਿਓਂ ਦਾਸਤੋਵਸਕੀ ਦਾ ਨਾਵਲ ਮਿਲਿਆ, ਜਿਹਨੂੰ ਪੜ੍ਹ ਰਹੇ ਸੀ ਅਖੀਰ ਤੇ। ਬ੍ਰਦਰਸ ਕਾਰਮਾਜ਼ੋਵ, ਦਾਸਤੋਵਸਕੀ ਦਾ ਨਾਵਲ ਉਹਨਾਂ ਦੇ ਸਰਾਣੇ ਥੱਲੇ ਪਿਆ ਸੀ, ਔਰ ਉਹਦੇ ਵਿੱਚ ਇੱਕ ਪਾਰਟੀਕੂਲਰ ਪੇਜ ਦੇ ਉੱਤੇ ਉਹਨਾਂ ਦੀ ਚਿੱਠ ਲਾਈ ਵੀ ਰੱਖੀ ਹੋਈ ਸੀ। ਕੀ ਬਾਤ ਹੈ। ਮਤਲਬ ਆਖਰੀ ਟਾਲਸਟਾਏ ਦੀ ਆਖਰੀ ਯਾਤਰਾ ਵੇਲੇ ਜਿਹੜਾ ਉਹਨਾਂ ਦਾ ਸੰਗੀ ਸਾਥੀ ਸੀਗਾ ਉਹ ਦਾਸਤੋਵਸਕੀ ਸੀ। ਇਹ ਰੂਹਾਨੀ ਰਿਸ਼ਤੇ ਹੈ। ਟਾਲਸਟਾਏ ਦਾ ਵੀ ਉਹ ਜਿਹੜਾ ਜੰਗ ਤੇ ਅਮਨ ਤੇ ਅੰਨਾ ਕਰੈਨਿਨਾ ਬਹੁਤ ਬੜੇ ਕਮਾਲ ਦੇ ਵੱਡੇ ਨਾਲੇ ਕਿੱਡੇ ਉਹਨਾਂ ਦੇ। ਮੈਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ, ਬੰਦਾ ਉਹਨਾਂ ਦੀ ਰਚਨਾ ਕੀ ਨਾ ਬਾਲਜ਼ਾਕ ਦੀ ਕਰ ਰਹੇ ਸੀ, ਪਰ ਲਿਖ ਨਹੀਂ ਸਕਦਾ ਜੇ ਨਕਲ ਵੀ ਕਰੇ। ਹਾਂ, ਵੀ ਇੰਨੇ ਲਿਖਦੇ ਰਹੇ। ਉਹਨਾਂ ਨੇ ਵੀ ਟਾਲਸਟਾਏ ਦੇ ਨਾਵਲ ਵੀ ਬਹੁਤ ਵੱਡੇ ਵੱਡੇ, ਕਹਿੰਦੇ ਆਪਣੇ ਪਹਿਲਾਂ ਪੇਂਟਿੰਗਾਂ ਲਾ ਲੈਂਦੇ ਸੀ ਆਪਣੇ ਕਮਰੇ 'ਚ ਨਾਵਲ ਲਿਖਣ ਤੋਂ ਪਹਿਲਾਂ, ਪਾਤਰਾਂ ਦੀਆਂ। ਉੱਥੋਂ ਫਿਰ ਚੱਲਦਾ ਸੀ ਕਹਿੰਦੇ ਨਾਵਲ। ਬਿਲਕੁਲ ਠੀਕ ਹੈ। ਉਹ ਪੇਂਟਿੰਗਸ ਦਾ ਜੀ ਜਿਹੜੇ ਬੋਰਿਸ ਪਾਸਟਰਨਾਇਕ ਸੀ ਨਾ ਜੀ, ਜਿਨ੍ਹਾਂ ਦਾ ਡਾਕਟਰ ਜ਼ਿਵਾਗੋ ਨਾਵਲ ਹੈ, ਨੋਬਲ ਲੌਰੀਏਟ ਹੈ, ਨੋਬਲ ਪ੍ਰਾਈਜ਼ ਮਿਲਿਆ ਸੀ। ਪਾਸਟਰਨਾਇਕ ਦੇ ਜਿਹੜੇ ਪਿਤਾ ਜੀ ਸੀਗੇ ਉਹ ਇਹਨਾਂ ਦੇ ਆਰਟਿਸਟ ਸੀ। ਜਿੰਨੇ ਵੀ ਪੇਂਟਿੰਗਸ ਹੈ ਉਹਨਾਂ ਦੇ ਕਰੈਕਟਰਸ ਦੀਆਂ, ਉਹਨਾਂ ਦੇ ਜਿੰਨੇ ਪਾਤਰ ਹੈਗੇ ਹੈ, ਨਾਵਲਾਂ ਦੇ ਪਾਤਰਾਂ ਦੇ ਜਿੰਨੇ ਵੀ ਪੇਂਟਿੰਗਸ ਬਣਾਈਆਂ, ਉਹ ਸਾਰੀਆਂ ਪੇਂਟਿੰਗਸ ਪਾਸਟਰਨਾਇਕ ਦੇ ਫਾਦਰ ਦੀਆਂ ਬਣਾਈਆਂ। ਤਾਂ ਜਦੋਂ ਉਹਨਾਂ ਨੇ ਇਹਨਾਂ ਦਾ ਚਿੱਤਰ ਬਣਾਇਆ ਤਾਂ ਸੋਨੀਆ ਨੇ ਪੁੱਛਿਆ, ਇਹਨਾਂ ਦੀ ਟਾਲਸਟਾਏ ਦੀ ਵਾਈਫ ਨੇ, ਕਿ ਇਹ ਤਾਂ ਮੇਰੀ ਤਸਵੀਰ ਲੱਗਦੀ ਹੈ। ਤਾਂ ਉਹ ਕਮਰੇ ਦੇ ਵਿੱਚ ਸਾਰੇ ਕਰੈਕਟਰਸ ਦੀਆਂ ਫੋਟੋ ਲਗਾ ਕੇ ਰੱਖਦੇ ਸੀ। ਟਾਲਸਟਾਏ ਦਾ ਤੁਸੀਂ, ਮੈਂ ਲਿਖਿਆ ਵੀ, ਜ਼ਿਕਰ ਵੀ ਕੀਤਾ, ਦੇਖੋ ਆਪਦੇ ਕਰੈਕਟਰ ਦੇ ਨਾਲ ਇੰਨੇ ਇਨਵੋਲਵਡ ਸੀਗੇ। ਉਹ ਕਹਿੰਦੇ ਕਿਸੇ ਜਗ੍ਹਾ 'ਤੇ ਜਾ ਰਹੇ ਸੀਗੇ ਤੇ ਪੌੜੀਆਂ ਚੜ੍ਹ ਰਹੇ ਸੀ, ਤੇ ਇਹ ਪੌੜੀਆਂ ਉਤਰ ਰਹੇ ਸੀਗੇ ਤੇ ਇੱਕ ਲੇਡੀ ਥੱਲਿਓਂ ਉੱਪਰ ਆ ਰਹੀ ਸੀ, ਤੇ ਟਾਲਸਟਾਏ ਸੁੰਗੜ ਕੇ ਇੱਕ ਪਾਸੇ ਖੜ੍ਹੇ ਹੋ ਗਏ। ਉਹ ਲੇਡੀ ਟਾਲਸਟਾਏ ਨੂੰ ਕਹਿੰਦੀ ਹੈ ਬਈ ਇੰਨਾ ਸੁੰਗੜ ਕੇ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਜੀ, ਕਾਫੀ ਜਗ੍ਹਾ ਹੈਗੀ ਆ ਪੌੜੀਆਂ 'ਚ, ਮੈਂ ਲੰਘ ਸਕਦੀ ਹਾਂ। ਉਹ ਕਹਿੰਦੇ ਨਹੀਂ ਮੈਡਮ, ਮੇਰੇ ਨਾਲ ਇੰਨਾ ਕਰਨਾ, ਮੇਰੇ ਨਾਲ ਇੰਨਾ ਕਰਨਾ ਹੈ। ਇਸੇ ਤਰੀਕੇ ਨਾਲ ਹੀ ਬਾਲਜ਼ਾਕ ਜਿਹੜਾ ਹੈਗਾ, ਉਹ ਜਦੋਂ ਲਿਖ ਰਿਹਾ ਹੁੰਦਾ ਸੀਗਾ ਤੇ ਫਰਜ਼ ਕਰੋ ਉਹ ਨਾਵਲ ਦੇ ਵਿੱਚ 4 ਪਾਤਰ ਹੈ ਜਿਨ੍ਹਾਂ ਨਾਲ ਉਸ ਵੇਲੇ ਲਿਖ ਰਿਹਾ ਹੈ, ਤਾਂ ਉਹ ਆਪਦੇ ਖਾਨਸਾਮੇ ਨੂੰ ਹੁਕਮ ਦਿੰਦਾ ਸੀਗਾ, ਤੂੰ ਵੀ 5 ਕੱਪ ਕੌਫੀ ਦੇ ਲੈ ਕੇ ਆਉਣੇ। ਕੀ ਬਾਤ ਹੈ, ਇੰਨਾ ਜ਼ਿਆਦਾ ਉਹ ਸੀ ਉਹਦੇ 'ਚ। ਉਹ 4 ਕਰੈਕਟਰ ਜਿਹੜੇ ਹੈਗੇ ਉਹਨਾਂ ਵਾਸਤੇ ਲਿਵਿੰਗ ਕਰੈਕਟਰ ਸੀ। ਉਹ ਉਹਨੂੰ ਮਿਲਣਾ ਹੈ, ਉਹਦੇ ਨਾਲ ਕਮਰੇ 'ਚ ਉਹਦੇ ਨਾਲ ਗੱਲਾਂ ਕਰ ਰਹੇ ਬੈਠੇ, ਇੰਨੀ ਜ਼ਿਆਦਾ ਰੂਹ 'ਚ ਹੁੰਦੇ ਸੀ, ਇੰਨੀ ਰੂਹ 'ਚ। ਤੇ ਤਾਂ ਜਦੋਂ ਹੋਇਆ ਨਾ ਜੀ, ਤੁਸੀਂ ਜਦੋਂ ਸਭ ਤੋਂ ਪਹਿਲਾਂ ਸਵਾਲ ਜਿਹੜਾ ਤੁਸੀਂ ਪੁੱਛਿਆ ਸ਼ਾਹਕਾਰ ਵਾਲਾ, ਇੱਦਾਂ ਸ਼ਾਹਕਾਰ ਬਣਦੇ ਨੇ।
ਜਦੋਂ ਤੁਸੀਂ ਕਰੈਕਟਰ ਦੇ ਵਿੱਚ ਜਾਨ ਫੂਕਦੇ ਹੋ, ਉਹਦੀ ਰੂਹ 'ਚ ਸਮਾ ਜਾਂਦੇ ਆ। ਰੂਸ ਹੁਣ ਇੰਨਾ ਕਹਿ ਰਹੇ ਨਾ, ਦੱਸੋ ਕਿੱਥੋਂ ਮਰ ਸਕਦੀ ਹੈ? ਮਾਦਾਮ ਬਵੇਰੀ ਜਿਹੜੀ ਹੈਗੀ ਹੈ ਫਲਾਵੇਰ ਦੀ, ਕਿੱਥੋਂ ਜਾਊਗੀ? ਉਹਨੇ ਫਲਾਵੇਰ ਨੇ ਕਿਹਾ ਆਈ ਐਮ ਮਾਦਾਮ ਬਵੇਰੀ, ਮੈਂ ਖੁਦ ਹੀ ਹਾਂ ਮਾਦਾਮ ਬਵੇਰੀ। ਜਦੋਂ ਰਾਈਟਰ ਕਹਿੰਦਾ ਮੈਂ, ਮੇਰੀ ਹੋਂਦ ਹੀ ਮੇਰਾ ਕਰੈਕਟਰ ਬਣ ਗਈ। ਕੀ ਬਾਤ ਹੈ। ਤਾਂ ਇਹ ਤਾਂ ਜੀ ਮਤਲਬ ਕ੍ਰੀਏਟਿਵਿਟੀ ਦਾ ਸਰੂਰ ਹੈ ਜੀ। ਉਹ ਇਸੇ ਕਰਕੇ ਰਾਈਟਰ ਨੂੰ ਬ੍ਰਹਮਾ ਦਾ ਰੂਪ ਕਿਹਾ ਜੀ। ਜਿੱਦਾਂ ਕ੍ਰੀਏਟਰ ਹੈਗਾ ਨਾ ਜੀ, ਤਾਂ ਉਹਨੇ ਹੱਡ ਮਾਸ ਦੇ ਬੰਦੇ ਬਣਾਏ। ਮੈਂ ਕਿਤੇ ਨਾ ਗੁਰਬਖਸ਼ ਸਿੰਘ ਪ੍ਰੀਤਲੜੀ ਉਹਨਾਂ ਦੀ ਟਿੱਪਣੀ ਪੜ੍ਹੀ ਸੀ ਟੋਲਸਟਾਏ ਦੇ ਨਾਵਲ ਜੰਗ ਤੇ ਅਮਨ ਬਾਰੇ, ਕਿ ਪਤਾ ਨਹੀਂ ਕਿੰਨੇ ਸਫ਼ਿਆਂ ਦਾ ਨਾਵਲ ਹੈ ਉਹ, ਕੁੱਲ ਕਿੰਨੇ 1817 ਸਫ਼ਿਆਂ ਦਾ ਨਾਵਲ ਹੈ। ਹਾਂਜੀ, 2 ਹਿੱਸਿਆਂ 'ਚ ਆਪਣੇ ਪੰਜਾਬੀ 'ਚ। ਹਾਂਜੀ ਹਾਂਜੀ। ਕਹਿੰਦੇ ਵੀ ਟੋਲਸਟਾਏ ਨੇ ਉਹਦਾ ਖਰੜਾ, ਪਤਾ ਨਹੀਂ ਮੈਨੂੰ ਗਿਣਤੀ ਭੁੱਲ ਗਈ, ਵੀ ਕਿੰਨੀ ਵਾਰ ਨਾ ਸੋਧਿਆ। 7 ਵਾਰੀ। 7 ਵਾਰੀ। ਆਪਾਂ 1800 ਦਾ ਨਾਂ ਪੜ੍ਹਨ ਵਾਸਤੇ ਪਗਨੇ ਵੀ ਨਹੀਂ ਯਾਰ ਮੈਂ ਔਖਾ ਹੈ। 7 ਵਾਰੀ ਸੋਧਿਆ। ਸਾਧਨਾ ਦੇਖੋ, 7 ਵਾਰੀ ਸੋਧਿਆ ਤੇ ਅਖੀਰ ਜਦੋਂ ਸੋਧ ਕੇ ਕਹਿੰਦਾ ਵੀ ਮੈਂ ਨਹੀਂ ਹੁਣ ਲਿਖ ਸਕਦਾ। ਅੱਛਾ, ਇੱਕ ਤੁਹਾਨੂੰ ਗੱਲ ਦੱਸਾਂ, ਟਾਲਸਟਾਏ ਦਾ ਹੈਂਡਰਾਈਟਿੰਗ ਬਹੁਤ ਭੈੜਾ ਸੀ, ਬਹੁਤ ਹੀ ਗੰਦਾ ਹੈਂਡਰਾਈਟਿੰਗ ਸੀ। ਆਪ ਦਾ ਲਿਖਿਆ ਕਈ ਵਾਰੀ ਉਹ ਆਪ ਵੀ ਨਹੀਂ ਪੜ੍ਹ ਸਕਦੇ ਸੀ ਵੀ ਮੈਂ ਲਿਖਿਆ ਕੀ ਹੈ। ਪਰ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਸੋਨੀਆ, ਉਹ ਇੱਕ ਇੱਕ ਅੱਖਰ ਪੜ੍ਹ ਲੈਂਦੀ ਸੀ। ਜਿਹੜਾ ਫਾਈਨਲ ਡਰਾਫਟ ਹੈ ਜਿਹੜਾ ਉਸ ਨਾਵਲ ਦਾ, ਉਹ ਸੋਨੀਆ ਨੇ ਆਪਦੇ ਹੱਥੀਂ ਲਿਖਿਆ। ਪਰ ਉਹਨਾਂ ਦਾ ਅਖੀਰ ਕਹਿੰਦੇ ਵੀ ਸੋਨੀਆ ਨਾਲ ਝਗੜੇ ਤੋਂ ਬਾਅਦ ਉਹ ਜਿਹੜਾ ਬਾਹਰ ਚਲੇ ਗਿਆ, ਇਦਾਂ ਦਾ ਕੁਝ ਰੌਲਾ ਹੈ, ਉਹ ਕੀ ਹੈ? ਸੋਨੀਆ ਦਾ ਉਹ ਇੱਕ ਨਾਵਲ ਆਇਆ ਜੀ, ਉਹ ਦ ਲਾਸਟ ਸਟੇਸ਼ਨ, ਉਹ ਟੋਲਸਟਾਏ ਦੀ ਲਾਈਫ ਦੇ ਆਖਰੀ ਸਾਲ ਦੇ ਉੱਤੇ ਨਾਵਲ ਹੈਗਾ। 2-3 ਕਾਰਨ ਸੀਗੇ ਇਹਨਾਂ ਦੇ ਡਿਫਰੈਂਸਿਸ ਦੇ। ਪਿਆਰ ਤਾਂ ਬਹੁਤ ਜ਼ਿਆਦਾ ਸੀਗਾ, ਲੰਬੀ ਫੈਮਿਲੀ ਸੀਗੀ, 14-15 ਬੱਚੇ ਸੀਗੇ। ਇੱਕ ਤਾਂ ਇਹ ਹੈ ਕਿ ਟੋਲਸਟਾਏ ਦਾ ਜਿਹੜਾ ਆਖਰੀ ਦਿਨਾਂ ਦੇ ਵਿੱਚ ਜਾਂ 50 ਸਾਲ ਤੋਂ ਬਾਅਦ ਜਿਹੜਾ ਰੁਝਾਨ ਹੈ ਉਹ ਅਧਿਆਤਮਿਕ ਰਿਲੀਜੀਅਸ ਹੋ ਗਿਆ ਸੀਗਾ। ਅਤੇ ਉਹ ਜਿਸ ਨੂੰ ਕਹਿੰਦੇ ਹੈ ਕਿ ਨਵੀਂ ਕ੍ਰਿਸਚੈਨਿਟੀ ਪੈਦਾ ਕਰਨਾ ਚਾਹੁੰਦੇ ਸੀਗੇ। ਅਤੇ ਕੁਛ ਲੋਕਾਂ ਦਾ ਇਹ ਵੀ ਵਿਚਾਰ ਹੈ ਵੀ ਉਹ ਈਸਾ ਮਸੀਹ ਬਣਨਾ ਚਾਹੁੰਦਾ ਸੀ, ਹਾਂਜੀ, ਇੱਕ ਨਵਾਂ ਰਿਲੀਜਨ ਚਲਾਉਣਾ ਚਾਹੁੰਦਾ। ਕਹਿੰਦੇ ਸੀ ਉਹ ਚੀਜ਼ਾਂ ਆਪਣੀਆਂ ਕਹਿੰਦੇ ਸੀ ਦੇ ਦਿਓ ਲੋਕਾਂ ਨੂੰ, ਵੰਡ ਦਿਓ, ਵੀ ਘਰ ਵਾਲੀ ਕਹਿੰਦੇ ਸੀ ਨਹੀਂ ਜਾਇਦਾਦ ਹੈ ਸਾਡੀ ਇਹ। ਹਾਂ, ਜ਼ਮੀਨ ਖੇਤੀਹਾਰਾਂ 'ਚ ਵੰਡ ਦਿਓ। ਅੱਛਾ, ਫਿਰ ਲੰਬੇ ਚੌੜੇ ਪਰਿਵਾਰ ਦੇ ਵਿੱਚ ਜ਼ਮੀਨਾਂ ਦਾ ਬਹੁਤ ਸੀਗਾ, ਪਰ ਪੈਸਾ ਹੈ ਨਹੀਂ ਸੀ, ਘਰ ਦੇ ਵਿੱਚ ਤੰਗੀ ਸੀ। ਤਾਂ ਕਿਤਾਬਾਂ ਦੇ ਇਹ ਕਹਿੰਦਾ ਸੀ ਮੈਂ ਰਾਈਟ ਵੀ ਜਿਹੜੇ ਹੈਗੇ ਹੈ, ਕਾਪੀ ਰਾਈਟ ਹੈ, ਇਹ ਵੀ ਮੈਂ ਨਹੀਂ ਰੱਖਣੇ, ਲੋਕਾਂ ਨੂੰ ਦੇ ਦਿਓ ਬਸ, ਕੋਈ ਰਾਇਲਟੀ ਨਹੀਂ ਮੈਂ ਲੈਣੀ। ਤਾਂ ਫਿਰ ਇਹਨਾਂ ਸਾਧ ਬਣਨ ਵਾਲਾ ਉਹੀ ਆਪਾਂ ਕਹਿੰਦੇ ਵੀ ਸਾਧ ਬਣ ਗਿਆ, ਸਾਧ ਬਣ ਗਿਆ ਵਾ ਸਾਰਾ ਕੁਛ ਹੀ। ਪਰ ਹੁਣ ਉਹ ਪਰਿਵਾਰ ਸੀਗਾ ਜੀ, ਉਹਦੀਆਂ ਪਰਿਵਾਰ ਦੀਆਂ ਲੋੜਾਂ ਸੀਗੀਆਂ। ਤਾਂ ਸਿਰਫ ਪਰਿਵਾਰ ਦੀਆਂ ਲੋੜਾਂ ਦੇ ਉੱਤੇ ਇਕਨੋਮਿਕ ਪ੍ਰੈਸ਼ਰ ਜਿਹੜਾ ਸੀਗਾ, ਆਰਥਿਕ ਪ੍ਰੈਸ਼ਰ ਜਿਹੜਾ ਸੀਗਾ, ਉਹ ਉਹਨਾਂ ਦਾ ਕਾਰਨ ਬਣਿਆ ਡਿਫਰੈਂਸਿਸ ਦਾ। ਅਤੇ ਕੁਛ ਜਿਹੜੇ ਹੈਗੇ ਹੈ ਏਜ ਦੇ ਵਿੱਚ ਫ਼ਰਕ ਹੋਣ ਕਰਕੇ ਟੋਲਸਟਾਏ ਜਿਹੜਾ ਹੈਗਾ ਹੈ ਬੁੱਧੀਜੀਵੀ ਜੀ ਫਿਰ ਆਪਦੇ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਦਾ ਇੱਕ ਸੁਪਨ ਲੋਕ ਹੈਗਾ ਜੀ। ਔਰਤ ਜਿਹੜੀ ਹੈਗੀ ਹੈ ਉਹਦੇ ਕੋਲੇ ਹਕੀਕੀ ਜਿਹੜੀ ਜ਼ਿੰਦਗੀ ਸਾਹਮਣੇ, ਹਾਂ ਜ਼ਮੀਨ, ਹਾਂ ਘਰ ਦੀਆਂ ਲੋੜਾਂ ਸਾਹਮਣੇ ਜੋ ਪੂਰੀਆਂ ਕਰਨੀਆਂ, ਹੋਰ ਕੋਈ ਐਸਾ ਨਹੀਂ ਸੀਗਾ। ਪਰ ਚਲੋ ਸੈਂਸਿਟਿਵਿਟੀ 'ਚ ਬਾਅਦ 'ਚ ਉਹਨਾਂ ਦੀ ਡੈਥ ਤੋਂ ਬਾਅਦ ਸੋਨੀਆ ਐਨਾ ਕੋਲੇ ਗਈ। ਐਨਾ ਜਿਹੜੀ ਇਹਦੀ ਦਾਸਤੋਵਸਕੀ ਦੀ ਵਾਈਫ ਸੀਗੀ, ਜਿਸ ਨੇ ਰੀਬਿਲਡ ਕੀਤਾ, ਸਟੈਨੋਗ੍ਰਾਫਰ ਸੀਗੀ, ਉਹਨੇ ਉਹ ਆਪ ਹੀ ਛਾਪਦੀ ਸੀਗੀ। ਉਹਨਾਂ ਦੀ ਤਾਂ ਉਮਰ ਦਾ ਦੱਸ ਦਿਓ ਬਾਕੀ, ਤੇ ਉਹ ਕੁੜੀ ਦੀ ਉਮਰ ਬੜਾ ਫਰਕ ਸੀਗਾ ਜੀ, ਉਮਰ ਦਾ ਵੀ ਬੜਾ ਫਰਕ ਸੀ। ਨਾਵਲ ਟਾਈਪ ਕਰਨ ਆਈ ਸੀ, ਨਾਵਲ ਟਾਈਪ ਕਰਨ ਆਈ ਸੀਗੀ। ਉਹ ਮੇਰੇ ਖਿਆਲ 20-22 ਸਾਲ ਦੀ ਸੀ, ਤੇ ਦੱਸ ਦਿਓ ਬਾਕੀ 50 ਸਾਲ ਦਾ। 50 ਸਾਲ ਦਾ ਸੀ। ਪਰ ਉਸ ਲੇਡੀ ਨੇ ਕਮਾਲ ਦੀ ਗੱਲ, ਇੰਨੀ ਸਿਆਣੀ ਸੀਗੀ ਜੀ ਉਹ ਔਰਤ, ਸਾਰੇ ਦਾ ਉਧਾਰ ਚੁਕਾਤੇ। ਉਧਾਰ ਚੁਕਾਉਣ ਤੋਂ ਬਾਅਦ ਉਸ ਨੇ
ਪ੍ਰਕਾਸ਼ਨ ਸਾਰੇ ਪ੍ਰਕਾਸ਼ਕਾਂ ਤੋਂ ਕਿਤਾਬਾਂ ਵਾਪਸ ਲੈ ਲਈਆਂ, ਆਪ ਛਾਪੀਆਂ, ਆਪ ਵੇਚੀਆਂ। ਸੋਨੀਆ ਮਾਸਕੋ ਤੋਂ ਚੱਲ ਕੇ ਪੀਟਰਸਬਰਗ ਪਹੁੰਚੀ ਇਹਨਾਂ ਕੋਲੇ ਬਈ ਇਹ ਕਿਤਾਬਾਂ ਤੂੰ ਕਿੱਦਾਂ ਕਿੱਦਾਂ ਛਾਪਦੀਆਂ, ਕਿੱਦਾਂ ਵੇਚਦੀਆਂ, ਮੈਨੂੰ ਕੁਝ ਦੱਸਦਾ ਕਿ ਮੈਂ 4 ਪੈਸੇ ਇਸ। ਹੁਣ ਟਾਲਸਟਾਏ ਦੇ ਨਾਲ ਫੈਸਲਾ ਇਹ ਹੋਇਆ ਸੀਗਾ ਕਿ ਐਨਾ ਕੈਰਨੀਨਾ ਤੋਂ ਬਾਅਦ ਛਪੀਆਂ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹਦੇ ਉੱਤੇ ਨਹੀਂ ਰੱਖਾਂਗੇ ਇਹ ਆਪਣਾ ਕਾਪੀਰਾਈਟ। ਐਨਾ ਕੈਰਨੀਨਾ ਤੋਂ ਪਹਿਲਾਂ ਦੀਆਂ ਕਿਤਾਬਾਂ ਜਿਹੜੀਆਂ ਹੈ ਉਹ ਸਾਰੀਆਂ ਫ੍ਰੀ ਹੋਣਗੀਆਂ। ਅਤੇ ਬਸ ਇਸ ਤਰ੍ਹਾਂ ਦਾ ਇੱਕ ਬਹੁਤ ਬੜਾ ਜਾਂਟ ਜਿਹੜਾ ਹੈਗਾ ਜੀ, ਹਜੇ ਤੱਕ ਵੀ ਉਹ ਕਹਿੰਦੇ ਆ ਕਿ ਹਿਮਾਲਿਆ ਪਰਬਤ ਦੀ ਚੋਟੀ ਹੈ ਟਾਲਸਟਾਏ, ਜਿਸ ਨੂੰ ਸਰ ਕਰਨਾ, ਜਿਸ ਦੇ ਬਰਾਬਰ ਪਹੁੰਚਣਾ ਕਠਿਨ ਹੈ। ਪਰ ਦੇਖੋ ਤੁਸੀਂ ਗੱਲ ਕਰ ਰਹੇ ਸੀ ਵੀ ਟਾਲਸਟਾਏ ਗੋਰਕੀ ਨੂੰ ਕਹਿੰਦਾ ਵੀ ਉਹ ਬਾਲਜ਼ਾਕ। ਕੀ ਬਾਤ ਹੈ, ਇਹਦਾ ਮਤਲਬ ਉਹ ਕੀ ਚੀਜ਼ ਹੈ ਫਿਰ? ਬਾਲਜ਼ਾਕ ਨੂੰ ਤਾਂ ਗ੍ਰੇਟੈਸਟ ਉਹਨੂੰ ਸੋਮਰਸੈਟ ਮੌਮ ਤਾਂ ਉਹਨੂੰ ਗ੍ਰੇਟੈਸਟ ਬਾਲਜ਼ਾਕ ਦਾ ਜਿਹੜਾ ਨਾਵਲ ਹੈ ਬਾਲਜ਼ਾਕ ਦਾ, ਉਹ ਅੰਗਰੇਜ਼ੀ 'ਚ ਮਿਲਿਆ ਤੁਹਾਨੂੰ ਕਿਤੇ? ਮੈਂ ਉਹਨਾਂ ਦੇ ਓਲਡ ਗੋਰੀਓ ਜਿਹੜਾ ਹੈਗਾ ਨਾਵਲ, ਉਹ ਮੈਂ ਅੰਗਰੇਜ਼ੀ 'ਚ ਪੜ੍ਹਿਆ ਜੀ। ਅਤੇ ਕਈ ਨਾਵਲ ਉਹਨਾਂ ਦੇ ਤਕਰੀਬਨ ਉਹਨਾਂ ਦੇ ਸਾਰੇ ਨਾਵਲ ਅਵੇਲੇਬਲ ਹੈ। ਇੱਕ ਉਹਨਾਂ ਦੀ ਬਾਲਜ਼ਾਕ ਦੀ ਜੀਵਨੀ ਹੈਗੀ ਹੈ ਜੀ, ਜੀਵਨੀ ਪਰਕ ਨਾਵਲ ਹੈ। ਤੁਸੀਂ ਹਿੰਦੀ 'ਚ ਜਿਹੜਾ ਮੈਂ ਉਹ ਹਿੰਦੀ 'ਚ ਅਨੁਵਾਦ ਕੀਤਾ ਹੈ ਜੀ, ਜੀਵਨ ਮਦਿਰਾ, ਵਾਈਨ ਆਫ ਲਾਈਫ। ਆ ਤਾਂ ਨਹੀਂ, ਇੱਕ ਮਿੰਟ ਹਰਮਨ ਇੱਥੇ ਦਿਖਾਇਆ ਨਾਵਲ ਪਿਆ ਕੋਈ? ਵਾਈਨ ਆਫ ਲਾਈਫ ਦਿਖਾ ਦਿਓ। ਅੱਛਾ ਆ ਜੀ, ਜੀਵਨ ਮਦਿਰਾ ਜੀ। ਇਹ ਚਾਰਲਸ ਗੋਰਹਮ ਦੇ ਨਾਵਲ ਜੀਵਨੀ ਦੇ ਜੀਵਨ ਪਰਕ ਜੀਵਨ ਗਾਥਾ ਹੈ ਜੀ। ਜੀ ਜੀ। ਅਤੇ ਉਸ ਦੇ ਉੱਤੇ ਕਿਹਨੇ ਛਾਪਿਆ ਇਹ ਛਾਪਿਆ ਜੀ, ਸੰਵਾਦ ਪ੍ਰਕਾਸ਼ਨ ਨੇ ਛਾਪਿਆ। ਦਿੱਲੀ ਤੋਂ? ਹਾਂ, ਇੱਥੇ ਮਿਲ ਜਾਂਦਾ ਚੰਡੀਗੜ੍ਹ ਵਗੈਰਾ? ਹਾਂਜੀ ਹਾਂਜੀ, ਪੰਜਾਬ ਬੁੱਕ ਸੈਂਟਰ 'ਤੇ ਹੈ, ਅਵੇਲੇਬਲ ਹੈ। ਸੰਵਾਦ ਪ੍ਰਕਾਸ਼ਨ ਨੇ ਛਾਪਿਆ ਅਤੇ ਮੈਂ ਪੰਜਾਬੀ 'ਚ ਵੀ ਇਸ ਦਾ ਕਰ ਰਿਹਾ। ਅਤੇ ਬਹੁਤ ਖੂਬਸੂਰਤ ਨਾਵਲ ਹੈ, ਜਿੱਦਾਂ ਲਸਟ ਫਾਰ ਲਾਈਫ ਹੈ ਨਾ ਜੀ, ਇਰਵਿੰਗ ਸਟੋਨ ਨੇ ਲਿਖਿਆ ਵਾਨ ਗੌਗ ਦੇ ਉੱਤੇ। ਇਹ ਤਾਂ ਤੁਸੀਂ ਉਹ ਕੰਮ ਕਰਤਾ ਜਿਵੇਂ ਕੋਈ ਬੰਦਾ ਕਿਸੇ ਕਮਰੇ 'ਚ ਬੈਠਾ ਹੈ, ਮਤਲਬ 2 ਬੰਦੇ ਕਿਤੇ ਚਲੇ ਗਏ ਹੈ, ਕਿਸੇ ਕਮਰੇ 'ਚ ਬੈਠੇ ਹੈ, ਅਤੇ ਉਹ ਬੰਦਾ ਬੈਠਾ ਹੈ ਅਤੇ ਉਹ ਬੰਦਾ ਕਹਿੰਦਾ ਵੀ ਯਾਰ ਕੀ ਹੈ ਇੱਥੇ, ਆਪਾਂ ਆ ਗਏ ਹਾਂ, ਕੁਛ ਨਹੀਂ ਹੈ। ਅਤੇ ਇੱਕ ਬੰਦਾ ਦੂਜੇ ਪਾਸੇ ਜਾ ਕੇ ਖਿੜਕੀ ਖੋਲ੍ਹ ਕੇ ਜਦੋਂ ਦੇਖਦਾ, ਕਹਿੰਦਾ ਵੀ ਆਹ ਕਿਆ ਚੀਜ਼ ਹੈ, ਵੀ ਕਹਿੰਦਾ ਕਿਆ ਬਾਤ ਹੈ। ਉਹ ਕਹਿੰਦਾ ਉਰੇ ਆ ਓਏ, ਆਹ ਦੇਖ, ਕਹਿੰਦਾ ਉਹ ਕਹਿੰਦਾ ਆਹ ਤਾਂ ਕਹਿੰਦਾ ਸੁਰਗ ਹੈ, ਆਹ ਝਾਤੀ ਕਹਿੰਦਾ ਦੇਖੀ ਨਹੀਂ। ਸੋ ਜਿਵੇਂ ਤੁਸੀਂ ਉਹ ਕੰਮ ਕਰਾ ਰਹੇ ਵੀ ਆਹ ਦੇਖੋ ਯਾਰ ਸ਼ਾਹਕਾਰ, ਉਹ ਮਤਲਬ ਇਹ ਕਹਿੰਦਾ ਚਾਸ਼ਣੀ ਹੈ ਜਿਹੜੀ, ਇਹੀ ਚਮਤਕਾਰ, ਉਹੀ ਇਹ ਸਾਹਿਤ ਦਾ ਚਮਤਕਾਰ ਹੈ। ਮੈਂ ਸਮਝਦਾ ਮਨਜੀਤ ਜੀ ਇਹ ਇੱਕ ਤੁਹਾਨੂੰ ਨਾ ਥ੍ਰਿਲ ਦਿੰਦੀ ਹੈ। ਮੈਂ ਜਦੋਂ ਪੜ੍ਹਨ ਲੱਗਿਆ ਮੈਂ ਕਿਹਾ ਯਾਰ, ਕਿਉਂਕਿ ਤੁਸੀਂ ਜਿਹੜਾ ਸਿਰਫ ਨਾਵਲ ਦਾ ਉਹ ਆਪਣੀ ਕਥਾ ਨਹੀਂ ਸੁਣਾਈ, ਉਹਦੀ ਦਿਲਚਸਪ ਜ਼ਿੰਦਗੀ 'ਚ ਜਿਹੜਾ, ਜਿਵੇਂ ਉਹ ਦੋਸਤੋਵਾਕੀ ਦੇ ਨਾਲ ਕੁੜੀ ਜਿਹੜੀ ਸਟੈਨੋ ਆਉਂਦੀ ਹੈ, ਅਤੇ ਉਹ ਪਹਿਲਾਂ ਬੜੀ ਹੈਰਾਨ ਹੁੰਦੀ, ਉਹ ਮੋੜ ਦਿੰਦਾ ਉਹਨੂੰ, ਉਹ ਕਹਿੰਦਾ ਮੈਂ ਸ਼ਾਇਦ ਤੈਨੂੰ ਉਹ ਨਹੀਂ ਕਰ ਸਕਦਾ, ਤੈਨੂੰ ਕਹਿੰਦਾ ਤੂੰ ਮੈਨੂੰ ਬਰਦਾਸ਼ਤ ਕਰ ਲਏਗੀ, ਅਤੇ ਬੜੀਆਂ ਗੱਲਾਂ ਕਰਦਾ। ਤੁਸੀਂ ਮੁਹੱਬਤਨਾਮਾ ਉਹਦੇ ਸ਼ਾਇਦ, ਹਾਂ ਮੈਨੂੰ ਉਹ ਮੈਂ ਕਿਹਾ ਯਾਰ ਕਮਾਲ ਦੀਆਂ ਮਤਲਬ ਗੱਲਾਂ ਇਹ ਉਹ ਮੁਹੱਬਤਨਾਮੇ 'ਚ। ਮੁਹੱਬਤਨਾਮੇ ਦੀ ਅੱਜ ਮੈਂ ਇੱਥੇ ਆਉਣ ਲੱਗਿਆ ਸੀਗਾ। ਹਾਂਜੀ, ਤੁਸੀਂ ਲੇਖਕਾਂ ਦੀ ਜਿਹੜਾ ਹੈਗਾ ਬਹੁਤ ਸਾਰੇ ਉਹ ਰਿਸ਼ਤਿਆਂ ਦੀ ਗੱਲ ਕੀਤੀ। ਮੈਂ ਨਾ ਟੈਗੋਰ ਨੂੰ ਪੜ੍ਹਿਆ, ਹਰਪਾਲ ਪੰਨੂ ਦੀ ਕਿਤਾਬ ਪੜ੍ਹੀ ਸੀ ਟੈਗੋਰ ਦੇ ਬਾਰੇ। ਉਹਨਾਂ ਨੇ ਕਾਫੀ ਉਹਦੀ ਜੀਵਨੀ ਨੂੰ ਸੰਖੇਪ 'ਚ ਕਹਿ ਲਓ ਆਪਣੀ ਕਥਾ ਬਿਆਨ ਕੀਤੀ ਆਪਣੇ ਸ਼ਬਦਾਂ 'ਚ। ਪਰ ਤੁਸੀਂ ਇਹਦੇ 'ਚ ਟੈਗੋਰ ਦੀ ਭਰਜਾਈ ਕਦੰਬਰੀ, ਉਹਨਾਂ ਦੇ ਵੱਡੇ ਭਰਾ ਨੂੰ ਵਿਆਹੇ ਸੀ, ਅਤੇ ਪਰ ਉਹ ਬਾਹਰ ਜੇ, ਪਰ ਉਹਨਾਂ ਨਾਲ ਬੜਾ ਮੋਹ ਮੁਹੱਬਤ ਦਿਖਾਇਆ। ਇੱਦਾਂ ਹੀ ਤੁਸੀਂ ਜ਼ਿਕਰ ਕੀਤਾ ਆਪਣੇ ਜ਼ਬਰਾਨ ਦੇ ਨਾਲ ਅਮਰੀਕਾ ਚਲੇ ਗਿਆ, ਉੱਥੇ ਸਕੂਲ ਦੀ ਪ੍ਰਿੰਸੀਪਲ, ਉਹਦੇ ਨਾਲ ਉਹਦਾ ਬਹੁਤ ਹੈਸਕਲ, ਹਾਂਜੀ, ਅਤੇ ਅਮਰੋਜ਼ ਅਤੇ ਅਮਰਤਾ ਦੇ ਰਿਸ਼ਤੇ ਦੀ ਗੱਲ ਕੀਤੀ ਹੈ। ਤੁਸੀਂ ਮਤਲਬ ਕਿ ਕਿਵੇਂ ਦੇਖਦੇ ਆ ਇਹਨਾਂ ਰਿਸ਼ਤਿਆਂ ਨੂੰ? ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਗੁਰਬਖਸ਼ ਸਿੰਘ ਪ੍ਰੀਤਲੜੀ, ਜਿਵੇਂ ਕਹਿੰਦਾ ਵੀ ਪਿਆਰ ਕਬਜ਼ਾ ਨਹੀਂ ਪਛਾਣ ਹੈ, ਅਤੇ ਟੈਗੋਰ ਆਪਣੀਆਂ ਕਵਿਤਾਵਾਂ ਆਪਣੀ ਭਰਜਾਈ ਦੇ ਪੈਰਾਂ 'ਚ ਬੈਠ ਕੇ ਕਹਿੰਦਾ ਵੀ ਤੇਰੇ ਹੀ ਸਾਰਾ ਕੁਛ। ਫਿਰ ਉੱਥੋਂ ਬਾਅਦ 'ਚੋਂ ਬੀਬੀ ਜਿਹੜੀ ਬਾਹਰ ਦੀ ਸੀ ਕੋਦ, ਕਈਆਂ ਨਾਲ ਰਿਸ਼ਤੇ ਰਹੇ। ਕਿਵੇਂ ਤੁਹਾਨੂੰ ਲੱਗਦਾ ਇਹ ਸਾਰਾ ਕੁਛ ਵੀ ਇਹ ਜਨਾਨੀਆਂ, ਕੁੜੀਆਂ, ਤੀਵੀਆਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ 'ਚ ਆਈਆਂ, ਉਹਨਾਂ ਦੀ ਲਿਖਤਾਂ ਉਹਦੇ ਨਾਲ ਉਹ ਜ਼ਿਆਦਾ ਹੋਈਆਂ? ਦੇਖੋ, ਜਿਹੜਾ ਪਿਆਰ ਦਾ ਜਿਹੜਾ ਜਜ਼ਬਾ ਹੈਗਾ ਨਾ ਜੀ, ਇਹ ਹਰ ਆਦਮੀ ਦੀ ਜ਼ਿੰਦਗੀ 'ਤੇ ਇੱਕ ਬੜੇ ਪ੍ਰੇਰਕ
ਸ਼ਕਤੀ ਜਿਹੜੀ ਹੈਗੀ ਹੈ ਨਾ, ਜ਼ਿੰਦਗੀ ਦੀ ਪ੍ਰੇਰਕ ਸ਼ਕਤੀ ਹੈਗੀ ਹੈ, ਉਹ ਪਿਆਰ ਹੈ। ਔਰ ਸਭ ਤੋਂ ਬੜਾ ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਖੁਸ਼ਹਾਲ ਆਦਮੀ ਉਹ ਹੈ ਜਿਸ ਨੂੰ ਪਿਆਰ ਪ੍ਰਾਪਤ ਹੁੰਦਾ ਹੈ। ਪਿਆਰ ਦੇ ਕਈ ਜਿਹੜੇ ਹੈਗੇ ਉਹ ਰੂਪ ਹੈਗੇ ਆ। ਵਾਤਸਲ ਵੀ ਹੈ, ਵਾਤਸल्य ਪਿਆਰ ਹੈ, ਮਾਂ ਬਾਪ ਦਾ ਪਿਆਰ ਹੈ, ਇੱਕ ਦੋਸਤਾਂ ਦਾ ਪਿਆਰ ਹੈਗਾ, ਅਤੇ ਇੱਕ ਮਰਦ ਔਰ ਔਰਤ ਦੇ ਸੰਬੰਧਾਂ ਦਾ ਪਿਆਰ। ਤਾਂ ਮਰਦ ਔਰਤ ਦੇ ਜਿਹੜੀ ਔਰਤ ਹੈਗੀ ਹੈ ਉਸ ਦੇ ਵਿੱਚ ਇੱਕ ਮੈਂ ਜਾਰਜ ਬਰਨਰਡ ਸ਼ਾਹ ਦੇ ਇੱਕ ਨਾਟਕ ਹੈਗਾ ਕੈਂਡੀਡਾ। ਕੈਂਡੀਡਾ ਦੇ ਵਿੱਚ ਇੱਕ ਸ਼ਬਦ ਬੋਲਦਾ ਹੈ ਇੱਕ ਹਸਬੈਂਡ ਆਪਦੀ ਵਾਈਫ ਨੂੰ, ਕੈਂਡੀਡਾ ਨੂੰ, ਯੂ ਆਰ ਮਾਈ ਮਦਰ, ਯੂ ਆਰ ਮਾਈ ਸਿਸਟਰ, you are my mother, you are my sister, you are my beloved, you are my wife. चौथे नंबर, you are my wife, perhaps sum total of all the loving cares for me in this world. ਪਤਨੀ ਵਾਸਤੇ ਤੂੰ ਕਹਿੰਦਾ ਕਦੇ ਮੇਰੀ ਮਾਂ ਹੈ, ਕਦੇ ਤੂੰ ਭੈਣ ਹੈ, ਕਦੇ ਤੂੰ ਮੇਰੀ ਮਹਿਬੂਬਾ ਹੈ ਤੇ ਪਤਨੀ ਹੈ। ਤੇ ਕਹਿਣ ਦੀ ਗੱਲ, ਮੁੱਕਦੀ ਗੱਲ ਇਹ ਹੈ ਕਿ ਦੁਨੀਆ ਦੀਆਂ ਜਿੰਨੀਆਂ ਵੀ ਪ੍ਰੇਮ ਸੂਚਕ ਸੰਬੰਧ ਹੈਗੇ ਆ, ਤੂੰ ਉਹਨਾਂ ਦਾ ਨਿਚੋੜ ਹੈ। ਤਾਂ ਔਰਤ ਜਿਹੜੀ ਹੈਗੀ ਹੈ ਜੀ, ਉਹ ਸਿਰਫ ਇੱਕ ਰਿਸ਼ਤਾ ਹੀ ਨਹੀਂ ਹੈ। ਉਹ ਜਿੱਦਾਂ ਇੱਕ ਜਗ੍ਹਾ ਦੇ ਉੱਤੇ ਅੰਮ੍ਰਿਤਾ ਵੀ ਕਹਿੰਦੀ ਹੈ ਵੀ ਤੂੰ ਮੇਰਾ ਇਹ ਵੀ ਹੈ, ਇਹ ਵੀ ਹੈ, ਇਹ ਵੀ ਹੈ। ਤਾਂ ਉਸ ਤਰੀਕੇ ਦੇ ਨਾਲ ਔਰਤ ਦੇ ਬਹੁ ਰੂਪੀ ਸੰਬੰਧ ਹੈਗੇ ਹੈ। ਉਹ ਕਦੇ ਉਹ ਸਾਡੀ ਮਾਂ ਵਾਂਗੂ ਹਿਫਾਜ਼ਤ ਕਰਦੀ ਹੈ, ਕਦੇ ਭੈਣ ਵਾਂਗੂ ਜਿਹੜਾ ਹੈਗਾ ਉਹ ਅਸੀਸ ਦਿੰਦੀ ਹੈ, ਕਦੇ ਉਹ ਮਹਿਬੂਬਾ ਹੈ, ਕਦੇ ਉਹ ਪਤਨੀ ਹੈ। ਤਾਂ ਇਸ ਦੇ ਵਿੱਚ ਪਿਆਰ ਦੇ ਮੈਂ ਇਹ ਜਦੋਂ ਵਿਸ਼ਵ ਦੇ ਸ਼ਾਹਕਾਰ ਨਾਵਲਾਂ 'ਤੇ ਕੰਮ ਕਰ ਰਿਹਾ ਸੀ ਤਾਂ ਉਸ ਵੇਲੇ ਮੈਂ ਇਹ ਮਹਿਸੂਸ ਕੀਤਾ ਕਿ ਯਾਰ ਐਡੇ ਵੱਡੇ ਲੇਖਕ ਜਿਹੜੇ ਹੈਗੇ ਹੈ, ਇਹ ਪਿਆਰ ਦੀਆਂ ਇੰਨੀਆਂ ਖੂਬਸੂਰਤ ਬਾਤਾਂ ਇਹਨਾਂ ਨੇ ਕੀਤੀਆਂ, ਇੰਨੀਆਂ ਖੂਬਸੂਰਤ ਗੱਲਾਂ ਕੀਤੀਆਂ, ਅਤੇ ਪਿਆਰ ਦੇ ਵੱਖਰੇ ਵੱਖਰੇ ਆਯਾਮ ਜਿਹੜੇ ਹੈਗੇ ਹੈ ਉਹ ਸਾਡੇ ਸਾਹਮਣੇ ਪੇਸ਼ ਕੀਤੇ ਹੈ। ਅਤੇ ਜਦੋਂ ਇਹ ਪਿਆਰ ਦੇ ਵਿੱਚੋਂ ਗੁਜ਼ਰੇ ਹੋਣਗੇ, ਜਦੋਂ ਪਿਆਰ ਨੇ ਇਹਨਾਂ ਦੀ ਜ਼ਿੰਦਗੀ ਦੇ ਬੂਹੇ 'ਤੇ ਦਸਤਕ ਦਿੱਤੀ ਹੋਵੇਗੀ, ਤਾਂ ਉਦੋਂ ਇਹਨਾਂ ਨੇ ਕਿੱਦਾਂ ਮਹਿਸੂਸ ਕੀਤਾ ਹੋਵੇਗਾ। ਇਸ ਤੋਂ ਪ੍ਰੇਰਿਤ ਹੋ ਕੇ ਮੈਂ ਇਹ ਐਕਸਪਲੋਰ ਕਰਨਾ ਸ਼ੁਰੂ ਕੀਤਾ, ਇਹਦੇ ਉੱਤੇ ਮੈਂ ਕੰਮ ਕਰਨਾ ਸ਼ੁਰੂ ਕੀਤਾ। ਤਾਂ ਮੈਂ ਦੇਖਿਆ ਕਿ ਇਹ ਪਿਆਰ ਉਹ ਕਹਿੰਦੇ ਨੇ, ਉਹ ਪਿਆਰ ਕੋ ਪਿਆਰ ਹੀ ਰਹਿਣੇ ਤੋਂ ਇਸੇ ਕੋਈ ਨਾਮ ਨਾ ਦੋ। ਪਰ ਮੈਂ ਨਾ ਇੱਕ ਗੱਲ ਗੁਲ ਸਾਹਿਬ, ਜਿਵੇਂ ਜਸਵੰਤ ਕਮਲ ਉਹਨੇ ਵਿਆਹੇ ਹੋਏ ਸੀ, ਤੁਹਾਨੂੰ ਪਤਾ ਹੈ, ਪਰ ਉਹਨਾਂ ਦੀ ਜ਼ਿੰਦਗੀ ਜਸਵੰਤ ਗਿੱਲ ਆਏ ਅਤੇ ਉਹ ਕਹਿੰਦੇ ਸੀ ਮੇਰਾ 40 ਸਾਲ ਰਿਸ਼ਤਾ ਰਿਹਾ, 20 ਸਾਲ ਤੋਂ ਬਾਹਰ ਹੀ ਰਹੇ ਅਤੇ 20 ਸਾਲ ਫਿਰ ਉਹਨਾਂ ਦੇ ਘਰੇ ਰਹਿੰਦੇ ਰਹੇ ਪਿੰਡ 'ਚ। ਉਹ ਸਰਪੰਚ ਵੀ ਸੀਗੇ ਅਤੇ ਪੰਜਾਬੀ ਦੇ ਬਹੁਤ ਨਾਮਵਰ ਨਾਵਲਕਾਰ ਅਤੇ ਦੁਨੀਆ 'ਚ ਨਾਂ ਆਉਂਦਾ ਪੰਜਾਬੀਆਂ 'ਚ। ਪਰ ਜਦੋਂ ਇੱਕ ਆਮ ਬੰਦਾ ਜੇਕਰ ਇੱਦਾਂ ਕਰਦਾ ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਵੀ ਇਹ ਅਸੀਂ ਇਹਨੂੰ ਬਾਹਰ। ਕਹਿੰਦੇ ਵੀ ਲੇਖਕ ਇੱਕ ਆਪਣੇ ਸਰੀਰਾਂ ਵਾਲੇ ਰਿਸ਼ਤਿਆਂ ਨੂੰ ਸ਼ਬਦਾਂ ਦੇ ਵਿੱਚ ਕਹਿੰਦੇ ਜਦੋਂ ਪੇਸ਼ ਕਰ ਲੈਂਦਾ ਤਾਂ ਉਹ ਰੂਹਾਨੀਅਤ ਲੱਗਦਾ ਹੈ, ਅਤੇ ਜਦੋਂ ਆਮ ਬੰਦਾ ਕਰਦਾ ਕਹਿੰਦੇ ਵੀ ਇਹ ਤਾਂ ਗਲਤ ਹੈ। ਦਰਅਸਲ ਲੋਕ ਜਿਹੜੇ ਹੈਗੇ ਨੇ ਜੀ, ਉਹ ਇੱਕ ਮੋਲੋਜੋਰੀ ਜੱਜ ਦੀ ਕੁਰਸੀ 'ਤੇ ਬਹਿ ਜਾਂਦੇ ਹੈ, ਜਜਮੈਂਟਲ ਹੁੰਦੇ ਹੈ, ਉਹ ਨਿਰਣਾ ਪਾਸ ਕਰਦੇ ਹੈ, ਔਰ ਫੈਸਲੇ ਕਰਨਾ ਜਿਹੜਾ ਹੈਗਾ ਨਾ ਜੀ ਉਹ ਬੜੇ ਆਸਾਨ ਹੈਗਾ। ਅਤੇ ਬਾਕੀ ਇਹ ਇੱਕ ਮੈਂ ਇਹ ਸਮਝਦਾ ਕਿ ਇਹ ਬਿਲਕੁਲ ਇੱਕ ਜਾਤੀ ਸਵਾਲ ਹੈਗਾ, ਜਾਤੀ ਰਿਸ਼ਤਾ ਹੈਗਾ। ਉਸ ਰਿਸ਼ਤੇ ਦੀ ਜਿਹੜੀ ਪਵਿੱਤਰਤਾ ਹੈ ਜਾਂ ਉਸ ਰਿਸ਼ਤੇ ਦੀ ਅਜ਼ਮਤ ਹੈ, ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਗਰਿਮਾ ਜਿਹੜੀ ਹੈ ਉਸ ਰਿਸ਼ਤੇ ਦੀ ਕਿਸ ਤਰੀਕੇ ਨਾਲ ਬਰਕਰਾਰ ਰੱਖਦੇ ਹੋ, ਇਹ ਉਹਨਾਂ ਦੇ ਆਪਸੀ ਸੰਬੰਧਾਂ ਦੀ ਗੱਲ ਹੈ। ਇਹ ਤਾਂ ਮਤਲਬ ਉਹਨਾਂ ਦੀ ਇੱਕ ਨਿੱਜੀ ਜ਼ਿੰਦਗੀ ਦਾ ਮਸਲਾ ਹੈ ਜਿਹਦੇ ਵਿੱਚ ਕੋਈ ਵੀ ਤੀਜਾ ਆਦਮੀ ਜਿਹੜਾ ਹੈਗਾ ਉਹ ਕੋਈ ਫੈਸਲਾ, ਕੋਈ ਨਿਰਣਾ ਨਹੀਂ ਕਰ ਸਕਦਾ, ਨਾ ਹੀ ਕਰਨਾ ਚਾਹੀਦਾ। ਇਹ ਮੈਂ ਸਮਝਦਾ ਅਨਾਧਿਕਾਰ ਚੇਸ਼ਟ ਹੈ।
ਖੈਰ ਆਪਾਂ ਕਿਤਾਬਾਂ ਦੀ ਗੱਲ ਵੱਲ ਮੁੜ ਕੇ ਆਈਏ। ਇੱਕ ਵਾਰ ਤੁਸੀਂ ਗੱਲ ਕਰ ਰਹੇ ਸੀ ਫੋਨ ਤੇ, ਆਪਣੀ ਗੱਲ ਹੋਈ ਸੀ, ਤੁਸੀਂ ਕਲਕੱਤੇ ਗਏ ਤੇ ਲਾਇਬ੍ਰੇਰੀ ਪੁੱਛਿਆ, ਉਹ ਕਹਾ ਕਿੱਸਾ ਸੁਣਾਓ ਮਾੜਾ ਜਿਹਾ ਜਰਾ, ਕਿਉਂਕਿ ਉੱਧਰ ਉਹਨਾਂ ਦਾ ਬਗਾਨੀ ਦਾ ਬਹੁਤ ਪਿਆਰ ਹੈ ਪੰਜਾਬੀ ਕਿਤਾਬਾਂ, ਆਪਣੀ ਕਿਤਾਬਾਂ ਨਾਲ। ਦੇਖੋ ਦੋ ਤਿੰਨ ਮੈਂ ਉਹਨੇ ਦੋ ਗੱਲਾਂ ਸੁਣਾਉਣਾ ਮੈਂ। ਇੱਕ ਤਾਂ ਮੈਂ ਇੱਕ ਰਸਤੇ ਦੇ ਵਿੱਚ ਮੈਨੂੰ ਚਾਹ ਦੀ ਤਲਬ ਲੱਗੀ ਕਲਕੱਤੇ ਅਸੀਂ ਜਾ ਰਹੇ ਸੀ, ਅਤੇ ਕਿਸੇ ਪਿੰਡ ਥਾਣੀ ਦੀ ਗੁਜ਼ਰੇ ਅਤੇ ਚਾਹ ਦੀ ਤਲਬ ਲੱਗੀ, ਅਤੇ ਮੈਨੂੰ ਦੂਰ ਤੱਕ ਕੋਈ ਚਾਹ ਦੀ ਦੁਕਾਨ ਨਜ਼ਰ ਨਾ ਆਈ। ਤਾਂ ਅਖੀਰ 'ਚ 15-20-50 ਕਿਲੋਮੀਟਰ ਚੱਲਣ ਤੋਂ ਬਾਅਦ ਆਈ, ਅਤੇ ਉਹ ਜਿਹੜਾ ਮੇਰਾ ਦੁਭਾਸ਼ੀਆ ਸੀਗਾ, ਸਰਕਾਰ ਨੇ ਮੈਨੂੰ ਦਿੱਤਾ ਸੀ, ਬੰਗਾਲ ਦੀ ਸਰਕਾਰ ਨੇ, ਉਹਨੂੰ ਮੈਂ ਕਿਹਾ ਯਾਰ ਇੱਥੇ ਰੋਕ ਲੈ, ਚਾਹ ਪੀਨੇ। ਉਹ ਸਾਈਕਲ ਰਿਪੇਅਰ ਦੀ ਅਤੇ ਚਾਹ ਦੀ ਇਕੱਠੀ ਦੁਕਾਨ ਸੀ। ਉਹ ਖੋਖੇ ਦੇ ਅੰਦਰ ਚਲੇ ਗਏ। ਤਾਂ ਖੋਖੇ ਦੇ ਅੰਦਰ ਗਏ ਤਾਂ ਮਨਜੀਤ ਜੀ ਮੈਂ ਦੇਖਿਆ ਸਾਹਮਣੇ ਦੀਵਾਰ ਦੇ ਉੱਤੇ ਸ਼ਰਤ ਚੰਦਰ ਦੀ ਫੋਟੋ ਲੱਗੀ। ਤਾਂ ਮੈਂ ਐਵੇਂ ਉਸ ਤੋਂ ਪੁੱਛਿਆ ਦੁਕਾਨਦਾਰ ਤੋਂ, ਚਾਹ ਬਣਾਉਣ ਵਾਲੇ ਤੋਂ, ਤਾਂ मैं क्या ये किसकी फ़ोटो है? मगर जान के अनजान बनना। वो कहे शरत बाबू हमारे बहुत बड़े लेखक हैं। उन्हें ट्रांसलेट करके मैंने दसे, कह रहे बहुत बड़े लेखक हैं। तो मैं उन्होंने पूछा मैं कि तुसी कुछ पढ़िया है? उन्हें जवाब दिया मैं सारा कुछ पढ़िया, जो कुछ भी मैं लिखे। तो बंगाल साइकिलों वाला बंदा, चाह का खोखा लग गया। शरत चंद्र के सारे, और शरत चंद्र की फोटो लाई है जिदा अपने देवी देवतियां की फोटो लगी होंगी। कोई ਜਿਹੜਾ ਮੇਰੇ ਨਾਲ ਸੀਗੇ, ਮੈਨੂੰ ਦੁਭਾਸ਼ੀ ਮਿਲੇ ਸੀ ਆਫੀਸਰ, ਉਹ ਵੀਡੀਓ ਸੀਗੇ, ਬਲਾਕ ਡਿਵੈਲਪਮੈਂਟ ਆਫੀਸਰ ਸੀ। ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਵੀ ਮੈਨੂੰ ਜੀ ਬੜੀ ਖੁਸ਼ੀ ਹੋਊਗੀ ਤੁਸੀਂ ਮੇਰੇ ਕੋਲੇ ਲੰਚ ਜਾਂ ਡਿਨਰ ਇੱਕ ਦਿਨ ਕਰੋ। ਤਾਂ ਮੈਂ ਕਿਹਾ ਕੋਈ ਨਹੀਂ, ਡਿਨਰ ਡੂਨਰ ਤਾਂ ਨਹੀਂ ਕਰਦੇ ਆਪਾਂ, ਚਾਹ ਪੀਵਾਂਗੇ ਸ਼ਾਮ ਨੂੰ, ਲੈ ਜੀ ਕਿਤੋਂ ਮਰਜ਼ੀ ਲੈ ਜੀ। ਤਾਂ ਉਹ ਮੈਨੂੰ ਲੈ ਗਏ ਜੀ ਘਰੇ ਮਿਦਨਾਪੁਰ। ਉਹਨਾਂ ਦੇ ਮਾਤਾ ਜੀ ਮਿਲੇ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਤੁਹਾਡੀ ਲਾਇਬ੍ਰੇਰੀ ਦੇਖਣਾ ਚਾਹੁੰਦਾ। वो कहते मेरी लाइब्रेरी देखना चाहते हो? माता बोले। मैं क्या बहन, मैं बात नहीं समझा। कहती हमारे घर में मेरी लाइब्रेरी अलग है, मेरे 2 बेटे हैं उनकी अलग लाइब्रेरी है, मेरी बहू की अलग लाइब्रेरी है, मेरी बेटी की अलग लाइब्रेरी, और मैं सारियाँ लाइब्रेरियाँ देखी। और मैनू देख के हैरानी हुई कि जे फर्ज करो देवदास नावल एक अलमारी च पिया है तो 5 अलमारियां च देवदास पिया है। ये नहीं उन्होंने सोचा भी देवदास घर च हैगा तो हुण काहनूं होर कोई लैके आउणी। उन्होंने मैनू एक गल होर दसी बई हमारे ज़माने में, कहती जब मैं जवान थी, जदों साडे घरों कोई सब्जी लैण जांदा सी तां थैले दे विच कोई ना कोई नावल जरूर होंदा सी। नावल खरीद के लियाउंदे सी, नावल भी खरीद के लियाउंदे सी। तां इन्ना शौक है जी उन्हां नूं पढ़न दा, और इसे करके जिहड़ा हैगा। ਤੁਸੀਂ ਵੀ ਗੱਲ ਕਰ ਰਹੇ ਸੀ ਇੱਕ ਦਿਨ ਵੀ ਉਹ ਤੁਸੀਂ ਛੋਟੇ ਹੁੰਦੇ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਪੜ੍ਹਦੇ ਸੀ ਤੇ ਫਿਰ ਲਿਆ ਕੇ ਆ ਕੇ ਆਪਣੇ ਮਾਤਾ ਜੀ ਨੂੰ ਸੁਣਾਇਆ ਕਰਦੇ ਸੀ। ਤੇ ਉੱਥੋਂ ਚੱਲੀ ਕਹਾਣੀ। ਗੁਰਦਿਆਲ ਸਿੰਘ ਜੀ ਤੁਹਾਡੇ ਨਾਲ ਦੇ ਜੈਤੋ 'ਚ ਰਹੇ ਤੁਸੀਂ? ਗੁਰਦਿਆਲ ਸਿੰਘ ਸਾਡੇ ਮੇਰਾ ਗੁਆਂਢੀ ਸੀਗੇ। ਹਾਂ, ਵਡਭਾਗਾ ਜੀ ਵੀ ਅਸੀਂ ਇੱਕੋ ਹੀ ਗਲੀ ਦੇ ਜੰਮਪਲ ਹੈਗੇ ਹਾਂ, ਇੱਕੋ ਸ਼ਹਿਰ ਦੇ ਇੱਕੋ ਹੀ ਗਲੀ ਦੇ ਜੰਮਪਲ ਹੈ। ਉਹਨਾਂ ਦੀ ਜ਼ਿੰਦਗੀ ਬੜੀ ਸਾਦਗੀ ਭਰਪੂਰ ਜ਼ਿੰਦਗੀ ਸੀਗੀ, ਮਿਹਨਤੀ ਬਹੁਤ ਜ਼ਿਆਦਾ ਸੀ। ਅਣਹੋਏ ਦੇ ਪਾਤਰ ਤੁਹਾਡੇ ਸਾਹਮਣੇ? ਹਾਂ, ਅਣਹੋਏ ਦੇ ਪਾਤਰ ਤਾਂ ਉਹਨਾਂ ਦੇ ਬਿਸ਼ਨਾ ਤਾਇਆ, ਹਾਂ, ਤੇ ਤਾਈ। ਉਹਨਾਂ ਦੇ ਤਾਏ ਸੀ? ਉਹ ਤਾਇਆ ਸੀ ਜੀ। ਅੱਛਾ। ਬਿਸ਼ਨਾ ਜੀ ਉਹਨਾਂ ਦੇ ਤਾਇਆ ਜੀ ਸੀਗੇ। ਅਤੇ ਮੱਗਰ ਜਿਹੜਾ ਹੈਗਾ ਕਰੈਕਟਰ, ਮੱਗਰ ਇਹਨਾਂ ਦਾ ਸਕਾ ਭਰਾ ਸੀ, ਵਿਚਕਾਰਲਾ ਸੀ। ਅਤੇ ਇਹਨਾਂ ਦੇ ਬੜੇ ਕਾਰੀਗਰਾਂ ਦਾ ਪਰਿਵਾਰ, ਬੜਾ ਵਧੀਆ ਪਰਿਵਾਰ ਸੀਗਾ, ਹਾਤਾ ਸੀ। ਔਰ
ਬੜੀ ਹਵੇਲੀ ਵਾਂਗੂ ਘਰ ਸੀਗਾ ਇਹਨਾਂ ਦਾ, ਬੜਾ ਚੰਗਾ ਘਰ ਸੀਗਾ। ਅਤੇ ਉੱਪਰਲੇ ਚਵਾਰੇ 'ਚ ਹੀ ਇਹ ਉੱਪਰ ਚਵਾਰਾ ਸੀਗਾ ਅਤੇ ਉਹਦੇ ਵਿੱਚ ਹੀ ਇਹ ਪੜ੍ਹਦੇ ਲਿਖਦੇ ਰਹੇ ਸਾਰੀ ਜ਼ਿੰਦਗੀ। ਇਹਨਾਂ ਨੇ ਜੋ ਵੀ ਕੁਛ ਵੀ ਜਿੰਨਾ ਵੀ ਇਹਨਾਂ ਨੇ ਕੰਮ ਕੀਤਾ ਸਾਹਿਤਕ, ਉਹ ਸਾਰਾ ਉਸ ਚਵਾਰੇ 'ਚ ਹੀ ਕੀਤਾ। ਅਤੇ ਥਵੇਂ ਵੀ ਕਦੇ ਗਏ ਉਸ ਚੁਬਾਰੇ ਮਾ? ਮੈਂ ਜੀ ਸਾਡਾ ਤਾਂ ਬਚਪਨ ਹੀ ਬੀਤਿਆ ਜੀ ਉੱਥੇ। ਹਾਂ, ਮੈਂ ਤਾਂ ਉਹਨਾਂ ਦੀ ਲਾਸਟ ਇੰਟਰਵਿਊ ਵੀ ਉਹਨਾਂ ਦੇ ਦੇਹਾਂਤ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਜੈਤੋ ਗਿਆ ਸੀਗਾ, ਅਤੇ ਉਹ ਇੰਟਰਵਿਊ ਲਾਸਟ ਹੈ, ਉਹ ਮੇਰੀ ਸਮਕਾਲੀ ਸਾਹਿਤ 'ਚ ਵੀ ਛਪੀ ਸੀ। ਤਾਂ ਉਸ ਵੇਲੇ ਦੇਖੋ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਜੰਗ ਬਹਾਦਰ ਮੇਰੀ ਮੈਂ ਚਲਿਆ ਜਾਂਦਾ ਤਾਂ ਮੈਨੂੰ ਕੋਈ ਰਿਗਰੈਟ ਨਹੀਂ। ਆਏ ਬਾਹਾਂ ਉੱਚੀਆਂ ਕਰਕੇ ਉਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਕੋਈ ਰਿਗਰੈਟ ਨਹੀਂ। ਬੜਾ ਪ੍ਰਫੁੱਲਿਤ ਹੋ ਕੇ ਮੈਂ ਤਾਂ ਉਹਨਾਂ ਨੂੰ ਜੀ ਮਨਜੀਤ ਜੀ ਦੇਖਿਆ ਗਰਮੀਆਂ ਦੀ ਰੁੱਤ ਦੇ ਵਿੱਚ ਆਪ ਉਹ BA ਓਨਲੀ ਇੰਗਲਿਸ਼ ਗਿਆਨੀ ਕਰ ਲਈ ਸੀਗੀ। ਅਤੇ ਜਿਹਨੂੰ ਆਪਾਂ ਕਹਿੰਦੇ ਨਾ ਵਾਇਆ ਬਠਿੰਡਾ BA ਕੀਤੀ ਹੈ, ਅਤੇ ਉਹਨਾਂ ਨੇ ਵਾਇਆ ਬਠਿੰਡਾ ਜਿਹੜੀ ਹੈਗੀ ਉਹ BA ਕਰ ਰਹੇ ਸੀਗੇ ਖੁਦ। ਅਤੇ ਛੋਟਾ ਜਿਹਾ ਦੀਵਾ ਲੈਟਰਿੰਗ, ਅਤੇ ਮੁੜਕੋ ਮੁੜਕੀ ਹੋਏ ਬਨੈਣ ਪਾਈ ਵੀ, ਅਤੇ ਉਸ ਦੇ ਵਿੱਚ ਉਹ ਮੇਰਾ ਬਚਪਨ ਜਿਹੜਾ ਮਾਈ ਚਾਈਲਡਹੁੱਡ ਆਪਣਾ ਮੈਕਸਿਮ ਗੋਰਕੀ ਦਾ, ਉਹਨੂੰ ਟਰਾਂਸਲੇਟ ਕਰ ਰਹੇ ਸੀ ਅੰਗਰੇਜ਼ੀ ਤੋਂ ਪੰਜਾਬੀ 'ਚ। ਔਰ ਇੰਨੇ ਮਿਹਨਤੀ ਸੀਗੇ ਜੀ। ਜੈਤੋ ਦਾ ਮੁਹਾਵਰਾ ਮਸ਼ਹੂਰ ਸੀਗਾ ਵੀ ਤੂੰ ਗੁਰਦਿਆਲ ਸਿੰਘ ਵਰਗੀ ਮਿਹਨਤ ਕਰ ਸਕਦਾ। ਇੰਨਾ ਮਿਹਨਤ, ਇੰਨੀ ਹਲੀਮੀ, ਇੰਨੀ ਮਿਹਨਤ ਕੋਈ ਨਹੀਂ ਬੰਦਾ ਕਰ ਸਕਦਾ। ਬੜੀ ਨਿਮਰਤਾ ਸੀ ਉਹਨਾਂ 'ਚ। ਔਰ ਸਾਡੀ ਜੈਤੋ ਦਾ ਨਾਮ ਉੱਚਾ ਕੀਤਾ ਜੀ, ਗਿਆਨਪੀਠ ਅਵਾਰਡ ਮਿਲਿਆ ਉਸ। ਖੈਰ ਬਹੁਤ ਵਧੀਆ ਜੀ, ਬੜੇ ਚੰਗਿਆੜੇ ਥਾਨੇ ਸੁਣਾਏ। ਅਤੇ ਮੇਰਾ ਖਿਆਲ ਹੈ ਜਿਹੜੇ ਮੇਰੇ ਵਰਗੇ ਹੈ ਬਹੁਤ ਮੌਕਾ ਨਹੀਂ ਮਿਲਦਾ ਹੈਗਾ ਕਿਤਾਬਾਂ ਦੇ ਬਾਰੇ ਮੈਂ ਕਈ ਵਾਰੀ ਬਾਤ ਜ਼ਿਕਰ ਨਹੀਂ ਹੁੰਦਾ, ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ। ਅਤੇ ਮੇਰਾ ਖਿਆਲ ਹੈ ਕਿਉਂਕਿ ਸਾਰਾ ਹੀ ਆਪਾਂ ਨਾਵਲ ਜਿਹੜੇ ਆ ਉਹਨਾਂ ਦੀ ਬਾਤ ਹੋ ਨਹੀਂ ਸਕਦੀ, ਆਪਾਂ ਤਾਂ 2-4 ਖੀਰ ਕੀ ਬੰਦਗੀ ਦਿਖਾਈ। ਲੰਬਾ ਬਹੁਤ ਵਿਸ਼ਾਲ ਉਹ ਹੈ। ਅੱਛਾ, ਤੁਹਾਨੂੰ ਉਹ ਸੁਣਾ ਰਹੇ ਤੇ ਜਿਹੜੀ ਬਾਤ ਉਹ ਵੀ ਸੁਣਾ ਦਿਓ। ਚੰਗਿਆੜਾ ਮੈਨੂੰ ਬਹੁਤ ਕਮਾਲ ਲੱਗਿਆ ਵੀ ਤੁਹਾਨੂੰ IAS SDM ਵੀ ਰਾਤ ਨੂੰ ਵੀ ਪੈਂਟ ਪਾ ਕੇ ਸੋ ਜਾਂਦੇ ਰਹੇ, ਵੀ ਕਹਿੰਦੇ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਦਿਨ ਕੱਪੜੇ ਕਿਹੜੇ ਆ ਰਾਤ ਕੀ ਕਿਹੜੇ। ਨਹੀਂ ਬਸ ਉਹ ਇਸ ਤਰ੍ਹਾਂ ਜੀ ਵੀ ਉਹ ਬਸ ਲੰਘ ਗਿਆ ਕੋਈ ਮਤਲਬ ਕਿ ਰਾਤ ਨੂੰ ਵੀ ਇੱਥੇ ਪੈਂਟ ਵਿੱਚ ਸੋ ਜਾ। ਮੈਂ ਹਾਂ ਪੈਂਟ ਪਜਾਮਾ ਨਹੀਂ ਪਾਇਆ ਕਦੇ? ਨਾ ਪਾਇਆ ਹੀ ਨਹੀਂ ਜੀ। ਗਰਮੀ ਨਾ ਗਰਮੀਆਂ ਉਹ ਸਿਮਰ ਸਦੋਸ਼ ਆ ਸਾਡੇ ਬਹੁਤ ਸੀਨੀਅਰ ਪੱਤਰਕਾਰ ਹੈ ਜਲੰਧਰ ਦੇ। ਉਹਨਾਂ ਨੇ ਮੇਰਾ ਸ਼ਬਦ ਚਿੱਤਰ ਲਿਖਿਆ, ਉਹ ਹਿੰਦੀ ਮਿਲਾਪ ਦੇ ਵਿੱਚ ਛਪਿਆ। ਜਿਹੜਾ ਯਸ਼ ਜੀ ਸੀ ਨਾ ਮਿਨਿਸਟਰ, ਉਹਨਾਂ ਦਾ ਬੜਾ ਪੁਰਾਣਾ ਅਖਬਾਰ ਉਹ ਮਿਲਾਪ ਦੇ ਵਿੱਚ ਛਪਿਆ। ਅਤੇ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਉਸ ਸ਼ਬਦ ਚਿੱਤਰ ਦੇ ਵਿੱਚ ਕਿ इतने ऊंचे पद पर पहुंचकर भी इस शख्स को अभी तक सुबह के और रात के कपड़ों में अंतर करना नहीं आया। ਉਹ ਅੱਛਾ ਮੈਨੂੰ ਕੋਈ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਉਸ ਵੇਲੇ ਸਰਸਰੀ ਜੀ ਸਾਡੀ ਸੀਗੀ, ਪਰ ਉਹ ਦੇਖੋ ਤੁਸੀਂ ਜਿਹੜੇ ਰਾਈਟਰ ਹੁੰਦੇ ਆ, ਪੱਤਰਕਾਰ ਹੁੰਦੇ ਆ, ਇਹਨਾਂ ਦੀ ਨਜ਼ਰ ਬੜੀ ਤਿੱਖੀ, ਜਿੱਦਾਂ ਆਪਾਂ ਹੁਣ ਬਾਲਜ਼ਾਕ ਦੇ ਸੰਬੰਧ 'ਚ ਗੱਲ ਕਰਦੇ ਆਏ ਹਾਂ ਜੀ, ਤਿੱਖੀ ਨਜ਼ਰ ਹੁੰਦੀ। ਤਾਂ ਉਹਦੀ ਇੰਨੀ ਪਹਿਲੀ ਦ੍ਰਿਸ਼ਟੀ ਸੀ, ਇੰਨੀ ਤਿੱਖੀ ਨਜ਼ਰ ਸੀ, ਉਹਨੇ ਨੋਟ ਕਰ ਲਈ ਗੱਲ ਅਤੇ ਉਹਨੇ ਲਿਖਿਆ ਵੀ ਰਾਤ ਦੇ ਦਿਨ ਦੇ ਕੱਪੜਿਆਂ ਦੇ ਵਿੱਚ ਫ਼ਰਕ ਨਹੀਂ ਪਤਾ ਜੀ। ਵਾਕਿਆ ਨਹੀਂ, ਹੁਣ ਤੱਕ ਵੀ ਨਹੀਂ ਪਤਾ ਜੀ ਕੀ ਉੱਥੇ। ਚਲੋ ਵਧੀਆ, ਆਨੰਦ ਹੈ ਚੰਗਿਆੜੇ ਆਨੰਦ ਚ। ਸੋ ਬਈ ਦੋਸਤੋ ਬਾਤ ਨਹੀਂ ਹੋਇਆ ਵੀ ਜਿਨ੍ਹਾਂ ਨੇ ਵੀ ਇਹ ਆਪਣੇ ਸ਼ਾਹਕਾਰ ਨਾਵਲ ਅਤੇ ਉਹ ਲੇਖਕਾਂ ਦੀਆਂ ਬਹੁਤ ਦਿਲਚਸਪ ਕਿੱਸੇ ਪੜ੍ਹਨੇ ਹੋਏ ਕਿ ਪੜ੍ਹਨੇ ਚਾਹੀਦੇ ਹੈ। ਅਤੇ ਹਰਮਨ ਹੈਸਕਾ ਮੈਂ ਬਾਤ ਕਰ ਰਿਹਾ ਤਾਂ ਨਾਵਲ ਥੋੜ੍ਹੇ ਦਿਨ ਪਹਿਲਾਂ ਹੀ ਮੈਂ ਪੜ੍ਹਿਆ, ਸਿਧਾਰਥ ਦੀ ਜੀ ਨੋਬਲ ਨਾਮ ਮਿਲਿਆ ਉਸ 'ਤੇ ਉਹਨੂੰ, ਪੰਜਾਬੀ ਕੇ ਵੀ ਛਪਿਆ हुआ ਨਾਵਲ ਹੈ ਉਹ। ਅਤੇ ਪੰਜਾਬੀ में बहुत सारा साहित्य मिलता है ਇਹਨਾਂ ਨਾਵਲਾਂ का, ਅਤੇ ਪੜ੍ਹਨਾ ਚਾਹੀਦਾ ਹੈ। ਅਤੇ ਆਪਣੇ थाने वो भी लिखी है जी अपने खलील जिब्रान उन्होंने की जीवनी पंजाबी में करी लत्था। खलील जिब्रान की जीवनी तो जी ये तो बड़ी मिखाइल नईमी
ਉਹਨਾਂ ਦਾ ਸਮਕਾਲੀ ਸੀਗੇ, ਦੋਸਤ ਸੀਗੇ ਬੜੇ ਪੱਕੇ। ਅਤੇ ਇਹ ਬੜੀ ਰੇਅਰ ਕਿਤਾਬ ਹੈ, ਅੰਗਰੇਜ਼ੀ 'ਚ ਵੀ ਉਪਲਬਧ ਨਹੀਂ ਹੁੰਦੀ। ਅਤੇ ਮੈਨੂੰ ਇੱਕ ਦੋਸਤ ਤੋਂ ਮਿਲੀ ਅਤੇ ਮੈਨੂੰ ਬੜੀ ਖੁਸ਼ੀ ਹੋਈ ਇਸਦਾ ਮੈਂ ਟਰਾਂਸਲੇਸ਼ਨ ਕੀਤਾ ਪੰਜਾਬੀ 'ਚ। ਔਰ ਇਹ ਸਿੰਘ ਬ੍ਰਦਰਜ਼ ਹੈ ਜੀ। ਮਿਖਾਈਲ ਨਈਮੀ ਦੀ ਇੱਕ ਮੈਂ ਕਿਤਾਬ ਹੋਰ ਦਾ ਕੀਤਾ ਅੱਜ ਕੱਲ੍ਹ, ਇੱਕ ਅਵਾਰਾ ਰੂਹ ਦਾ ਰੋਜ਼ ਨਾਮਚਾ। ਇੱਕ ਥਮੇ ਬਾਤ ਕਰ ਰਹੇ ਤੇ ਵੀ ਥਮੇ ਘਰਾਂ ਦੇ ਬਾਹਰ ਨਹੀਂ ਜਾਂਦੇ, ਉਰੇ ਹੀ ਹੈ ਕਿਤੇ ਨਹੀਂ, ਮਤਲਬ ਕਿ ਸਾਰਾ ਦਿਨ ਪੜ੍ਹ ਰਹੇ ਲਿਖ ਰਹੇ ਬਸ ਬਾਹਰ ਪੜ੍ਹਨ ਜੀ ਮੈਂ ਦਰਅਸਲ ਦੇਖੋ ਇਹਦੇ ਵਿੱਚ ਮੈਂ ਸਮਝਦਾ ਕਿ ਮੇਰੇ ਪਰਿਵਾਰ ਦਾ ਮੈਨੂੰ ਬਹੁਤ ਯੋਗਦਾਨ ਹੈਗਾ ਜੀ। ਖਾਸ ਕਰ ਮੇਰੀ ਪਤਨੀ ਦਾ, ਨੀਲਮ ਦਾ, ਔਰ ਬੇਟੇ ਦਾ, ਬਹੂ ਦਾ, ਬੜਾ ਉਹਨਾਂ ਦਾ, ਕਿਉਂਕਿ ਉਹਨਾਂ ਨੇ ਕਦੇ ਵੀ ਮੇਰੇ ਕੰਮ ਦੇ ਵਿੱਚ ਮੈਨੂੰ ਹੌਸਲਾ ਹੀ ਦਿੱਤਾ ਹੈ ਜੀ। ਨਹੀਂ ਇੱਕ ਬਾਤ ਹੋਰ ਵੀ ਹੈ ਨਾ ਜੀ, ਥਮੇ ਐਡੇ ਬੜੇ ਅਹੁਦੇ ਪਰ ਰਹੇ ਹੈ, ਵਧੀਆ ਪੈਨਸ਼ਨ ਮਿਲਾ, ਆਨੰਦ ਹੈ। ਜੇ ਦੋਸਤ ਕਿਆ ਨਾਂ ਦਾ ਦੋਸਤ ਬਾਕੀ ਵਾਲਾ ਹਾਲ ਹੁੰਦਾ ਫਿਰ ਕਿੱਥੇ ਲਿਖਣ ਦਿੰਦੇ ਉਹਨਾਂ ਨੇ ਕਹਿਣਾ ਚੰਗਾ। ਉਹਨੇ ਕਈ ਵਾਰੀ ਨਾ ਜੀ ਇਸ ਤਰ੍ਹਾਂ ਹੈ, ਉਹ ਸਾਰੀਆਂ ਗੱਲਾਂ, ਪਰ ਮੇਰੀ ਹਾਲਤ ਤਾਂ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਵੀ ਮੈਂ ਘਰ ਦੇ ਵਿੱਚ ਮਹਿਮਾਨ ਹਾਂ। ਪਰ ਇਹ ਤਾਂ ਨਜ਼ਾਰੇ ਹੈ ਜੀ, ਹਮੇ ਕੁਝ ਕਰਨਾ ਨਹੀਂ, ਧਰਨਾ ਨਹੀਂ, ਆਨੰਦ ਹੈ, ਸੁੱਖ ਸੁਵਿਧਾ ਸਾਰੀਆਂ, थाने करना कुछ नहीं, ਜ਼ਿੰਮੇਵਾਰੀ ਕੋਈ ਨਹੀਂ, अपना काम पढ़ो लिखो, ਬਸ ਪੜ੍ਹੋ ਲਿਖੋ, मोती इकट्ठे करो, शाहकार। ਬਸ ਅੱਛਾ ਲੱਗਦਾ ਜੀ। ਅਤੇ ਮੈਂ ਸਮਝਦਾ ਕਿ ਇਹ ਤਾਂ ਮੇਰੀ ਕਿਤਾਬ ਵੀ ਆ ਰਹੀ ਹੈ ਜੀ ਇੱਕ ਨਵੀਂ, ਉਹ ਸਾਹਿਤ ਸੰਜੀਵਨੀ ਦੇ ਨਾਮ ਦੇ ਉੱਤੇ। ਮੈਂ ਤਾਂ ਸਾਹਿਤ ਨੂੰ ਸੰਜੀਵਨੀ ਗਿਣਦਾ। ਅਤੇ ਜਿਸ ਤਰੀਕੇ ਦੇ ਨਾਲ ਮਨਜੀਤ ਜੀ ਆਪਣਾ ਰਸੋਈ ਘਰ ਹੈ ਨਾ, ਅਤੇ ਇਹ ਦਵਾਖਾਨਾ ਹੈ। ਬਿਲਕੁਲ ਰਸੋਈ ਘਰ ਦੇ ਵਿੱਚ ਕਿੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਐਮਰਜੈਂਸੀ ਦਵਾਈ ਦੀਆਂ ਕੰਮ ਕਰਦੀਆਂ। ਉਸੇ ਤਰੀਕੇ ਦੇ ਨਾਲ ਹੀ ਹਰ ਘਰ ਦੇ ਵਿੱਚ ਕਿਤਾਬਾਂ ਹੋਣੀਆਂ ਲਾਜ਼ਮੀ ਹੈ। ਛੋਟਾ ਜਿਹਾ ਕਾਰਨਰ ਚਾਹੀਦਾ ਕਿਤਾਬਾਂ ਦਾ, ਕਿਉਂਕਿ ਜ਼ਿੰਦਗੀ ਦੇ ਵਿੱਚ ਝੱਖੜ ਤੂਫਾਨ, ਹਰ ਆਦਮੀ ਦੀ ਜ਼ਿੰਦਗੀ 'ਚ ਝੱਖੜ ਤੂਫਾਨ, ਵਾਹ ਵਰੋਲੇ, ਕੋਈ ਨਾ ਕੋਈ ਹੁੰਦਾ ਰਹਿੰਦਾ, ਵਾਪਰਦਾ ਰਹਿੰਦਾ। ਉਸ ਵੇਲੇ ਬੰਦੇ ਦਾ ਜਿਹੜਾ ਮਾਰਗ ਦਰਸ਼ਨ ਹੈ ਨਾ ਜੀ, ਉਹਨੂੰ ਕੋਈ ਹੌਸਲਾ ਹੈ, ਜਾਂ ਤਾਂ ਕੋਈ ਰਾਹ ਦਸੇਰਾ ਮਿਲ ਜੇ ਜੀ, ਉਹ ਕਰ ਸਕਦਾ, ਅਤੇ ਜਾਂ ਕੋਈ ਕਿਤਾਬ ਜਿਹੜੀ ਹੈਗੀ ਹੈ ਉਹ ਲੱਭ ਜੇ। ਅੱਛਾ, ਕਿਤਾਬ ਦਾ ਲੱਭਣਾ ਰਾਹ ਦਸੇਰੇ ਦੇ ਲੱਭਣ ਨਾਲੋਂ ਜ਼ਿਆਦਾ ਆਸਾਨ ਹੈ, ਕਿਉਂਕਿ ਇਹ ਤਾਂ ਇੱਕ ਹੱਥ ਦੇ ਫਾਸਲੇ 'ਤੇ ਕਿਤਾਬ ਪਈ ਮਿਲ ਸਕਦੀ ਹੈ ਜੀ। ਅਤੇ ਪਤਾ ਨਹੀਂ ਉਹਦੀ ਕੋਈ ਤੁਕ, ਉਹਦੀ ਇੱਕ ਲਾਈਨ, ਇੱਕ ਪੰਕਤੀ, ਕੋਈ ਪੈਰਾ, ਕਈ ਵਾਰੀ ਤਾਂ ਇੱਕ ਪੰਕਤੀ ਹੋਈ ਤੁਹਾਡੀ ਜ਼ਿੰਦਗੀ ਨੂੰ ਇੱਕਦਮ ਨਵਾਂ ਮੋੜ ਜਿਹੜਾ ਹੈਗਾ, ਸੋਚ ਨੂੰ ਇੱਕ ਨਵਾਂ ਮੋੜ ਦੇ ਦਿੰਦੀ ਹੈ, ਅਤੇ ਤੁਹਾਨੂੰ ਨਿਰਾਸ਼ਾ ਤੋਂ ਆਸ਼ਾ ਵੱਲ, ਆਸ ਦੀ ਕਿਰਨ ਜਿਹੜੀ ਹੈਗੀ ਉਹ ਤੁਹਾਨੂੰ ਦਿਖਾਉਂਦੀ ਹੈ। ਮੈਂ ਇਹ ਸਮਝਦਾ ਕਿ ਹਰ ਘਰ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ, ਔਰ ਜਿਹੜੇ ਘਰ ਦੇ ਵਿੱਚ ਕਿਤਾਬਾਂ ਨਹੀਂ, ਉਹ ਸਮਝ ਲਓ ਵੀ ਉਸ ਘਰ ਦੇ ਵਿੱਚ ਬੂਹੇ ਬਾਰੀਆਂ ਹੀ ਹੈ ਨਹੀਂ, ਸਵੱਛ ਸਾਫ ਸੁਥਰੀ ਹਵਾ ਹੀ ਨਹੀਂ ਹੈ। ਮੈਂ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਕਈ ਸੀਰੀਅਲ ਦੇਖੇ ਜੀ, TV ਸੀਰੀਅਲਸ ਦੇਖੇ ਪਾਕਿਸਤਾਨ ਦੇ। ਮੈਨੂੰ ਦੇਖ ਕੇ ਬੜੀ ਖੁਸ਼ਨੁਮਾ ਹੈਰਾਨੀ ਹੋਈ ਕਿ ਉਹ ਜਿੱਥੇ ਵੀ ਉਹਨਾਂ ਨੂੰ ਚਾਂਸ ਮਿਲਦਾ ਨਾ ਜੀ, ਡਰਾਇੰਗ ਰੂਮ 'ਚ ਹੈ ਜਾਂ ਕੋਈ ਹੋਰ ਕੋਈ ਜਗ੍ਹਾ ਹੈ, ਲੌਬੀ ਹੈ, ਉਹਦੇ ਵਿੱਚ ਉਹ ਕੈਮਰਾ ਜਿਹੜਾ ਹੈਗਾ ਕਿਤਾਬਾਂ 'ਤੇ ਫੋਕਸ ਕਰਦੇ, ਅਲਮਾਰੀ 'ਚ ਪਈਆਂ ਕਿਤਾਬਾਂ ਜਿਹੜੀਆਂ ਹੈਗੀਆਂ ਜ਼ਰੂਰ ਦਿਖਾਉਂਦੇ। ਹਰ ਨਾਟ ਓਨਲੀ ਸਿਰਫ ਇੱਕ ਸੀਰੀਅਲ 'ਚ, ਹਰ ਸੀਰੀਅਲ 'ਚ ਮੈਂ ਦੇਖੀ। ਫਿਰ ਸਿਰਫ ਪਈਆਂ ਨਹੀਂ ਦਿਖਾਉਂਦੇ, ਕਦੇ ਕਦੇ ਕਿਸੇ ਕਰੈਕਟਰ ਨੂੰ, ਕਿਰਦਾਰ ਨੂੰ ਪੜ੍ਹਦਾ ਵੀ ਦਿਖਾਉਂਦੇ ਕਿਤਾਬ ਦੇ ਨਾਲ। ਇਹ ਸ਼ਾਇਦ ਉਹਨਾਂ ਨੇ ਇੱਕ ਨੈਸ਼ਨਲ ਏਜੰਡਾ ਬਣਾਇਆ ਕਿ ਕਿਤਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਹਰ ਸੀਰੀਅਲ ਦੇ ਵਿੱਚ ਇਹ ਤੁਸੀਂ ਦਿਖਾਓ, ਲਾਜ਼ਮੀ ਕਰੋ। ਉਸੇ ਤਰੀਕੇ ਦੇ ਨਾਲ ਹੀ, ਕਿਉਂਕਿ ਬਾਰ-ਬਾਰ ਜਦੋਂ ਅਸੀਂ ਇੱਕ ਇਮੇਜ ਨੂੰ ਦੇਖਦੇ ਹਾਂ ਉਹਦਾ ਪ੍ਰਭਾਵ ਪੈਂਦਾ, ਤਾਂ ਉਸੇ ਤਰੀਕੇ ਨਾਲ ਮਨਜੀਤ ਜੀ ਮੈਂ ਇਹ ਸਮਝਦਾ ਹਾਂ ਕਿ ਕੋਈ ਨਾ ਕੋਈ ਐਸਾ ਮੀਡੀਆ ਦਾ ਬਹੁਤ ਇੱਕ ਜ਼ਿੰਮੇਵਾਰੀ ਹੈ ਕਿ ਉਹ ਬੁੱਕ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਇਸ ਕਿਸਮ ਦਾ ਉਪਰਾਲਾ ਕਰੇ। ਔਰ ਉਸੇ ਦੇ ਵਿੱਚ ਜਿਹੜੇ ਤੁਸੀਂ
ਕਲਮਕਾਰਾਂ ਨਾਲ ਇਹੋ ਜਿਹਾ ਕੋਈ ਸਾਂਝ ਪੈਦਾ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ। ਅਤੇ ਦੂਸਰੀ ਗੱਲ ਇਹ ਹੈ ਕਿ ਮੇਰੇ ਮਨ ਦੇ ਵਿੱਚ ਬੜੀ ਪ੍ਰਸ਼ੰਸਾ ਹੈ ਇਸ ਗੱਲ ਦੀ ਨੌਜਵਾਨਾਂ ਦੇ ਪ੍ਰਤੀ ਕਿ ਉਹ ਕਿਤਾਬਾਂ ਵੱਲ ਹੁਣ ਉਹਨਾਂ ਦਾ ਉਲਾਰ ਹੋ ਰਿਹਾ, ਪਿਆਰ ਵੱਧ ਰਿਹਾ। ਪਿੱਛੇ ਜੇ ਪੰਜਾਬੀ ਯੂਨੀਵਰਸਿਟੀ 'ਚ ਤੁਸੀਂ ਵੀ ਪੜ੍ਹਿਆ ਹੋਣਾ, ਜਿਹੜਾ ਪੁਸਤਕ ਮੇਲਾ ਲੱਗਿਆ ਉਸ 'ਚ ਕਹਿੰਦਾ ਕਰੋੜ ਰੁਪਏ ਦੀਆਂ ਕਿਤਾਬਾਂ ਵਿਕੀਆਂ। ਅਤੇ ਇਹ ਇੱਕ ਬਹੁਤ ਹੌਸਲੇ ਵਾਲੀ ਗੱਲ ਹੈ। ਅਤੇ ਕਿਤਾਬਾਂ ਦਾ ਜਿਹੜਾ ਕਲਚਰ ਹੈਗਾ, ਕਿਤਾਬਾਂ ਦਾ ਸੱਭਿਆਚਾਰ ਜਿਹੜਾ ਹੈਗਾ, ਇਹ ਪ੍ਰਫੁੱਲਿਤ ਹੋਣਾ ਚਾਹੀਦਾ। ਉਹ ਸਾਈਕਲ ਵਾਲੇ ਵਾਂਗ ਜਿਹੜਾ ਕਹਿੰਦਾ ਵੀ ਸ਼ਰਤ ਚੰਦਰ ਦਾ ਸਾਰਾ ਕੁਝ। ਹਾਏ ਹਾਏ ਹਾਏ, ਕੀ ਬਾਤ ਹੈ ਜੀ। ਸੋ ਬਹੁਤ ਵਧੀਆ ਲੱਗਿਆ ਜੀ, ਬਹੁਤ ਮਿਹਰਬਾਨੀ ਨਹੀਂ, ਤੁਹਾਡੀ ਘਰ ਆ ਕੇ ਮਿਹਰਬਾਨੀ। ਹਮੇ ਸੈਕਟਰ 38 में बैठे ਦੋਸਤੋ, ਉਰੇ ਬਾਤਾਂ ਸੁਣੀਆਂ ਤੇ ਆਨੰਦ ਆਇਆ। ਤੇ ਜਿਨ੍ਹਾਂ ਨੇ ਕਿਤਾਬਾਂ ਜਿਹੜੀਆਂ ਸ਼ਾਹਕਾਰ ਹੈ, 4 ਹਿੱਸੇ 4 ਭਾਗਾਂ ਮੈਂ ਜੀ, 4 ਤਾਂ ਹੋ ਗਈਆਂ ਜੀ, 5ਵਾਂ ਛਪ ਰਿਹਾ ਆ ਰਿਹਾ। ਸਿੰਘ ਬ੍ਰਦਰ ਅੰਮ੍ਰਿਤਸਰ ਨੇ ਛਾਪਿਆ, ਉਹਨਾਂ ਤੇ ਮੰਗਾ ਸਕਾਂ। ਤੇ ਹੋਰ ਵੀ ਆਪਣੇ ਚੰਡੀਗੜ੍ਹ 22 ਕੇ ਵਿੱਚ ਪੰਜਾਬ ਬੁੱਕ ਸੈਂਟਰ ਤੇ ਮਿਲ ਜਾਏਗਾ। ਤੇ ਜਿਹੜਾ ਆਪਣਾ ਬਾਲਜ਼ਾਕ ਦੀ ਆ ਜੀਵਨੀ ਮੂਲਕ ਨਾਵਲ ਹੈ ਨਾ ਜੀ, ਹਾਂ ਸਾਰੇ ਕਿਤਾਬ ਜਿਹੜਾ ਹਿੰਦੀ ਮਾ ਜਿਹੜਾ ਇਹ ਵੀ ਮਿਲ ਜਾਏਗਾ ਉੱਥੇ ਤੇ। ਹਾਂਜੀ नहीं, चार्ल्स गोहराम बालजाक की जीवन गाथा, चार्ल्स गोहराम ने लिखी था ना, हिंदी के विचों का। हाँ, एक कितने चांद जुपिटर के एलिस मुनरो ਦੀਆਂ ਕਹਾਣੀਆਂ ਦਾ ਅਨੁਵਾਦ। ਕਿੰਨੀਆਂ ਕਿਤਾਬਾਂ ਦੇਖੋ ਜੀ, 10-15 ਸਾਲਾਂ ਦੇ ਵਿੱਚ ਕੁਛ ਜਿਹੜਾ तुम्हें घर में ਪ੍ਰਾਹੁਣਾ ਬਣ ਕੇ ਰਹੇ ਉਸका ਸਾਰਾ ਇਹ ਪ੍ਰਤਾਪ ਹੈ। ਸੋ ਠੀਕ ਹੈ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਮਨਜੀਤ ਜੀ, ਮੈਨੂੰ ਬਹੁਤ ਹੀ ਚੰਗਾ ਲੱਗਿਆ। ਸੋ ਲੈ ਵੀ ਦੋਸਤੋ, ਅੱਜ ਮੈਂ ਕਿਤਾਬਾਂ ਦੀਆਂ ਬਾਤਾਂ ਕਰੀਆਂ ਥਾਰੀ ਗੱਲ। ਵੈਸੇ ਅੱਜ ਕੱਲ੍ਹ ਬਹੁਤ ਬੰਦੇ ਜਿਸ ਤਰ੍ਹਾਂ ਗੋਇਲ ਸਾਹਿਬ ਨੇ ਦੱਸਿਆ ਵੀ ਕਿਤਾਬਾਂ ਨਾਲ ਜੁੜ ਰਹੇ ਹੈ। ਸੋ ਰੂਹਾਂ ਦਾ ਮੇਲਾ ਹੁੰਦਾ ਹੈ ਤੇ ਸਾਰਾ ਦਿਨ ਆਪਾਂ ਸਰੀਰਾਂ ਕੇ ਮੇਲੇ ਮਾ ਰਹਾ ਚੀਜ਼ਾਂ ਕੇ ਮੇਲੇ ਮਾ, ਕਿਤਾਬਾਂ ਦਾ ਮੇਲਾ ਵੀ, ਰੂਹ ਦਾ ਮੇਲਾ ਵੀ ਕਦੇ ਕਦੇ ਲਾਣਾ ਚਾਹੀਦਾ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ 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 ਆਨੰਦ ਆਇਆ ਜੀ। ਸ਼ੁਕਰੀਆ। ਤੁਸੀਂ